ਚਵਰ ਛਤਰ ਤਖਤ ਦੇ ਮਾਲਕ, ਜ਼ਾਹਰਾ ਜ਼ਹੂਰ ਅਤੇ ਹਾਜ਼ਰਾ ਹਜ਼ੂਰ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਜੀ ਵਿਖੇ ਬੈਠ ਕੇ ਅਤੇ ਘਰਾਂ ਵਿੱਚ ਟੈਲੀਵਿਜ਼ਨ ਦੇ ਰਾਹੀਂ ਗੁਰਬਾਣੀ ਕੀਰਤਨ ਸਰਵਣ ਕਰਦਿਆਂ ਪ੍ਰਭੂ ਪਿਆਰ ਵਿੱਚ ਜੁੜ ਬੈਠੀ ਗੁਰੂ ਸਵਾਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਦੀ ਬਖਸ਼ਿਸ਼ ਹੋਈ ਹੈ, ਅੰਮ੍ਰਿਤ ਵੇਲੇ ਗੁਰੂ ਹਜ਼ੂਰੀ ਵਿੱਚ ਬੈਠ ਕੇ ਹਰ ਜਸ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਜਿੱਥੇ ਗੁਰਬਾਣੀ ਕੀਰਤਨ ਦਾ ਆਨੰਦ ਆਪ ਜੀ ਨੇ ਮਾਣਿਆ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਕਥਾ ਵਿਚਾਰ ਹਰ ਰੋਜ਼ ਆਪ ਜੀ ਜੋ ਸਰਵਣ ਕਰਦੇ ਹੋ, ਉਸ ਦੇ ਨਾਲ ਸੰਬੰਧਿਤ ਜੋ ਲੜੀਵਾਰ ਗੁਰੂ ਕਾ ਸ਼ਬਦ ਹੈ, ਉਸ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਅੱਜ ਦਾ ਇਹ ਪਵਿੱਤਰ ਮੁੱਖ ਵਾਕ ਗੁਰੂ ਅਮਰਦਾਸ ਜੀ ਮਹਾਰਾਜ ਦਾ ਬਖਸ਼ਿਸ਼ ਕੀਤਾ ਹੋਇਆ ਹੈ, ਮਾਝ ਰਾਗ ਦੀਆਂ ਅਸ਼ਟਪਦੀਆਂ ਵਿੱਚ ਅੰਕਿਤ ਹੈ। ਸਤਿਗੁਰੂ ਜੀ ਨੇ ਇਸ ਪਵਿੱਤਰ ਮੁੱਖ ਵਾਕ ਦੇ ਰਾਹੀਂ ਸਾਨੂੰ ਜੀਵਨ ਨੂੰ ਇਹ ਸੋਝੀ ਦਿੱਤੀ ਹੈ ਕਿ ਜੋ ਮਨੁੱਖਾ ਸਰੀਰ ਸਾਨੂੰ ਮਿਲਿਆ ਇਹ ਬੜਾ ਮਹਾਨ ਹੈ। ਜਦੋਂ ਅਸੀਂ ਧਾਰਮਿਕ ਲੋਕਾਂ ਵੱਲ ਦੇਖਦੇ ਹਾਂ, ਜ਼ਿਆਦਾਤਰ ਧਰਮ ਦੇ ਲੋਕਾਂ ਨੇ ਇਹ ਗੱਲ ਕਹੀ, ਸਰੀਰ ਮਿਥਿਆ ਹੈ, ਜਗਤ ਮਿਥਿਆ ਹੈ। ਸਰੀਰ ਨੂੰ ਮਿਥਿਆ ਜਾਣ ਕੇ ਉਹਨਾਂ ਨੇ ਸਰੀਰ ਵੱਲੋਂ ਲਾਪਰਵਾਹੀ ਸ਼ੁਰੂ ਕਰਤੀ ਕਿ ਜੇ ਮਿਥਿਆ ਹੀ ਹੈ ਫਿਰ ਸੁਆਹ ਹੀ ਮਲ ਕੇ ਬੈਠੇ ਰਹੋ, ਸੰਭਾਲਣ ਦੀ ਕੀ ਲੋੜ ਹੈ। ਜੇ ਮਿਥਿਆ ਹੀ ਹੈ, ਜਗਤ ਤੇ ਜਗਤ ਨੂੰ ਛੱਡ ਹੀ ਦਿਓ, ਫਿਰ ਜੰਗਲਾਂ 'ਚ ਹੀ ਬੈਠ ਕੇ ਜ਼ਿੰਦਗੀ ਬਤੀਤ ਕਰ ਲਓ। ਸਰੀਰ ਨਾਸਵੰਤ ਜ਼ਰੂਰ ਹੈ, ਇਹ ਸਦਾ ਕਾਇਮ ਨਹੀਂ ਰਹਿਣਾ, ਪਰ ਸਰੀਰ ਅਕਾਰਥ ਨਹੀਂ ਹੈ। ਸਰੀਰ ਕੋ ਐਵੇਂ ਨਹੀਂ ਹੈ, ਇਹ ਮਿੱਟੀ 'ਚ ਜਾਂ ਸੁਆਹ 'ਚ ਰੋਲਣ ਲਈ ਨਹੀਂ ਮਿਲਿਆ, ਇਹ ਭੁੱਖੇ ਬੈਠ ਕੇ ਕਮਜ਼ੋਰ ਕਰਕੇ ਖਤਮ ਕਰਨ ਲਈ ਨਹੀਂ ਮਿਲਿਆ। ਇਹ ਸਰੀਰ ਦੁਰਲੱਭ ਹੈ। ਗੁਰਬਾਣੀ ਵਿੱਚ ਮਨੁੱਖਾ ਜ਼ਿੰਦਗੀ ਦੀ ਬਹੁਤ ਮਹਾਨਤਾ ਦਰਸਾਈ ਹੈ। ਹੀਰੇ ਜੈਸਾ ਜਨਮ ਹੈ, ਕਬੀਰ ਮਾਨਸ ਜਨਮ ਦੁਰਲੱਭ ਹੈ, ਹੋਏ ਨਾ ਬਾਰੰਬਾਰ। ਪਰਮਾਤਮਾ ਵਿੱਚ ਜੇ ਲਿਵਲੀਨਤਾ ਹੋ ਸਕਦੀ ਤੇ ਕੇਵਲ ਤਾਂ ਕੇਵਲ ਮਨੁੱਖਾ ਜ਼ਿੰਦਗੀ ਵਿੱਚ ਰਹਿੰਦੀ। ਇਸ ਸਰੀਰ ਨੂੰ ਤੇ ਦੇਵਤੇ ਵੀ ਤਰਸਦੇ ਨੇ। ਅਜਿਹਨਾਂ ਦੇਵਤਿਆਂ ਦੀ ਲੋਕ ਪੂਜਾ ਕਰਦੇ ਨੇ। ਗੁਰਬਾਣੀ ਕਹਿੰਦੀ ਇਸ ਦੇਹੀ ਕੋ ਸਿਮਰੈ ਦੇਵ, ਸਾ ਦੇਹੀ ਭਜ ਹਰਿ ਕੀ ਸੇਵ। ਇਹ ਮਨੁੱਖਾ ਜ਼ਿੰਦਗੀ 'ਚ ਤੁਹਾਨੂੰ ਸੁਭਾਗ ਪ੍ਰਾਪਤ ਹੈ ਕਿ ਤੁਸੀਂ ਸਤ ਸੰਗਤ ਵਿੱਚ ਬੈਠ ਕੇ ਕੀਰਤਨ ਸੁਣ ਸਕਦੇ ਹੋ। ਇਹ ਮਨੁੱਖਾ ਜ਼ਿੰਦਗੀ 'ਚ ਸੁਭਾਗ ਪ੍ਰਾਪਤ ਹੈ ਕਿ ਤੁਸੀਂ ਕੋਈ ਸੇਵਾ ਕਰ ਸਕਦੇ ਆ, ਭੁੱਖੇ ਨੂੰ ਰੋਟੀ ਖਵਾ ਸਕਦੇ ਆ। ਆ ਦੇਵਤਿਆਂ ਦਾ ਇਤਿਹਾਸ ਪੜ੍ਹ ਲਓ। ਉਹਨਾਂ ਕਿਸੇ ਨੂੰ ਸ਼ਰਾਪ ਦੇ ਦਿੱਤਾ, ਕਿਸੇ ਨੂੰ ਵਰ ਦਿੱਤਾ, ਕਿਸੇ ਨੂੰ ਡਰਾ ਤਾ, ਕਿਸੇ ਕੋ ਡਰ ਗਏ ਹੀ ਹੈ ਨਾ। ਦੇਵਤਿਆਂ ਦਾ ਰਾਜ ਅੰਦਰ ਕਹਿੰਦੇ ਡਰਦਾ ਹੀ ਆਪਣਾ ਸਵਰਗ ਹੀ ਛੱਡ ਕੇ ਭੱਜ ਜਾਂਦਾ, ਲੁਕ ਜਾਂਦਾ ਰਿਹਾ। ਤੇ ਜੇ ਦੇਵਤਿਆਂ ਦਾ ਰਾਜਾ ਭੱਜੀ ਜਾਂਦਾ ਤੇ ਅਸੀਂ ਕਿੱਥੋਂ ਟਿਕਾਂਗੇ ਉਹਨਾਂ ਨੂੰ ਸਿਮਰ ਕੇ। ਸਾਡੇ ਸਤਿਗੁਰੂ ਜੀ ਨੇ ਕਿਰਪਾ ਕੀਤੀ, ਮਨੁੱਖਾ ਜ਼ਿੰਦਗੀ ਦੀ ਵੈਲਿਊ ਦੱਸੀ ਹੈ, ਪੋਸੀਬਿਲਿਟੀ ਦੱਸੀ। ਇਹ ਜ਼ਿੰਦਗੀ ਬਹੁਤ ਮਹਾਨ ਹੈ। ਇਹ ਜ਼ਿੰਦਗੀ ਹੈ ਜਦੋਂ ਅਸੀਂ ਪਰਮਾਤਮਾ 'ਚ ਲਿਵਲੀਨ ਹੋ ਸਕਦੇ ਹਾਂ। ਇਹ ਸਰੀਰ ਕਿੰਨਾ ਮਹਾਨ ਹੈ। ਅੱਜ ਦਾ ਜੋ ਪਵਿੱਤਰ ਸ਼ਬਦ ਇਹਨੂੰ ਪੜ੍ਹੋਗੇ ਕਿੰਨਾ ਮਹਾਨ ਹੈ। ਜੋ ਬ੍ਰਹਿਮੰਡ ਵਿੱਚ ਹੈ ਉਹ ਸਾਡੇ ਸਰੀਰ ਵਿੱਚ ਹੈ। ਸਾਨੂੰ ਪਹਾੜਾਂ ਨੂੰ ਖੋਜਣ ਦੀ ਲੋੜ ਨਹੀਂ ਹੈ, ਸਾਨੂੰ ਕੋਈ ਜੰਗਲਾਂ 'ਚ ਬੈਠਣ ਦੀ ਲੋੜ ਨਹੀਂ ਹੈ, ਸਾਨੂੰ ਕੋਈ ਤੀਰਥਾਂ 'ਤੇ ਭਟਕਣ ਦੀ ਲੋੜ ਨਹੀਂ ਹੈ। ਉਹ ਤੀਰਥ ਸਾਡੇ ਅੰਦਰ ਹੈ। ਗੁਰੂ ਕੇ ਬਚਨ ਰੋਜ਼ ਪੜ੍ਹਦੇ, ਅੰਤਰਗਤ ਤੀਰਥ ਮਲ ਨਾਓ। ਤੁਹਾਡੇ ਅੰਦਰ ਤੀਰਥ ਹੈ, ਉਹਦੇ 'ਤੇ ਇਸ਼ਨਾਨ ਕਰੋ। ਇਹ ਜੋ ਕੁਝ ਬ੍ਰਹਿਮੰਡ ਅੰਦਰ ਹੈ ਉਹ ਤੁਹਾਡੇ ਅੰਦਰ ਹੈ, ਉਹਨੂੰ ਆਪਣੇ ਅੰਦਰ ਨੂੰ ਖੋਜੋ। ਬਾਹਰ ਜੰਗਲਾਂ ਨੂੰ ਛਾਨਣ ਦੀ ਲੋੜ ਨਹੀਂ। ਜੰਗਲ ਜੰਗਲ ਕਿਆ ਪਵੇ, ਵੜ ਕੰਡਾ ਮੋੜੇ, ਵਸੀ ਰੱਬ ਹਿਆਲੀਏ, ਜੰਗਲ ਕਿਆ ਟੁੰਡੇ। ਐਵੇਂ ਜੰਗਲਾਂ 'ਚ ਕੰਡੇ ਮਿੱਧਣ ਦੀ ਕੀ ਲੋੜ ਹੈ। ਰੱਬ ਤਾਂ ਸਾਡੇ ਹਿਰਦੇ 'ਚ ਹੈ। ਇਹ ਸਰੀਰ ਰੱਬ ਦਾ ਮੰਦਰ ਹੈ, ਹਰੀ ਮੰਦਰ ਕਿਹਾ ਗੁਰਬਾਣੀ ਨੇ ਇਸ ਸਰੀਰ ਨੂੰ। ਪਰ ਇੰਨਾ ਮਹਾਨ ਸਰੀਰ ਹੈ, ਇਸ ਸਰੀਰ ਦੀ ਮਹਾਨਤਾ ਦਾ, ਵੈਲਿਊ ਦਾ ਸਾਨੂੰ ਕਿਵੇਂ ਪਤਾ ਲੱਗੇ ਕਿ ਸਰੀਰ ਦੇ ਵਿੱਚ ਕੀ ਕੁਝ ਹੈ, ਕਿਵੇਂ ਪਤਾ ਲੱਗੇ ਸਾਨੂੰ। ਅਸੀਂ ਆਪਣੇ ਚਿਹਰੇ ਨੂੰ, ਲਿਬਾਸ ਨੂੰ ਦੇਖਣਾ ਹੋਏ ਨਾ, ਜਦੋਂ ਤਿਆਰ ਹੁੰਦੇ ਫਿਰ ਸ਼ੀਸ਼ੇ ਦੇ ਸਾਹਮਣੇ ਜਾਂਦੇ ਹਾਂ। ਸ਼ੀਸ਼ਾ ਜਿਹੜਾ ਸਾਨੂੰ ਦੱਸਦਾ ਕਿ ਭਈ ਤੁਹਾਡਾ ਚਿਹਰਾ ਕਿਹੋ ਜਿਹਾ ਹੈ, ਤੁਹਾਡੇ ਕੱਪੜੇ ਕਿਹੋ ਜਿਹੇ ਨੇ, ਤੁਹਾਡੀ ਦਸਤਾਰ ਕਿਹੋ ਜਿਹੀ ਹੈ, ਉਹ ਸ਼ੀਸ਼ੇ ਤੋਂ ਪਤਾ ਲੱਗਦਾ। ਸ਼ੀਸ਼ੇ ਤੋਂ ਬਿਨਾਂ ਨਹੀਂ ਪਤਾ ਲੱਗਦਾ ਸਾਨੂੰ। ਅਸੀਂ ਤਿਆਰ ਹੋਣ ਲੱਗੇ ਹਾਂ, ਸ਼ੀਸ਼ੇ ਦੇ ਸਾਹਮਣੇ ਜਾਂਦੇ ਆ ਨਾ,
बिल्कुल जे असी ये जानना है कि साडे अंदर की है जां असी की हाँ, फिर सानू किसी शीशे के सामने आना पेगा। वो शीशा है गुरु। भाई गुरदास जी का बचन कि ज्यों कर निर्मल आरसी जग वेखण वाला। आरसी कहते शीशे नूं, जिवें शीशा हुंदा है असी शीशे 'च देखते हाँ, गुरु के सामने आवांगे, गुरु साहब जी सानू दसणगे कि तुहाडे अंदर की कुछ है। अंदर का ज्ञान जिन्हों होएगा उही सानू अंदर का ज्ञान देवेगा ना। ये दुनिया के कॉलेज यूनिवर्सिटियां सानू बाहर की जानकारी दे सकदियां ने, अंदर का ज्ञान नहीं दे सकदियां। अंदर बारे तो सानू हनेरा ही है। गुरु शीशा है, गुरबाणी शीशा है। ज्यों ज्यों बाणी नूं पढ़ांगे, बाणी नूं असी कुछ जानन लई पढ़ना है। गुरबाणी नूं इसलिए नहीं पढ़ना जी आपां 31 पाठ करांगे तो रब मिल जाएगा। 31 की जगह 3100 करो भाई, चंगी गल, असी रोकते नहीं है। बाणी पढ़ना अधिकार है, साडा फर्ज भी है। पर बाणी इसलिए ना पढ़ो कि 31 पढ़ांगे तो रब मिल जाएगा, 3100 पढ़ांगे तो रब मिल जाएगा। जिन्ना मर्जी पढ़ी जाओ, पढ़ पढ़ गड्डी लदीए। सतगुरु जी ने सानू ही किया, और जरूरी तो नहीं पंडितां नूं किया, पढ़ पढ़ गड्डी लदीए, पढ़ पढ़ भरीए साथ, पढ़ पढ़ बेड़ी पाइए, पढ़ पढ़ गड्डियां खात, पढ़ी जाओ भाई। पर गुरबाणी पढ़नी है कि गुरबाणी सानू ज्ञान की दिंदी है। ये गुरबाणी शीशा है। हुण तुसीं चाहुंदे कि असीं दुनिया नूं सोहणे लगीए, ते सोहणे लगण लई आपां की कहने आ कि शीशे सामने जाइए, सानू पता लगे साडे चेहरे ते कोई दाग तो नहीं लगा, साडे कपड़े ठीक ठाक ने, आप ऐसे करके जाने आ ना। हुण जे तुसीं शीशे दे सामने भी जाओ, अखां मीट लो ते कहो जी मैं ते 11 वारी शीशे दे सामने गया सी, मैं बड़ा सोहना। शीशे के सामने तुसी 1100 वारी चले जाओ, जे तुसी देखिया ही नहीं शीशे चों अपने आप नूं, ते 1100 वारी जानना की हो जाएगा। जाई जाओ जिन्नी वारी मर्जी, वो तो जाके देखो कि शीशा तुहाडे प्रथाए तुहानूं कहंदा कि तुहाडा फेस, तुहाडे लिबास, कपड़ा किहो जिहा है। जे कोई चेहरे ते दाग है तो उन्होंने साफ कर लो। शीशा तुहानूं दसदा कि तुहाडे चेहरे ते दाग हैगा, उन्होंने साफ कर लो। हुण मेरे वर्गा शीशे के सामने भी जाए, कई बारी जाए, तो वह देखे ही ना कि वो चेहरे ते की है। शीशा जो समझा रहा उन्होंने समझे ही ना, तो सोहना तो नहीं बन जाएगा। शीशे मूहरे जाण नाल सोहने नहीं बनना। शीशे सामने जाके जो शीशा सानू कहंदा है उस तरह कीतियां असी सोहने बन सकते हैं। गुरबाणी पढ़ना महान गल है। जिहड़ा जिद्दां भी पढ़दा है वह भागम वाला है, सत्कारयोग है। पर गुरबाणी पढ़ के महान असी उदों बनांगे जो सानू गुरबाणी कहंदी, उन्होंने जदों असी अपने अंदर झात मारांगे। गुरबाणी सानू रोज़ अपने नाल गलबात करने की प्रेरणा करती। ए शरीरा मेरे इस जग में आए के क्या तुद कर्म कमाया, ए नेत्रो मेरो हर तुम में जो तरी हर बिना वरना देखो कोई, ए सरवणो मेरो साचा सुनने नो पठाए। गुरबाणी सानू रोज़ प्रेरणा करती। परख का बुरा न राखो चीत, तुमको दुख नहीं पाई मीत, निंदा भली किसे की नहीं। ये गुरबाणी साडे जिहड़े दाग आ ना साडी जिंदगी च जिहड़ियां उणताइयां वो दसदी भी इन्हां नूं ठीक कर लो। जे तुसीं सुखी होना है, सोहने बनना है, ਇਹ चीज़ां नूं ठीक कर लो। सतगुरु जी कह रहे कि शरीर दे अंदर परमात्मा है, अंदर हीरे ने, रतन ने। रोज़ आपां पढ़दे मत विच रतन जवाहर माणक जे गुर की एक सिख सुनी। साडे अंदर हीरे ने, लाल ने, रतन ने। साडा शरीर को अकारथ नहीं है, साडा शरीर कोई मिथ्या ही नहीं है। साडे अंदर परमात्मा बैठा होया है। शरीर रब दा घर है, अंदर हीरे लुके हुए ने। पर वो हीरे लभण दी जुगत सानू जिवें शीशा देख के सानू पता लगदा ना अपने स्वरूप का। जदों असीं गुरबाणी नूं पढ़ांगे, जदों असीं गुरु साहिब जी दे सन्मुख आवांगे, फिर सानू पता लगेगा कि साडी जिंदगी कितनी महान है। अज दे मुख वाक राहीं धन गुरु अमरदास जी महाराज ने जिथे शरीर की महानता दसी, उत्थे उन्हां दी वडियाई कीती है। जिहड़े गुरबाणी नूं सुणदे ने, जिहड़े गुरबाणी नूं मनदे ने। और वार वार सतगुरु जी ने सानू बाणी नाल जुड़न की गल कही है। सतगुरु जी कहंदे ये बाणी जिहड़ी है ना, सतगुरु की बाणी सत सत कर जानो गुर सिखो, हर करता आप मूँहों कढाए। इनू सच समझो जो कुछ के है ये परमात्मा ने गुरु साहब जी के मूँह तो कढ़ाई है। गुरबाणी परमात्मा का रूप है। वाह वाह बाणी निरंकार है। ये गुरबाणी जिहड़ी है ये अंदर अमोलक पदार्थ भरे पे ने। रत्ना रतन पदार्थ बहु सागर भरिया राम, बाणी गुरबाणी लागे तिन हथ चढ़िया राम। जिवें समुद्र विच रतन हुंदे ने, साडे अंदर रतन भरे पे ने। पर जिहड़ा बाणी नाल जुड़ेगा उन्होंने पता लगेगा ना।
ਇਹ ਤੇ ਗੁਰਬਾਣੀ ਦੱਸੇਗੀ ਕਿ ਮਨੁੱਖ ਕਿੰਨਾ ਮਹਾਨ ਹੈ। ਧਾਰਮਿਕ ਲੋਕਾਂ ਨੇ ਕਿਹਾ ਸਰੀਰ ਮਿਥਿਆ ਹੈ, ਬਸ ਜੰਗਲ 'ਚ ਬੈਠ ਜਾਓ, ਇੱਧਰ ਉੱਧਰ ਫਿਰ ਤੁਰ ਲਓ, ਪਰ ਗੁਰਬਾਣੀ ਇਹ ਗੱਲ ਕਹਿੰਦੀ ਹੈ ਅਸੀਂ ਸਰੀਰ, ਇਸੇ ਸਰੀਰ ਵਿੱਚ ਰਹਿ ਕੇ ਰੱਬ ਬਣ ਸਕਦੇ ਹਾਂ। ਇਸੇ ਸਰੀਰ 'ਚ ਰਹਿ ਕੇ ਜੋ ਚਾਹੇ ਉਹ ਅਸੀਂ ਪ੍ਰਾਪਤ ਕਰ ਸਕਦੇ, ਜੋ ਚਾਹੋ ਤੁਸੀਂ ਬਣ ਸਕਦੇ। ਸਾਡੇ ਸਰੀਰ ਦੀ ਇੰਨੀ ਵੱਡੀ ਸਮਰੱਥਾ ਹੈ, ਪੋਸੀਬਿਲਿਟੀ ਹੈ, ਜੋ ਚਾਹੋ ਤੁਸੀਂ ਬਣ ਸਕਦੇ ਹੋ। ਗੁਰਬਾਣੀ ਨੇ ਸਾਡੇ ਅੰਦਰ ਇੱਕ ਬੜੀ ਉੱਚੀ ਸੋਚ ਪੈਦਾ ਕੀਤੀ ਹੈ। ਅਸੀਂ ਰੱਬ ਬਣ ਲਈ ਆਏ ਹਾਂ, ਅਸੀਂ ਰੱਬ ਬਣ ਸਕਦੇ ਹਾਂ, ਇਸੇ ਜ਼ਿੰਦਗੀ 'ਚ ਬਣ ਸਕਦੇ ਹਾਂ। ਇਹ ਘਰ ਛੱਡ ਕੇ ਜੰਗਲਾਂ 'ਚ ਬੈਠ ਕੇ ਨਹੀਂ ਬਣ ਸਕਦੇ। ਸਤਿਗੁਰੂ ਜੀ ਨੇ ਇਸ ਮੁੱਖ ਵਾਕ ਅੰਦਰ ਜਿੱਥੇ ਸਰੀਰ ਦੀ ਮਹਾਨਤਾ ਦਰਸਾਈ, ਜਿੱਥੇ ਸਤਿਗੁਰੂ ਜੀ ਨੇ ਗੁਰਬਾਣੀ ਨਾਲ ਜੁੜਿਆਂ ਨੂੰ ਵਡਿਆਇਆ, ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਸ ਜਗਤ ਅੰਦਰ ਰਹਿੰਦਿਆਂ, ਜਗਤ ਨੂੰ ਕਹਿੰਦੇ ਨੇ ਜੀ ਇਹ ਤੇ ਮੋਹ ਮਾਇਆ ਹੈ, ਇਹ ਮਿਥਿਆ ਹੈ। ਇਹੀ ਕਿਹਾ ਜਾਂਦਾ ਹੈ ਨਾ, ਮਾਇਆ ਤੋਂ ਬਿਨਾਂ ਤੇ ਅਸੀਂ ਜਿਉ ਹੀ ਨਹੀਂ ਸਕਦੇ। ਮਾਇਆ ਤੋਂ ਬਿਨਾਂ ਜ਼ਿੰਦਗੀ ਨਹੀਂ ਹੈ। ਜੇ ਕੋਈ ਕਹੇ ਜੀ ਮਾਇਆ ਇਹਨੂੰ ਛੱਡ ਦਿਓ, ਕਿਹਨੂੰ ਛੱਡੋਗੇ? ਸਰੀਰ ਵੀ ਤੇ ਮਾਇਆ ਹੀ ਹੈ, ਫਿਰ ਇਹਨੂੰ ਵੀ ਛੱਡ ਦਿਓ, ਇਹ ਕਾਹਨੂੰ ਚੁੱਕੀ ਫਿਰਦੇ ਆ? ਜੇ ਮਾਇਆ ਹੈ ਜਗਤ ਤੇ ਲੋਕਾਂ ਪਾਸੋਂ ਰੋਟੀਆਂ ਮੰਗ ਕੇ ਕਿਉਂ ਖਾਂਦੇ ਬਈ? ਉਹ ਤਾਂ ਕਹਿੰਦੇ ਜੀ ਮਾਇਆ ਅਸੀਂ ਹੱਥ ਨਹੀਂ ਲਾਉਣਾ, ਤੇ ਲੋਕਾਂ ਪਾਸੋਂ ਰੋਟੀਆਂ ਮੰਗ ਕੇ ਕਿਉਂ ਖਾਂਦੇ ਹੋ? ਫਿਰ ਜੇ ਮਾਇਆ ਹੀ ਹੈ ਤਾਂ ਉਹ ਵੀ ਤੇ ਮਾਇਆ ਹੀ ਹੈ। ਮਾਇਆ ਤੋਂ ਬਿਨਾਂ ਅਸੀਂ ਜਿਉ ਨਹੀਂ ਸਕਦੇ। ਇਹ ਮਾਇਆ ਪ੍ਰਮਾਤਮਾ ਨੇ ਸਾਡੀ ਜ਼ਿੰਦਗੀ ਲਈ ਬਣਾਈ ਹੈ, ਪਰ ਉਹਦੇ ਲਈ ਕੋਈ ਸ਼ਰਤ ਹੈ। ਹਰ ਚੀਜ਼ ਦਾ ਕੋਈ ਡਿਸਪਲਿਨ ਹੁੰਦਾ ਹੈ, ਹਰ ਚੀਜ਼ ਦਾ ਕੋਈ ਨਾ ਕੋਈ ਸਿਸਟਮ ਹੁੰਦਾ ਹੈ। ਬੇੜੀ ਜਿਹੜੀ ਆ ਉਹ ਪਾਣੀ ਤੋਂ ਬਿਨਾਂ ਤਰ ਨਹੀਂ ਸਕਣੀ। ਬੇੜੀ ਪਾਣੀ ਤੇ ਹੀ ਤਰੇਗੀ ਨਾ, ਪਾਣੀ ਤੋਂ ਬਿਨਾਂ ਬੇੜੀ ਕਿੱਦਾਂ ਤਰੇਗੀ? ਰੇਤ ਵਿੱਚ ਨਹੀਂ ਤਰ ਸਕਦੀ ਬੇੜੀ। ਬੇੜੀ ਨੂੰ ਜੇ ਤਾਰਨਾ ਹੈ ਤੇ ਉਹਦੇ ਲਈ ਪਾਣੀ ਹੋਣਾ ਚਾਹੀਦਾ ਹੈ। ਪਾਣੀ ਹੋਣਾ ਚਾਹੀਦਾ, ਪਰ ਇੱਕ ਸ਼ਰਤ ਹੈ ਕਿ ਉਹ ਪਾਣੀ ਬੇੜੀ ਵਿੱਚ ਨਹੀਂ ਪੈਣਾ ਚਾਹੀਦਾ। ਜੇ ਪਾਣੀ ਬੇੜੀ ਵਿੱਚ ਪੈ ਗਿਆ, ਬੇੜੀ ਡੁੱਬ ਜਾਏਗੀ, ਤਾਂ ਵੀ ਨਹੀਂ ਤਰ ਸਕੇਗੀ। ਜੇ ਪਾਣੀ ਨਹੀਂ ਹੋਵੇਗਾ, ਬੇੜੀ ਤਾਂ ਵੀ ਨਹੀਂ ਤਰ ਸਕੇਗੀ। ਜੇ ਮਾਇਆ ਨਹੀਂ ਹੋਵੇਗੀ ਤੇ ਅਸੀਂ ਨਹੀਂ ਜੀਉ ਸਕਾਂਗੇ। ਮਾਇਆ ਗੁਜਰਾਨ ਹੈ, ਮਾਇਆ ਤੋਂ ਬਿਨਾਂ ਅਸੀਂ ਨਹੀਂ ਜੀਉ ਸਕਦੇ, ਇੱਕ ਛਿਨ ਵੀ ਨਹੀਂ ਜੀਉ ਸਕਦੇ। ਲੇਕਿਨ ਮਾਇਆ ਜਿਹੜੀ ਆ ਉਹ ਸਾਡੀ ਸੁਰਤ 'ਚ ਨਹੀਂ ਵਸਣੀ ਚਾਹੀਦੀ। ਜਦੋਂ ਮਾਇਆ ਸੁਰਤ 'ਚ ਵਸ ਗਈ, ਜਿਵੇਂ ਬੇੜੀ ਦੇ ਵਿੱਚ ਪਾਣੀ ਪੈ ਗਿਆ, ਬੇੜੀ ਡੁੱਬ ਗਈ, ਜਦੋਂ ਸਾਡੀ ਸੁਰਤ 'ਚ ਹੀ ਮਾਇਆ ਵਸ ਗਈ ਤੇ ਫਿਰ ਤੇ ਆਪਾਂ ਜ਼ਿੰਦਗੀ ਅੰਦਰ ਡੁੱਬਾਂਗੇ। ਗੁਰਬਾਣੀ ਕਹਿੰਦੀ ਮੈਂ ਉਹਨਾਂ ਤੋਂ ਕੁਰਬਾਨ ਜਿਹੜੇ ਇਸ ਮੋਹ ਮਾਇਆ ਵਿੱਚ ਰਹਿੰਦੇ ਆ, ਗੁਰੂ ਕੀ ਬਾਣੀ ਰਾਹੀਂ ਪਰਮਾਤਮਾ ਦੇ ਪਿਆਰ 'ਚ ਜੁੜ ਗਏ, ਜਿਨ੍ਹਾਂ ਨੇ ਜ਼ਿੰਦਗੀ ਦੀ ਮਹਾਨਤਾ ਨੂੰ ਜਾਣਿਆ, ਉਹ ਮਹਾਨ ਬਣ ਗਏ। ਸਤਿਗੁਰੂ ਗੁਰੂ ਅਮਰਦਾਸ ਜੀ ਉਹਨਾਂ ਦੀ ਕੀਰਤੀ ਕਰਦੇ ਆ। ਸਾਨੂੰ ਵੀ ਜਿਵੇਂ ਆਪਣੀ ਜ਼ਿੰਦਗੀ ਨੂੰ ਸਵਾਰਨ ਜਾਂ ਜ਼ਿੰਦਗੀ ਅੰਦਰ ਵਾਹਿਗੁਰੂ ਜੀ ਦੇ ਪਿਆਰ ਜੁੜਨ ਦੀ ਪ੍ਰੇਰਣਾ ਕਰ ਰਹੇ ਨੇ, ਆਓ ਆਪਾਂ ਮਿਲ ਕੇ ਗੁਰੂ ਕੇ ਇਸ ਪਵਿੱਤਰ ਮੁੱਖ ਵਾਕ ਦੀ ਵਿਚਾਰ ਸਾਂਝੀ ਕਰੀਏ। ਸਤਿਗੁਰੂ ਜੀ ਦੇ ਪਿਆਰ 'ਚ ਜੁੜਦੇ ਹਾਂ, ਮਨ ਬਿਰਤੀਆਂ ਨੂੰ ਟਿਕਾਉਣ ਦੇ ਲਈ ਇਕਾਗਰ 'ਚ ਧੋ ਕੇ ਮੁਖ ਤੋਂ ਸਾਰੇ ਹੀ ਉਚਾਰਨ ਕਰੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਮਾਝ ਮਹੱਲਾ ਤੀਜਾ। ਹਉ ਵਾਰੀ ਜੀਉ ਵਾਰੀ, ਗੁਰ ਕੀ ਬਾਣੀ ਮਨ ਵਸਾਵਣਿਆ। ਮਾਝ ਰਾਗ ਵਿੱਚ ਗੁਰੂ ਅਮਰਦਾਸ ਜੀ ਮਹਾਰਾਜ ਦਾ ਇਹ ਪਾਵਨ ਪਵਿੱਤਰ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 112 ਅਤੇ 13 ਤੇ ਅੰਕਿਤ ਹੈ। ਇਹ ਜੋ ਪਾਵਨ ਪੰਕਤੀਆਂ ਭਾਈ ਸਾਹਿਬ ਜੀ ਆਪ ਜੀ ਨੂੰ ਸੁਣਾ ਰਹੇ ਨੇ, ਇਹ ਸ਼ਬਦ ਦੀਆਂ ਰਹਾਉ ਵਾਲੀਆਂ ਪੰਕਤੀਆਂ ਨੇ। ਰਹਾਉ ਦੇ ਅੰਦਰ ਸ਼ਬਦ ਦਾ ਜੋ ਕੇਂਦਰੀ ਭਾਵ ਹੁੰਦਾ, ਜਿਹਨੂੰ ਆਪਾਂ ਸੈਂਟਰਲ ਆਈਡੀਆ ਕਹਿੰਦੇ, ਉਹ ਅੰਕਿਤ ਹੁੰਦਾ। ਸਤਿਗੁਰੂ ਜੀ ਕਹਿੰਦੇ ਹਉ ਵਾਰੀ ਜੀਉ ਵਾਰੀ, ਗੁਰਬਾਣੀ ਸੁਣ ਮਨ ਵਸਾਵਣਿਆ। ਸਤਿਗੁਰੂ ਜੀ ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਹਾਂ ਜਿਹੜੇ ਬਾਣੀ ਮਨ ਵਸਾਵ, ਗੁਰ ਕੀ ਬਾਣੀ ਮਨ ਵਸਾਵਣਿਆ, ਜਿਨ੍ਹਾਂ ਨੇ ਗੁਰੂ ਕੀ ਬਾਣੀ ਨੂੰ ਮਨ ਵਿੱਚ ਵਸਾਇਆ ਹੈ। ਭਾਵ ਗੁਰਬਾਣੀ ਨੂੰ ਸੁਣ ਕੇ ਉਹ ਸੰਸਾਰ ਜ਼ਿੰਦਗੀ ਬਤੀਤ ਕੀਤੀ ਹੈ। ਸਤਿਗੁਰੂ ਜੀ ਨੇ ਸਾਡੇ ਤੇ ਬੜੀ ਕਿਰਪਾ ਕਰਕੇ ਸਾਨੂੰ ਇਹ ਬਾਣੀ ਦੀ ਦਾਤ ਬਖਸ਼ਿਸ਼ ਕੀਤੀ ਹੈ। ਬਾਣੀ ਦਾ ਅਰਥ ਰੱਬ ਦੀ ਸਿਫਤ ਸਲਾਹ ਵੀ ਹੈ। ਬਾਣੀ ਨਾਲੋਂ ਟੁੱਟ ਜਾਵਾਂਗੇ, ਸਾਡੀ ਜ਼ਿੰਦਗੀ ਅਕਾਰਥ ਹੈ। ਬਹੁਤ ਲੋਕੀ ਪਤਾ ਕੀ ਕਹਿੰਦੇ ਨੇ, ਬਾਣੀ ਸੁਣਨਾ ਕੀ ਹੋ ਜਾਏਗਾ, ਬਾਣੀ ਪੜ੍ਹਨ ਨਾਲ ਕੀ ਹੋ ਜਾਏਗਾ। ਉਹਨਾਂ ਨੂੰ ਤੁਸੀਂ ਪੁੱਛੋ ਕਿ ਤੁਹਾਨੂੰ ਕੋਈ ਬੰਦਾ ਰੋਜ਼ ਹੀ ਗਾਲਾਂ ਕੱਢੀ ਜਾਏ, ਮਾੜੀਆਂ ਗੱਲਾਂ ਕਰੀ ਜਾਏ, ਕੀ ਹੋ ਜਾਏਗਾ? ਸੁਣੀ ਜਾਓ ਤੁਸੀਂ, ਕੀ ਹੋ ਜਾਏਗਾ? ਮਾੜਾ ਜਿਹਾ ਸਾਨੂੰ ਕੋਈ ਬੁਰਾ ਕਹਿੰਦਾ ਹੈ ਨਾ, ਸਾਨੂੰ ਝੱਟ ਗੁੱਸਾ ਆ ਜਾਂਦਾ ਹੈ। ਉਹਨੇ ਸਾਨੂੰ ਵੱਟਾ ਤਾਂ ਨਹੀਂ ਮਾਰਿਆ, ਉਹਨੇ ਤਾਂ ਕੋਈ ਲਫ਼ਜ਼ ਕਹੇ ਨੇ, ਉਹਨਾਂ ਨੂੰ ਸੁਣ ਕੇ ਗੁੱਸੇ 'ਚ ਹੋ ਗਏ। ਕਿਉਂ ਉਹਨੇ ਗੁੱਸੇ 'ਚ? ਕਿਉਂ ਉਹ ਲਫ਼ਜ਼ ਜਿਹੜੇ ਨੇ ਸਾਡੇ ਮਨ 'ਤੇ ਅਸਰ ਪਾਉਂਦੇ ਨੇ।
ਕਿਸੇ ਨੇ ਸਾਡੀ ਥੋੜੀ ਜੀ ਸਿਫਤ ਕੀਤੀ, ਵਡਿਆਈ ਕੀਤੀ, ਅਸੀਂ ਬੜੇ ਖੁਸ਼ ਹੋ ਜਾਂਦੇ ਹਾਂ। ਫਿਰ ਅਸੀਂ ਐ ਬੜੇ ਚਾਅ ਨਾਲ ਫਿਰਦੇ, ਉਹਨੂੰ ਬੜਾ ਚੰਗਾ ਗਿਣਦੇ ਹਾਂ। ਦਿੱਤਾ ਤੇ ਉਹਨੇ ਕੁਝ ਨਹੀਂ, ਉਹਨੇ ਸਿਰਫ ਕਹਿਤਾ ਜੀ ਤੁਸੀਂ ਬੜੇ ਵਿਦਵਾਨ ਹੋ, ਤੁਸੀਂ ਬੜੇ ਸੇਵਾਦਾਰ ਹੋ। ਅਸੀਂ ਬੜੇ ਚਾਅ ਨਾਲ ਭਰ ਜਾਂਦੇ ਹਾਂ। ਦਿੱਤਾ ਤੇ ਉਹਨੇ ਕੁਝ ਨਹੀਂ ਹੈ। ਲਫ਼ਜ਼ ਜਿਹੜੇ ਨੇ ਮਨੁੱਖ ਦੇ ਮਨ ਤੇ ਅਸਰ ਪਾਉਂਦੇ ਨੇ। ਤੁਸੀਂ ਬੁਰੀਆਂ ਗੱਲਾਂ ਸੁਣੀ ਜਾਓਗੇ, ਸੁਣੀ ਜਾਓ, ਬੁਰੇ ਬਣ ਜਾਓਗੇ। ਜੇ ਰੋਜ਼ ਬਾਣੀ ਪੜਾਂਗੇ, ਰੋਜ਼ ਰੱਬ ਦੀ ਸਿਫਤ ਸਲਾਹ ਕਰਾਂਗੇ, ਉਹ ਗੁਰਬਾਣੀ ਸਾਡੇ ਅੰਦਰ ਪ੍ਰਭਾਵ ਪਾਏਗੀ, ਰੱਬ ਦੇ ਗੁਣ ਸਾਡੇ ਅੰਦਰ ਵਸਦੇ ਜਾਣਗੇ। ਔਰ ਸਤਿਗੁਰੂ ਸਾਹਿਬ ਜੀ ਕਹਿੰਦੇ ਕਿ ਜਿਨ੍ਹਾਂ ਨੇ ਬਾਣੀ ਨੂੰ ਭੁਲਾ ਦਿੱਤਾ, ਜਿਨ੍ਹਾਂ ਨੇ ਬਾਣੀ ਸੁਣੀ ਨਹੀਂ, ਜਿਨ੍ਹਾਂ ਨੇ ਬਾਣੀ ਨੂੰ ਵਿਸਾਰ ਦਿੱਤਾ, ਉਹਨਾਂ ਦੀ ਹਾਲਤ ਪਤਾ ਕੀ ਹੁੰਦੀ ਹੈ? ਜਿਉ ਤਪਤ ਹੈ ਬਾਰੋ ਬਾਰ, ਤਬ ਤਬ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਜਿਸ ਮਨੁੱਖ ਦੇ ਹਿਰਦੇ 'ਚੋਂ ਬਾਣੀ, ਰੱਬ ਦੀ ਗੱਲ, ਰੱਬ ਦੀ ਸਿਫਤ ਸਲਾਹ ਭੁੱਲ ਗਈ, ਉਹ ਤੇ ਪਤਾ ਕਿੱਦਾਂ ਤੜਫਦਾ ਹੈ, ਜਿਵੇਂ ਕੋੜ ਦਾ ਰੋਗੀ। ਹੁਣ ਕਿੱਦਾਂ ਤੜਫਦਾ? ਕਿਸੇ ਨੇ ਮਾੜਾ ਜਿਹਾ ਕਿਹਾ, ਮਾੜੀ ਗੱਲ ਕਹੀ, ਜਾਂ ਸਾਡੇ ਅੰਦਰ ਕੋਈ ਬੁਰੀ ਗੱਲ ਆਈ, ਅੰਦਰੋਂ ਅਸੀਂ ਤੜਫਣ ਲੱਗ ਪਏ, ਸਾਡੇ ਅੰਦਰ ਤਪਸ ਪੈਦਾ ਹੋ ਗਈ, ਸਾਡੇ ਅੰਦਰ ਵਿਕਾਰ ਪੈਦਾ ਹੋ ਗਏ, ਸਾਡੇ ਅੰਦਰ ਗੁੱਸਾ ਪੈਦਾ ਹੋ ਗਿਆ। ਆ ਕਹਿੰਦੇ ਨਹੀਂ ਕੋਈ ਨਰਕਾਂ ਦੀ ਅੱਗ ਹੈ। ਜਿਹੜੇ ਨਰਕਾਂ 'ਚ ਗਏ ਉਹਨਾਂ ਤੇ ਆ ਕੇ ਦੱਸਿਆ ਨਹੀਂ ਕਿ ਉੱਥੇ ਅੱਗ ਬਲਦੀ ਕਿ ਨਹੀਂ ਬਲਦੀ। ਜਿੰਨੇ ਲੋਕ ਅੱਜ ਤੱਕ ਤੁਹਾਡੇ ਸਾਡੇ ਬਜ਼ੁਰਗ ਗਏ ਨੇ, ਕਿਸੇ ਨੇ ਆ ਕੇ ਦੱਸਿਆ ਕਿ ਉੱਥੇ ਕੀ ਹੈ? ਉਹ ਤੇ ਆਏ ਹੀ ਨਹੀਂ, ਉੱਥੋਂ ਕੋਈ ਟੈਲੀਫੋਨ ਵੀ ਨਹੀਂ ਆਇਆ ਕਿ ਅੱਗੇ ਕੀ ਹੁੰਦਾ ਹੈ। ਅਸੀਂ ਉੱਥੇ ਗਏ ਨੇ, ਅਸੀਂ ਜਾਵਾਂਗੇ ਤੇ ਸਾਨੂੰ ਆਉਣ ਦਾ ਮੌਕਾ ਹੀ ਨਹੀਂ ਮਿਲਣਾ। ਫਿਰ ਕਿਵੇਂ ਪਤਾ ਕਿ ਅੱਗੇ ਨਰਕਾਂ ਦੀ ਅੱਗ ਹੈ? ਬਈ ਦਰਅਸਲ ਉਹ ਨਰਕਾਂ ਦੀ ਅੱਗ ਐਸੇ ਜ਼ਿੰਦਗੀ 'ਚ ਹੈ। ਸਾਡੇ ਅੰਦਰ ਜਿਹੜੀ ਚਿੰਤਾ ਹੈ, ਇਹ ਨਰਕਾਂ ਦੀ ਅੱਗ ਹੈ। ਸਾਡੇ ਅੰਦਰ ਜਿਹੜਾ ਕ੍ਰੋਧ ਹੈ, ਗੁੱਸਾ ਹੈ, ਇਹ ਨਰਕਾਂ ਦੀ ਅੱਗ ਹੈ। ਇਹ ਸਾਨੂੰ ਅੰਦਰੋਂ ਸਾੜਦਾ ਹੈ। ਉਹ ਅੱਗ ਕਿਹੋ ਜਿਹੀ, ਉਹ ਤੇ ਉੱਥੇ ਜਾ ਕੇ ਪਤਾ ਲੱਗੇਗਾ। ਲੇਕਿਨ ਇਹ ਅੱਗ ਬੜੀ ਭਿਆਨਕ ਹੈ। ਇਸ ਅੱਗ ਦੇ ਵਿੱਚ ਜੀਉ ਤਪਤ ਹੈ ਬਾਰੋ ਬਾਰ, ਤਬ ਤਬ ਖਪੇ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਜਿਸ ਮਨੁੱਖ ਦੇ ਅੰਦਰੋਂ ਰੱਬ ਦੀ ਸਿਫਤ ਸਲਾਹ ਵਾਲੀ ਬਾਣੀ ਭੁੱਲ ਗਈ ਨਾ, ਉਹ ਬੰਦਾ ਤੇ ਇਵੇਂ ਤਪਦਾ ਹੈ ਜਿਵੇਂ ਕੋੜ ਦਾ ਰੋਗੀ ਨਹੀਂ ਦੁਖੀ ਹੁੰਦਾ, ਇਵੇਂ ਉਹ ਦੁਖੀ ਹੁੰਦਾ ਹੈ। ਪਰ ਜਿਹਦੇ ਅੰਦਰ ਬਾਣੀ ਵਸ ਜੇ, ਉਹਦੀ ਕੀ ਗੱਲ ਹੁੰਦੀ ਹੈ? ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਜਿੱਥੇ ਬਾਣੀ ਆ ਗਈ, ਉਹਨੇ ਸਾਰੀਆਂ ਚਿੰਤਾਵਾਂ ਮਿਟਾ ਦਿੱਤੀਆਂ। ਹੁਣ ਅਸੀਂ ਬਾਣੀ ਪੜ੍ਹਦੇ, ਮਾਨੋ ਕਿ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕੇ ਭਗਵਾਨ, ਜਿਸ ਕੈ ਦੀਏ ਰੇ ਅਗਾਏ, ਬੌੜ ਨਾ ਤ੍ਰਿਸ਼ਨਾ ਲਾਗੇ ਆਏ। ਜਦੋਂ ਸਾਡੇ ਅੰਦਰ ਇਹ ਗੱਲ ਵਸ ਗਈ ਤੇ ਅੰਦਰੋਂ ਕਿੰਨੇ ਸੈਟੀਸਫਾਈ ਹੋ ਗਏ ਅਸੀਂ ਕਿ ਰੋਟੀ ਤੇ ਰੱਬ ਨੇ ਦੇਣੀ, ਬੰਦੇ ਨੇ ਥੋੜ੍ਹੋ ਦੇਣੀ ਹੈ। ਜਦੋਂ ਇਹ ਗੱਲ ਸਾਡੇ ਅੰਦਰ ਵਸ ਗਈ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸੀ ਹੈ, ਕਿੰਨੇ ਸੁਖੀ ਹੋ ਜਾਵਾਂਗੇ। ਜਦੋਂ ਇਹ ਗੱਲ ਸਾਡੇ ਅੰਦਰ ਵਸ ਗਈ ਕਿ ਸ਼ੈਲ ਪੱਥਰ ਮੈਂ ਜੰਤੂ ਪਾਏ, ਤਾਂ ਕਾ ਰਿਜ਼ਕ ਆਗੇ ਕਰ ਧਰਿਆ, ਕਿੰਨੇ ਅੰਦਰੋਂ ਸੁਖੀ ਹੋ ਜਾਵਾਂਗੇ। ਅੰਦਰ ਚਿੰਤਾ ਹੈ ਨਾ, ਉਹ ਚਿੰਤਾ ਖਤਮ ਹੋ ਜਾਏਗੀ। ਜਿਸ ਅੰਦਰ ਬਾਣੀ ਵਸ ਗਈ, ਉਹ ਸਾਰੀਆਂ ਚਿੰਤਾਵਾਂ ਤੋਂ ਮੁਕਤ ਹੋ ਜਾਂਦਾ ਹੈ। ਜਿਹਨੂੰ ਬਾਣੀ ਭੁੱਲ ਗਈ, ਉਹ ਤੇ ਅੰਦਰੋਂ ਚਿੰਤਾ ਨਾਲ, ਕ੍ਰੋਧ ਨਾਲ, ਹੰਕਾਰ ਨਾਲ ਤੜਫਦਾ ਰਹਿੰਦਾ ਹੈ। ਇਸੇ ਕਰਕੇ ਸਾਨੂੰ ਸਤਿਗੁਰੂ ਜੀ ਨੇ ਪਤਾ ਕੀ ਕਿਹਾ ਕਿ ਗਾਵੋ ਸੱਚੀ ਬਾਣੀ, ਆਵੋ ਸਿੱਖ ਸਤਿਗੁਰ ਕੇ ਪਿਆਰਿਓ। ਗਾਵੋ ਸੱਚੀ ਬਾਣੀ, ਆਵੋ ਸਿੱਖ ਸਤਿਗੁਰ ਕੇ ਪਿਆਰਿਓ। ਗਾਵੋ ਸੱਚੀ ਗੁਰੂ ਅਮਰਦਾਸ ਜੀ ਕਹਿੰਦੇ, ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਗੁਰੂ ਕੀ ਬਾਣੀ, ਹੋਰ ਬੜੇ ਨੇ ਬਾਣੀਆਂ ਵਾਲੇ, ਸਤਿਗੁਰ ਬਿਨਾ ਹੋਰ ਕੱਚੀ ਹੈ ਬਾਣੀ। ਗੁਰੂ ਕੀ ਬਾਣੀ ਗਾਇਆ ਕਰੋ, ਪੜ੍ਹਿਆ ਕਰੋ, ਸੁਣਿਆ ਕਰੋ। ਜਿਨ੍ਹਾਂ ਨੇ ਬਾਣੀ ਨੂੰ ਸੁਣਿਆ, ਜਿਨ੍ਹਾਂ ਨੇ ਬਾਣੀ ਨੂੰ ਹਿਰਦੇ 'ਚ ਵਸਾਇਆ, ਸਤਿਗੁਰੂ ਜੀ ਕਹਿੰਦੇ ਤੇ ਬਾਣੀ ਦਾ ਰੂਪ ਹੀ ਬਣ ਜਾਂਦੇ ਨੇ। ਬਾਣੀ ਸਾਡੇ ਅੰਦਰੋਂ ਮੈਲ ਉਤਾਰਦੀ ਹੈ। ਗੁਰਬਾਣੀ ਸੁਣ ਮੈਲ ਗਵਾਏ। ਗੁਰਬਾਣੀ ਸਾਡੇ ਅੰਦਰ ਚਾਨਣ ਕਰਦੀ ਹੈ, ਪ੍ਰਗਾਸ ਕਰਦੀ, ਗਿਆਨ ਕਰਦੀ। ਗੁਰਬਾਣੀ ਇਸ ਜਗ ਮੈਂ ਚਾਨਣ, ਗੁਰਬਾਣੀ ਸਾਡੇ ਅੰਦਰ ਚਾਨਣ ਕਰਦੀ, ਸੋਝੀ ਦਿੰਦੀ ਹੈ ਗੁਰਬਾਣੀ। ਇਸ ਕਰਕੇ ਸਤਿਗੁਰੂ ਜੀ ਕਹਿੰਦੇ, ਮੈਂ ਉਹਨਾਂ ਤੋਂ ਕੁਰਬਾਨ ਹਾਂ ਭਾਈ ਜਿਨ੍ਹਾਂ ਨੇ ਗੁਰੂ ਕੀ ਬਾਣੀ ਨੂੰ ਮਨ 'ਚ ਵਸਾਇਆ। ਇੱਕ ਤਾਂ ਹੈ ਮੁੱਖ ਤੋਂ ਪੜ੍ਹਨਾ, ਪਹਿਲਾ ਪੜਾਅ ਮੁੱਖ ਤੋਂ ਪੜ੍ਹਨਾ ਹੀ ਹੈ। ਮੁੱਖ ਤੋਂ ਪੜ੍ਹਨਾ ਬਹੁਤ ਜ਼ਰੂਰੀ ਹੈ। ਫਿਰ ਬਾਣੀ ਨੂੰ ਸੁਣਨਾ, ਇੱਕ ਤੇ ਗੁਰੂ ਕੀ ਹਜ਼ੂਰੀ 'ਚ ਬੈਠ ਕੇ ਸੁਣ ਰਹੇ ਹਾਂ, ਇੱਕ ਜਦੋਂ ਅਸੀਂ ਆਪ ਪੜ੍ਹਦੇ ਉਹਨੂੰ ਵੀ ਸੁਣਨਾ, ਉਹਦੇ ਵਿੱਚ ਸੁਰਤ ਜੋੜਨੀ ਹੈ। ਜਦੋਂ ਅਸੀਂ ਸੁਣ ਕੇ ਉਹਨੂੰ ਮਨ 'ਚ ਵਸਾ ਲਿਆ, ਸਤਿਗੁਰੂ ਸਾਹਿਬ ਜੀ ਕਹਿੰਦੇ ਜਿਸ ਮਨੁੱਖ ਦੇ ਮਨ 'ਚ ਬਾਣੀ ਵਸ ਗਈ, ਉਹ ਤੇ ਮਨੁੱਖ ਬੜਾ ਮਹਾਨ ਹੈ।
ਉਹਦੇ ਤੇ ਵਾਹਿਗੁਰੂ ਜੀ ਦੀ ਬਖਸ਼ਿਸ਼ ਹੋ ਗਈ ਹੈ। ਇਸ ਕਰਕੇ ਗੁਰੂ ਅਮਰਦਾਸ ਜੀ ਕਹਿੰਦੇ ਮੈਂ ਉਹਨਾਂ ਤੋਂ ਵਾਰ-ਵਾਰ ਕੁਰਬਾਨ ਜਾਂਦਾ ਹਾਂ ਜਿਨ੍ਹਾਂ ਨੇ ਗੁਰੂ ਕੀ ਬਾਣੀ ਨੂੰ ਸੁਣ ਕੇ ਮਨ ਵਿੱਚ ਵਸਾ ਲਿਆ ਹੈ। ਅੰਜਨ ਮਾਹੇ ਨਿਰੰਜਨ ਪਾਇਆ, ਜੋਤੀ ਜੋਤ ਮਿਲਾਵਣਿਆ। ਜਿਨ੍ਹਾਂ ਨੇ ਬਾਣੀ ਨੂੰ ਸੁਣ ਕੇ ਮਨ 'ਚ ਵਸਾਇਆ। ਅੰਜਨ ਦਾ ਅਰਥ ਹੁੰਦਾ ਹੈ ਕਾਲਖ, ਮਾਇਆ। ਇਹ ਜਗਤ ਜਿਹੜਾ ਹੈ ਨਾ, ਕਹਿੰਦੇ ਇਹ ਕਾਲਖ ਦੀ ਕੋਠੜੀ ਹੈ। ਜਗਤ ਵਿੱਚ ਮਾਇਆ ਹੀ ਮਾਇਆ ਪਸਰੀ ਪਈ ਸਾਰੇ ਪਾਸੇ। ਹੁਣ ਕਈ ਲੋਕਾਂ ਨੇ ਕਿਹਾ ਕਿ ਜੇ ਮਾਇਆ ਤੋਂ ਬਚਣਾ ਤੇ ਦੁਨੀਆ ਛੱਡ ਦਿਓ, ਕਾਰੋਬਾਰ ਛੱਡ ਦਿਓ, ਪਰਿਵਾਰ ਛੱਡ ਦਿਓ। ਲੇਕਿਨ ਪਰਿਵਾਰ ਨੂੰ ਛੱਡ ਕੇ ਤੁਸੀਂ ਮਾਇਆ ਤੋਂ ਨਹੀਂ ਬਚ ਸਕਦੇ। ਜਿੱਥੇ ਜਾਓਗੇ ਮਾਇਆ ਉੱਥੇ ਵਿਆਪਕ ਹੈ। ਮਾਇਆ ਸਾਰੇ ਥਾਵਾਂ ਤੇ ਤੁਹਾਡੇ ਨਾਲ ਹੀ ਰਹੇਗੀ। ਸਤਿਗੁਰੂ ਸਾਹਿਬ ਜੀ ਕਹਿੰਦੇ ਜਿਨ੍ਹਾਂ ਨੇ ਅੰਜਨ ਮਾਹੇ ਨਿਰੰਜਨ ਪਾਇਆ। ਅੰਜਨ ਦਾ ਅਰਥ ਮਾਇਆ। ਜਿਨ੍ਹਾਂ ਨੇ ਇਸ ਮੋਹ ਮਾਇਆ ਵਾਲੀ ਦੁਨੀਆ ਵਿੱਚ ਰਹਿੰਦਿਆਂ, ਸੰਸਾਰ 'ਚ ਰਹਿੰਦਿਆਂ, ਕਾਰੋਬਾਰ 'ਚ ਰਹਿੰਦਿਆਂ, ਗ੍ਰਸਤ ਵਿੱਚ ਰਹਿੰਦਿਆਂ ਨਿਰੰਜਨ ਜੋ ਮਾਇਆ ਦੀ ਕਾਲਖ ਤੋਂ ਰਹਿਤ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਜੋਤੀ ਜੋਤ ਮਿਲਾਵਣਿਆ। ਜਿਨ੍ਹਾਂ ਦੀ ਜੋਤ ਪਰਮਾਤਮਾ 'ਚ ਵਿਲੀਨ ਹੋ ਗਈ, ਮੈਂ ਉਹਨਾਂ ਤੋਂ ਕੁਰਬਾਨ। ਜੇ ਇਸ ਜਗਤ ਵਿੱਚ ਰਹਿ ਕੇ ਪਰਮਾਤਮਾ ਨਾਲ ਜੁੜਨਾ ਹੈ ਕਿ ਇੱਕੋ ਇੱਕ ਤਰੀਕਾ ਹੈ ਸੁਰਤ ਗੁਰਬਾਣੀ ਨਾਲ ਜੋੜੀਏ। ਇੱਕ ਬੜੀ ਪਿਆਰਾ ਸ਼ਬਦ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਵਿੱਚ, ਜਿੱਥੇ ਜਗਿਆਸੂ ਇੱਕ ਗੁਰਮੁਖ ਨੂੰ ਪੁੱਛਦਾ ਹੈ ਮੋਹ ਮਲ ਨੀਂਦ ਤੇ ਛੁਟਕੀ ਕੌਣ ਅਨੁਗ੍ਰਹ ਭਇਓਰੀ, ਮਹਾਮੋਹਨੀ ਤੁਧ ਨ ਵਿਆਪੇ ਤੇਰਾ ਆਲਸ ਕਹਾਂ ਗਇਓਰੀ, ਕਾਮ ਕ੍ਰੋਧ ਅੰਖਾਰ ਗਾਖਰੋ ਸੰਜਮ ਕੌਣ ਛੁਟਿਓਰੀ, ਸੁਰ ਨਰ ਅਸੁਰ ਦੇਵ ਤ੍ਰੈ ਗੁਨੀਆਂ ਸਗਲੋ ਭਵਨ ਲੁਟਿਓਰੀ। ਪੁੱਛਦੀ ਹੈ ਇੱਕ ਜਗਿਆਸੂ ਜੀਵ ਰੂ ਇਸਤਰੀ ਦੂਜੇ ਗੁਰਮੁਖ ਨੂੰ ਕਿ ਭੈਣੇ ਆ ਮੋਹ ਮਲਨ ਨੀਂਦ ਤੇ ਛੁਟਕੀ, ਤੇਰੀ ਜ਼ਿੰਦਗੀ ਤੇ ਮਾਇਆ ਦੀ ਮਲੀਨਤਾ ਦਾ ਅਸਰ ਹੀ ਕੋਈ ਨਹੀਂ ਹੈ। ਮਾਇਆ ਤੇਰੇ ਤੇ ਪ੍ਰਭਾਵ ਹੀ ਕੋਈ ਨਹੀਂ ਪਾਉਂਦੀ। ਤੂੰ ਕਿਹੜੀ ਜੁਗਤ ਸਿੱਖੀ ਹੈ? ਇਹ ਕਾਮ ਕ੍ਰੋਧ ਲੋਭ ਹੰਕਾਰ ਤੋਂ ਬਚਣਾ ਬੜਾ ਔਖਾ ਹੈ। ਤੂੰ ਕਿਵੇਂ ਬਚੀ ਹੈ? ਵੱਡੇ ਵੱਡੇ ਦੇਵਤਿਆਂ ਦਾ ਇਤਿਹਾਸ ਪੜ੍ਹ ਕੇ ਦੇਖ ਲਓ ਵੀ ਗੁੱਸੇ 'ਚ ਆ ਕੇ ਸ਼ਰਾਪ ਦੇ ਦਿੰਦੇ ਨੇ। ਉਹਨਾਂ ਦੀਆਂ ਵੀ ਕਹਾਣੀਆਂ ਭਰੀਆਂ ਪਈਆਂ ਨੇ ਇਹੋ ਜਿਹੀਆਂ ਗੱਲਾਂ ਦੇ ਨਾਲ। ਸਾਰੀ ਦੁਨੀਆ ਲੁੱਟੀ ਗਈ ਇਹਨਾਂ ਦੇ ਵਿਕਾਰਾਂ ਦੇ ਹੱਥੋਂ, ਪਰ ਤੁਸੀਂ ਕਿਵੇਂ ਬਚੇ? ਤੁਹਾਨੂੰ ਕੀ ਰਸਤਾ ਮਿਲਿਆ? ਦੇਖੋ ਜਗਿਆਸੂ ਨੇ ਉੱਤਰ ਪਤਾ ਕਿ ਦਿੱਤਾ, ਕਾਜਲ ਕੋਟ ਮੈਂ ਭਈ ਨਾ ਕਾਰੀ, महामंत्र गुर सुनियो री। मैं गुरु का मंत्र सुनिया है, वो गुरु का शब्द सुनिया, वो गुरु के शब्द के सदका ए जी मोह माया है ना, इदों तो मैं बच गया, निर्लेप रह गया। गुरबाणी कहनी कि इस जगत विच रह के सतगुरु जी जदों सिद्धां नूं मिले ना, गुरु ग्रंथ साहिब जी की एक पवित्र बाणी है सिद्ध गोष्ठ, बड़ी प्यारी बाणी, बड़ी ज्ञान भरपूर बाणी है। सिद्धां ने बड़े बड़े कीमती सवाल सतगुरु सच्चे पातशाह जी ते कीते। सिद्धो लोग सन जिहड़े कहंदे दुनिया मिथ्या है, नासवंत है, छड़ दिओ जंगलों च बैठ जाओ। ते इहो जिहे लोगों की प्रेरणा नाल ना वड्डे वड्डे सियाणे लोग राज भाग छड़ के जंगलों वाल नूं तुर पे। अपने मुल्क की ये त्रासदी रही कि सियाणे सियाणे लोग जिम्मेवारियां तो भज के जंगलों वाल नूं जाने शुरू हो गए। गुरु साहब जी आए, उन्होंने बख्शिश की। सिद्धां दी जदों गलबात हुई ना, सिद्धां दा एक सवाल सी पहले ही कि तुसीं कहंदे दुनिया च रहो, तुसीं कहंदे माया च रहो। बाबा नानक जी ये दुनिया च रह के माया तो बचना तो बड़ा औखा है। दुनिया च रह के चिंता तो बचना, दुनिया च रह के हंकार तो बचना, दुनिया च रह के विकारां तो बुराइयां तो बचना बड़ा औखा है। ये तो इवें है जिवें कोई समुद्र च वड़े, ये समुद्र च रह के कहे जी हुण लहरां ना उठण, झक्खड़ ना चुलण, ये तो बड़ा औखा है। बंदा घिर जांदा है समुद्र च वड़ के। इस दुनिया नूं समुंदर किया है सतपुरखा ने। सिद्धां दा सवाल सी दुनिया सागर दुत्तर कही है, क्यों कर पाइए पारो। बाबा नानक जी दुनिया ते बड़ा भयानक समुंदर है, ਇਹਦੇ ਵਿੱਚੋਂ ਕਿਵੇਂ ਬਾਹਰ ਨਿਕਲ ਸਕਦੇ? ਤੇ ਬੜੇ ਝੱਖੜ ਝੁੱਲ ਰਹੇ ਨੇ, ਬੜੀਆਂ ਘੁੰਮਣ ਘੇਰੀਆਂ ਨੇ, ਬੜੀਆਂ ਲਹਿਰਾਂ ਨੇ, ਇਹਦੇ 'ਚ ਰਹਿ ਕੇ ਤੇ ਬੰਦਾ ਘਿਰ ਜਾਂਦਾ ਹੈ। ਇਸੇ ਕਰਕੇ ਲੋਕ ਜ਼ਿੰਮੇਵਾਰੀਆਂ ਤੋਂ ਭੱਜਦੇ ਜੰਗਲਾਂ ਨੂੰ ਭੱਜ ਗਏ ਕਿ ਪਰਿਵਾਰ 'ਚ ਰਹਿ ਕੇ ਤੇ ਬੰਦਾ ਘਿਰ ਜਾਂਦਾ ਹੈ, ਚਿੰਤਾਵਾਂ 'ਚ ਫਸ ਜਾਂਦਾ ਹੈ। सतगुरु नानक साहब जी ने कहते कि किदां रिहा जा सकता, क्यों कर पाइए पारो, इस समुद्र चो किवें पार उतरिया जा सकता है। सतगुरु जी ने बड़े प्यारे बचन कि सिद्धो कभी मुरगाबी देखी है, वो भी तो पानी च ही रहिंदी है। जिन्नियां मर्जी पानी दीयां लहरां होण उहदे ते कोई असर नहीं, पानी उहनूं गिलिया ही नहीं कर सकदा, डोब ही नहीं सकदा। कमल पानी च रह के पानी तो वखरा रहिंदा है। जैसे जल में कमल निरालम
ਮੁਰਗਾਈ ਨਿਸ਼ਾਨੈ ਸ਼ਬਦ ਸੁਰਤ ਭਵ ਸਾਗਰ ਤਰੀਐ ਨਾਨਕ ਨਾਮ ਵਖਾਣੈ। ਸਿੱਧੋ ਜਿਵੇਂ ਮੁਰਗਾਬੀ ਪਾਣੀ 'ਚ ਰਹਿੰਦੀ ਹੈ, ਜਿਵੇਂ ਕਮਲ ਪਾਣੀ 'ਚ ਰਹਿੰਦਾ ਹੈ, ਤਿਵੇਂ ਜੇ ਰਹਿਣਾ ਨੇ ਇਸ ਜਗਤ ਵਿੱਚ ਗੁਰੂ ਕੇ ਸ਼ਬਦ ਵਿੱਚ ਸੁਰਤ ਜੋੜ ਕੇ, ਸ਼ਬਦ ਸੁਰਤ, ਸ਼ਬਦ ਵਿੱਚ ਸੁਰਤ ਜੋੜ ਕੇ ਨਾਮ ਵਖਾਣੇ, ਨਾਮ ਦਾ ਸਿਮਰਨ ਕਰੋ। ਗੁਰੂ ਕੇ ਸ਼ਬਦ ਰਾਹੀਂ ਪ੍ਰਮਾਤਮਾ ਦੇ ਪਿਆਰ ਵਿੱਚ ਜੁੜੋ, ਗੁਰਬਾਣੀ ਰਾਹੀਂ ਪ੍ਰਮਾਤਮਾ ਦੇ ਪਿਆਰ ਜੁੜੋ। ਗੁਰਬਾਣੀ ਤੁਹਾਨੂੰ ਪ੍ਰਮਾਤਮਾ ਦਾ ਗਿਆਨ ਦੇਵੇਗੀ, ਗੁਰਬਾਣੀ ਤੁਹਾਨੂੰ ਔਗਣਾ ਤੋਂ ਸੁਚੇਤ ਕਰੇਗੀ, ਗੁਰਬਾਣੀ ਜ਼ਿੰਦਗੀ ਅੰਦਰ ਜਿਉਣ ਦੀ ਜਾਂਚ ਦੱਸੇਗੀ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਗੁਰਬਾਣੀ ਨੂੰ ਸੁਣ ਕੇ ਮਨ 'ਚ ਵਸਾਇਆ, ਉਹਨਾਂ ਨੇ ਇਸ ਦੁਨੀਆ 'ਚ ਰਹਿ ਕੇ, ਸੰਸਾਰ 'ਚ ਰਹਿ ਕੇ, ਮਾਇਆ 'ਚ ਰਹਿ ਕੇ ਪ੍ਰਮਾਤਮਾ ਨੂੰ ਪ੍ਰਾਪਤ ਕਰ ਲਿਆ। ਉਹ ਤਾਂ ਬਾਣੀ ਦੇ ਰਾਹੀਂ ਪ੍ਰਮਾਤਮਾ 'ਚ ਲਿਵਲੀਨ ਹੋ ਗਏ। ਇਹ ਗੁਰਬਾਣੀ ਸਾਨੂੰ ਪ੍ਰਮਾਤਮਾ 'ਚ ਜੋੜਦੀ ਹੈ। ਦੁਨੀਆ ਦੀਆਂ ਗੱਲਾਂ ਸੁਣੋਗੇ ਤੇ ਦੁਨੀਆ ਵੱਲ ਜੋੜਨਗੀਆਂ। ਕਿਸੇ ਬਿਜ਼ਨਸਮੈਨ ਕੋਲ ਬੈਠੋ, ਉਹਦੀਆਂ ਗੱਲਾਂ ਸੁਣੋਗੇ, ਤੁਹਾਨੂੰ ਬਿਜ਼ਨਸ ਦਾ ਗਿਆਨ ਹੋਏਗਾ। ਤੁਸੀਂ ਕਿਸੇ ਹੋਰ ਡਾਕਟਰ ਕੋਲ ਬੈਠੋ, ਤੁਹਾਨੂੰ ਉਸ ਲਾਈਨ ਦਾ ਗਿਆਨ ਹੋਏਗਾ। ਤੁਸੀਂ ਜਿਸ ਵੀ ਤਰ੍ਹਾਂ ਦੇ ਬੰਦੇ ਕੋਲ ਬੈਠੋਗੇ, ਉਹੀ ਉਹ ਗੱਲਾਂ ਕਰੇਗਾ, ਉਹੀ ਸਾਨੂੰ ਪਤਾ ਲੱਗੇਗਾ ਨਾ। ਜੇ ਗੁਰਬਾਣੀ ਪੜ੍ਹੋਗੇ ਤੁਹਾਨੂੰ ਆਪਣੇ ਆਪ ਦਾ ਗਿਆਨ ਹੋਏਗਾ, ਗੁਰਬਾਣੀ ਪੜ੍ਹੋਗੇ ਤੁਹਾਨੂੰ ਪ੍ਰਮਾਤਮਾ ਦਾ ਗਿਆਨ ਹੋਏਗਾ, ਗੁਰਬਾਣੀ ਤੁਹਾਨੂੰ ਪ੍ਰਮਾਤਮਾ 'ਚ ਲਿਵਲੀਨ ਕਰੇਗੀ। ਸਤਿਗੁਰੂ ਸਾਹਿਬ ਜੀ ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਹਾਂ ਜਿਨ੍ਹਾਂ ਨੇ ਬਾਣੀ ਸੁਣੀ ਤੇ ਮਨ 'ਚ ਵਸਾਈ। ਜਿਨ੍ਹਾਂ ਬਾਣੀ ਸੁਣੀ ਮਨ 'ਚ ਵਸਾਈ, ਉਹ ਤਾਂ ਇਸ ਜਗਤ ਵਿੱਚ ਰਹਿ ਕੇ ਮਾਇਆ ਤੋਂ ਨਿਰਲੇਪ ਹੋ ਗਏ। ਦੁਨੀਆ 'ਚ ਰਹਿ ਕੇ ਮਾਇਆ ਉਹਨਾਂ 'ਤੇ ਕੋਈ ਪ੍ਰਭਾਵ ਹੀ ਨਹੀਂ ਪਾ ਸਕਦੀ। ਹੁਣ ਗੁਰਬਾਣੀ ਨੇ ਸਾਨੂੰ ਗਿਆਨ ਦਿੱਤਾ ਹੈ ਕਿ ਮਾਇਆ ਗੁਜਰਾਨ ਹੈ ਭਾਈ, ਮਾਇਆ ਤੋਂ ਬਿਨਾਂ ਜ਼ਿੰਦਗੀ ਨਹੀਂ ਚੱਲਣੀ। ਪਰ ਮਾਇਆ ਨੂੰ ਸੁਰਤ ਨਹੀਂ ਬਣ ਦੇਣਾ, ਸੁਰਤ ਵਿੱਚ ਪ੍ਰਮਾਤਮਾ ਨੂੰ ਰੱਖਣਾ। ਹਾਥ ਪਾਉ ਕਰ ਕਾਮ ਸਭ ਚੀਤ ਨਰੰਜਨ ਨਾਲ, ਕੰਮ ਕਾਰ ਕਰਨਾ ਹੈ ਹੱਥਾਂ ਪੈਰਾਂ ਨਾਲ, ਪਰ ਸੁਰਤ ਪ੍ਰਮਾਤਮਾ 'ਚ ਰੱਖਣੀ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਹੜੇ ਗੁਰਬਾਣੀ ਨੂੰ ਸੁਣ ਕੇ ਮਨ 'ਚ ਵਸਾਉਂਦੇ ਨੇ, ਉਹ ਇਸ ਮਾਇਆ 'ਚ ਰਹਿ ਕੇ ਨਿਰਲੇਪ ਰਹਿੰਦੇ ਨੇ, ਉਹ ਪ੍ਰਮਾਤਮਾ ਵਿੱਚ ਅਭੇਦ ਹੋ ਜਾਂਦੇ, ਲਿਵਲੀਨ ਹੋ ਜਾਂਦੇ ਨੇ। ਉਹਨਾਂ ਤੋਂ ਮੈਂ ਕੁਰਬਾਨ ਜਾਂਦਾ ਹਾਂ, ਬਲਿਹਾਰ ਜਾਂਦਾ ਹਾਂ। ਧੰਨ ਗੁਰੂ ਅਮਰਦਾਸ ਜੀ ਬਖਸ਼ਿਸ਼ ਕਰ ਰਹੇ ਹਨ। ਅੰਦਰ ਹੀਰਾ ਲਾਲ ਬਣਾਇਆ। ਸਤਿਗੁਰੂ ਜੀ ਕਹਿੰਦੇ ਦੇਖੋ ਗੁਰਬਾਣੀ ਨਾਲ ਜੁੜੋਗੇ ਨਾ, ਪਤਾ ਕੀ ਪਤਾ ਲੱਗੇਗਾ। ਸਾਡਾ ਇਹ ਜਿਹੜਾ ਸਰੀਰ ਹੈ, ਇਹਦੇ ਅੰਦਰ ਹੀਰਾ ਹੈ, ਇਹਦੇ ਅੰਦਰ ਲਾਲ ਬੈਠਾ ਹੋਇਆ ਹੈ। ਸਾਡੇ ਅੰਦਰ ਵਾਹਿਗੁਰੂ ਜੀ ਦਾ ਨਾਮ ਰੂਪ ਹੀਰਾ ਹੈ, ਸਾਡੇ ਅੰਦਰ ਲਾਲ ਨੇ। ਰੋਜ਼ ਬਚਨ ਪੜ੍ਹਦੇ ਮੱਥ ਵਿੱਚ ਰਤਨ ਜਵਾਹਰ ਮਾਣਕ। ਸਾਡੇ ਅੰਦਰ ਬਹੁਤ ਕੁਝ ਹੈ। ਗੁਰੂ ਸਾਹਿਬ ਜੀ ਦਾ ਇੱਕ ਅੰਮ੍ਰਿਤ ਬਚਨ ਹੈ ਕਿ ਮਨਮੁਖ ਕੋਠੀ ਅਗਿਆਨ ਅੰਧੇਰਾ, ਤਿੰਨ ਘਰ ਰਤਨ ਨ ਲੱਖਾ। ਮਨਮੁਖ ਬੰਦੇ ਦੇ ਅੰਦਰ ਹੁੰਦਾ ਹੈ ਹਨੇਰਾ, ਤੇ ਉਹਨੂੰ ਆਪਣੇ ਅੰਦਰਲੀ ਮਹਾਨਤਾ ਦਾ ਪਤਾ ਨਹੀਂ ਹੁੰਦਾ, ਉਹਦੇ ਅੰਦਰ ਕਿੰਨੇ ਅਮੋਲ ਨੇ, ਲਾਲ ਨੇ, ਪਤਾ ਨਹੀਂ ਹੁੰਦਾ। ਕਹਿੰਦੇ ਇੱਕ ਭਿਖਾਰੀ ਸਾਰੀ ਜ਼ਿੰਦਗੀ ਮੰਗਦਾ ਰਿਹਾ, ਇੱਕ ਥਾਂ ਤੇ ਬੈਠਾ, ਉਹਨੇ ਬੈਠੇ ਰਹਿਣਾ, ਮੰਗੀ ਜਾਣਾ, ਆਖਰ ਮਰ ਗਿਆ। ਜਦੋਂ ਮਰ ਗਿਆ ਨਾ, ਉਹ ਜਿਹੜੀ ਜਗ੍ਹਾ ਸੀ ਕਿਸੇ ਨੇ ਲੈ ਲਈ, ਤੇ ਉੱਥੇ ਕੁਝ ਜਗ੍ਹਾ ਬਣਾਉਣ ਲੱਗਾ, ਕੋਈ ਦੁਕਾਨ ਬਣਾਉਣ ਲੱਗਾ। ਜਦੋਂ ਜਗ੍ਹਾ ਪੁੱਟੀ ਨਾ, ਤੇ ਉਹਦੇ ਹੇਠਾਂ ਬੜਾ ਅਮੋਲਕ ਇੱਕ ਖਜ਼ਾਨਾ ਸੀ, ਹੇਠਾਂ ਖਜ਼ਾਨਾ ਦੱਬਿਆ ਹੋਇਆ ਸੀ। ਉਹ ਭਿਖਾਰੀ ਜਿਹੜਾ, ਉਹਨੂੰ ਗਿਆਨ ਨਹੀਂ, ਖਜ਼ਾਨੇ ਤੇ ਬੈਠ ਕੇ ਮੰਗਤਾ ਹੀ ਬਣਿਆ ਰਿਹਾ ਸਾਰੀ ਜ਼ਿੰਦਗੀ, ਉਹਨੂੰ ਗਿਆਨ ਹੀ ਨਹੀਂ। ਉਹ ਹਾਲਤ ਸਾਡੀ ਹੈ। ਸਾਡੇ ਅੰਦਰ ਖਜ਼ਾਨਾ ਹੈ, ਉਹ ਖਜ਼ਾਨਾ ਹੁੰਦੇ ਅਸੀਂ ਮੰਗਤੇ ਬਣੇ ਬੈਠੇ ਹਾਂ। ਅਸੀਂ ਪਤਾ ਕੀ ਸੋਚਦੇ ਹਾਂ, ਬਹੁਤ ਪੈਸਾ ਇਕੱਠਾ ਕਰ ਲਾਂਗੇ, ਪੈਸੇ ਦੀ ਖਾਤਰ ਬੜੀ ਦੌੜ ਭੱਜ ਕਰਦੇ, ਇਹ ਨਹੀਂ ਕਰਦੇ ਹਾਂ, ਕਰਦਿਆਂ ਸਰੀਰ ਵੀ ਖਤਮ ਕਰ ਲੈਂਦੇ ਆਪਾਂ। ਪਹਿਲਾਂ ਪੈਸਾ ਕਮਾਉਣ ਦੀ ਦੌੜ ਲੱਗੀ ਹੁੰਦੀ ਹੈ, ਪੈਸੇ ਦੀ ਖਾਤਰ ਨਾ ਵੇਲੇ ਸਿਰ ਰੋਟੀ ਖਾਣੀ, ਨਾ ਸਰੀਰ ਦਾ ਧਿਆਨ ਰੱਖਣਾ, ਔਰ ਕਰਦੇ ਸਰੀਰ ਦੇ ਵਿੱਚ ਰੋਗ ਪੈਦਾ ਹੋ ਜਾਂਦੇ ਨੇ। ਜਦੋਂ ਸਰੀਰ ਦਾ ਧਿਆਨ ਨਹੀਂ ਰੱਖਾਂਗੇ ਕੀ ਹੋਏਗਾ? ਸਰੀਰ 'ਚ ਰੋਗ ਹੀ ਪੈਦਾ ਹੋਣਗੇ। ਰੋਗ ਰੱਬ ਨੇ ਨਹੀਂ ਲਾਏ। ਦੇਖੋ ਨਾ, ਤੁਸੀਂ ਕਾਰ ਰੱਖੀ, ਕਾਰ ਦੀ ਸਰਵਿਸ ਨਹੀਂ ਕਰਾਓਗੇ, ਕਾਰ ਦਾ ਧਿਆਨ ਨਹੀਂ ਰੱਖੋਗੇ, ਕੀ ਹੋਏਗਾ? ਕਾਰ ਖਰਾਬ ਹੀ ਹੋਏਗੀ ਨਾ। ਅਸੀਂ ਸਰੀਰ ਦਾ ਧਿਆਨ ਹੀ ਨਹੀਂ ਕਰਨਾ, ਨਾ ਵੇਲੇ ਸਿਰ ਉੱਠਣਾ, ਨਾ ਵੇਲੇ ਸਿਰ ਖਾਣਾ, ਨਾ ਵੇਲੇ ਸਿਰ ਸੌਣਾ। ਬਸ ਜੀ ਕੰਮ ਬੜਾ ਹੈ, ਰਾਤ ਨੂੰ 12 ਵਜੇ ਤੋਂ ਪਹਿਲਾਂ ਤੇ ਰੋਟੀ ਨਹੀਂ ਖਾਧੀ ਜਾਂਦੀ ਸਾਡੇ ਕੋਲ, ਕੰਮ ਹੀ ਬੜਾ ਕਰੀਏ ਕੀ ਆਪਾਂ। ਉਹ ਫਿਰ ਸਰੀਰ 'ਚ ਰੋਗ ਪੈਦਾ ਹੁੰਦੇ ਨੇ। ਪਹਿਲਾਂ ਕੰਮ ਦੀ ਖਾਤਰ ਸਰੀਰ 'ਚ ਰੋਗ ਪੈਦਾ ਕੀਤੇ, ਜੇ ਫਿਰ ਵੀ ਸਾਡੀ ਮਨ ਦੀ ਤ੍ਰਿਸ਼ਨਾ ਪੂਰੀ ਨਾ ਹੋਈ, ਫਿਰ ਕਹਿੰਦੇ ਥੋੜਾ ਝੂਠ ਬੋਲ ਲਓ, ਥੋੜੀ ਬੇਈਮਾਨੀ ਕਰ ਲਓ, ਥੋੜੀ ਹੇਰਾਫੇਰੀ ਕਰ ਲਓ, ਫਿਰ ਆਪਾਂ ਜ਼ਮੀਰ ਵੀ ਮਾਰ ਲੈਨੇ। ਪਹਿਲਾਂ ਸਰੀਰ ਤੇ ਫਿਰ ਜ਼ਮੀਰ ਵੀ ਮਾਰ ਲੈਨੇ। ਉਹ ਪੈਸਾ ਕਮਾਉਂਦੇ ਐਨ ਅਸੀਂ ਬੜਾ ਇਕੱਠਾ ਕਰ ਲਿਆ, ਪੈਸਾ ਆ ਗਿਆ, ਸਰੀਰ ਰੋਗੀ ਹੋ ਗਿਆ। ਪਹਿਲਾਂ ਪੈਸਾ ਇਕੱਠਾ ਕਰਨ ਲਈ ਸਰੀਰ ਕੁਰਬਾਨ ਕਰ ਦਿੰਦੇ ਆ। ਫਿਰ ਡਾਕਟਰ ਸਾਹਿਬ ਨੂੰ ਪਤਾ ਕੀ ਕਹਿੰਦੇ, ਡਾਕਟਰ ਸਾਹਿਬ ਪੈਸੇ ਜਿੰਨੇ ਮਰਜ਼ੀ ਲੱਗ ਜਾਣ, ਸਰੀਰ ਤੰਦਰੁਸਤ। ਫਿਰ ਅਸੀਂ ਪੈਸੇ ਰੋੜਨੇ ਸ਼ੁਰੂ ਕਰ ਦਿੰਦੇ। ਪਹਿਲਾਂ ਪੈਸੇ ਕਮਾਉਣ ਦੀ ਖਾਤਰ ਸਰੀਰ ਰੋੜਦੇ ਆ,
ਤੇ ਸਰੀਰ ਬਚਾਉਣ ਦੀ ਖਾਤਰ ਪੈਸੇ ਰੋੜਦੇ ਹੋ, ਪੈਸੇ ਫਿਰ ਰੋੜਨੇ ਸ਼ੁਰੂ ਹੋ ਜਾਂਦੇ, ਜਿੱਧਰੋਂ ਆਉਂਦੇ ਉਧਰ ਹੀ ਜਾਣੇ ਨੇ, ਨਾਲ ਤੇ ਕਿਸੇ ਨਹੀਂ ਲੈ ਕੇ ਜਾਣੇ। ਕੋਈ ਲੈ ਕੇ ਗਿਆ ਅਜੇ ਤੱਕ? ਕਿਸੇ ਕੋ ਬਹੁਤੇ ਨੇ ਥੋੜੇ ਨੇ, ਕੋਈ ਨਹੀਂ ਲੈ ਕੇ ਗਿਆ। ਉਹ ਇਕੱਠੇ ਕੁੱਠੇ ਕਰਕੇ ਦੂਜੇ ਵਾਲੀ ਰੱਖ ਕੇ ਛੱਡ ਜਾਂਦੇ ਆ। ਤੇ ਜਦੋਂ ਬੰਦਾ ਮਰਦਾ ਨਾ, ਮਾਫ ਕਰਨਾ, ਮਰਦਾ, ਉਹ ਜਿਹੜੇ ਦੂਜੇ ਉਹ ਪੈਸੇ ਸਾਂਭਣ ਵਾਲੇ ਬੰਨੇ ਲੱਗ ਜਾਂਦੇ, ਮਰੇ ਵੱਲ ਕਈ ਵਾਰ ਦੇਖਦੇ ਵੀ ਨਹੀਂ। ਉਹ ਕਹਿੰਦੇ ਪੈਸੇ ਹੀ ਸਾਂਭ ਲਓ, ਪਹਿਲੇ ਨੂੰ ਬਾਅਦ ਚ ਹੀ ਦੇਖਾਂਗੇ ਆਪਾਂ। ਉਹ ਪੈਸਿਆਂ ਵਾਲੇ ਬੰਨੇ ਲੱਗ ਜਾਂਦੇ ਨੇ। ਅਸੀਂ ਕਹਿੰਦੇ ਪੈਸੇ ਬੜੇ ਇਕੱਠੇ ਕਰ ਲਏ, ਬੜੇ ਕਮਾ ਲਏ। ਕਿਰਤ ਕਰਨਾ ਸਾਡਾ ਅਧਿਕਾਰ ਹੈ, ਮਾਇਆ ਕਮਾਉਣਾ ਸਾਡਾ ਅਧਿਕਾਰ ਹੈ। ਲੇਕਿਨ ਮਾਇਆ ਕਮਾਉਣ ਦਾ ਅਰਥ ਇਹ ਨਹੀਂ ਕਿ ਸਰੀਰ ਹੀ ਕੁਰਬਾਨ ਕਰ ਦਿਓ ਜਾਂ ਆਪਣੀ ਜ਼ਮੀਰ ਕੁਰਬਾਨ ਕਰ ਦਿਓ। ਗੁਰਬਾਣੀ ਕਹਿੰਦੀ ਤੁਹਾਡੇ ਅੰਦਰ ਖਜ਼ਾਨਾ ਹੈ, ਉਹਨੂੰ ਵੀ ਖੋਜੋ ਨਾ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਆਪਣੀ ਖੋਜ ਕਰਿਆ ਕਰੋ। ਤੁਹਾਡੇ ਅੰਦਰ ਪਰਮਾਤਮਾ ਬੈਠਾ ਹੋਇਆ, ਤੁਹਾਡੇ ਅੰਦਰ ਭੰਡਾਰ ਭਰੇ ਪਏ ਨੇ। ਬਾਹਰਲਾ ਪੈਸਾ ਤੇ ਸਿਰਫ ਗੁਜਰਾਨ ਹੈ। ਬਾਹਰਲਾ ਪੈਸਾ ਸਾਨੂੰ ਵਧੀਆ ਕੱਪੜਾ ਦੇ ਸਕਦਾ ਹੈ, ਵਧੀਆ ਘਰ ਦੇ ਸਕਦਾ ਹੈ, ਵਧੀਆ ਗੱਡੀਆਂ ਦੇ ਸਕਦਾ ਹੈ, ਵਧੀਆ ਸੁੱਖ ਸਹੂਲਤਾਂ ਦੇ ਸਕਦਾ ਹੈ, ਬੜੀਆਂ ਬੜੀਆਂ ਮਹਿੰਗੀਆਂ ਦਵਾਈਆਂ ਖਰੀਦ ਕੇ ਦੇ ਸਕਦਾ ਹੈ। ਪਰ ਬਾਹਰਲਾ ਪੈਸਾ ਮਨ ਦੀ ਸ਼ਾਂਤੀ ਨਹੀਂ ਦੇ ਸਕਦਾ। ਉਹਦੇ ਲਈ ਅੰਦਰਲਾ ਧਨ ਵੀ ਚਾਹੀਦਾ ਹੈ, ਬਾਹਰਲਾ ਵੀ ਚਾਹੀਦਾ ਹੈ। ਪਰ ਮਨ ਦਾ ਜੇ ਸੁੱਖ ਲੈਣਾ ਹੈ ਤੇ ਅੰਦਰਲੇ ਖਜ਼ਾਨੇ ਨੂੰ ਲੱਭਣਾ ਪਏਗਾ। ਉਹ ਖਜ਼ਾਨਾ ਜਿਵੇਂ ਮਿਲ ਗਿਆ, ਸਤਿਗੁਰੂ ਜੀ ਕਹਿੰਦੇ ਗੁਰਬਾਣੀ ਰਾਹੀਂ ਸਾਨੂੰ ਪਤਾ ਲੱਗੇਗਾ ਕਿ ਸਾਡੇ ਅੰਦਰ ਵਾਹਿਗੁਰੂ ਜੀ ਨੇ ਇੱਕ ਅਮੋਲਕ ਲਾਲ ਰੱਖਿਆ ਹੋਇਆ, ਹੀਰਾ ਰੱਖਿਆ ਹੋਇਆ ਹੈ। ਗੁਰ ਕੈ ਸ਼ਬਦ ਪਰਖ ਪਰਖਾਇਆ। ਪਰ ਉਹਦਾ ਸਾਨੂੰ ਪਤਾ ਕਿਵੇਂ ਲੱਗੇ? ਦੇਖੋ ਨਾ, ਕਈ ਬੰਦਿਆਂ ਨੂੰ ਹੀਰੇ ਦਾ ਪਤਾ ਹੀ ਨਹੀਂ ਹੁੰਦਾ। ਉਹ ਸੋਚਦੇ ਪੱਥਰ ਹੀ ਹੈ, ਉਹ ਸੋਚਦੇ ਨੇ ਪੱਥਰ ਹੀ ਹੈ। ਔਰ ਜਿੰਨਾ ਚਿਰ ਸਾਨੂੰ ਪਰਖ ਨਹੀਂ ਹੈ, ਕਹਿੰਦੇ ਕਿ ਜ਼ਿਮੀਂਦਾਰ ਸੀ, ਉਹਨੇ ਕਿਤੇ ਕੋਈ ਖੇਤੀ ਬੀਜੀ, ਦਰਿਆ ਦੇ ਕੰਢੇ ਤੇ ਖੇਤ ਸੀ ਉਹਦਾ, ਉੱਥੇ ਰੋਜ਼ ਪੰਛੀ ਆਉਣੇ, ਉਹਨੇ ਉਡਾਉਣ ਜਾਣਾ, ਮਿੱਟੀ ਪੁੱਟ ਲੈਣੀ, ਗੋਲੀਆਂ ਬਣਾਉਣੀਆਂ, ਗੁਲੇਲ 'ਚ ਗੋਲੀ ਪਾ ਕੇ ਚਲਾਉਣੀ, ਉਹ ਕਾਂ ਤੋਤੇ ਉੱਡਣੇ, ਉਹ ਗੋਲੀ ਅੱਗੇ ਦਰਿਆ 'ਚ ਡਿੱਗ ਜਾਣੀ। ਇੱਕ ਦਿਨ ਮਿੱਟੀ ਪੁੱਟਦਿਆਂ ਪੁੱਟਦਿਆਂ ਉਹਨੂੰ ਇੱਕ ਹੇਠੋਂ ਕੁੱਜਾ ਲੱਭਿਆ, ਕੁੱਜੇ 'ਚ ਗੋਲ ਗੋਲ ਪੱਥਰ ਸੀ ਬੜੇ ਸੋਹਣੇ। ਉਹਨੂੰ ਪਤਾ ਨਹੀਂ ਸੀ, ਕਹਿਣ ਲੱਗਾ ਚੱਲ ਗੋਲੀਆਂ ਬਣੀਆਂ ਬਣਾਈਆਂ ਅੱਜ ਮਿਲ ਗਈਆਂ। ਇੱਕ ਪੱਥਰ ਕੱਢਦਾ, ਗੁਲੇਲ 'ਚ ਰੱਖਦਾ, ਜਿੱਧਰ ਕਾਂ ਬੈਠੇ ਹੁੰਦੇ ਚਲਾ ਦਿੰਦਾ, ਉਹ ਅੱਗੇ ਨਦੀ ਡਿੱਗ ਜਾਂਦਾ। ਦੁਪਹਿਰ ਹੋ ਗਈ, ਦੁਪਹਿਰਾਂ ਨੂੰ ਉਹਦਾ ਰੋਟੀ ਪਾਣੀ ਲੈ ਕੇ ਉਹਦੀ ਘਰ ਵਾਲੀ ਆ ਗਈ। ਉਹ ਪੱਥਰ ਬੜਾ ਪਿਆਰਾ ਸੀ, ਐਨ ਚਮਕਦਾ ਸਾਫ। ਕਹਿਣ ਲੱਗੀ ਬੜਾ ਸੋਹਣਾ, ਆਪਣੇ ਮੁੰਡੇ ਲਈ ਲੈ ਜਾਵਾਂਗੀ, ਖੇਡਿਆ ਕਰੇਗਾ। ਉਹ ਕਹਿਣ ਲੱਗਾ ਲੈ, ਸਵੇਰੇ ਆਉਂਦੀ ਜਿੰਨੇ ਮਰਜ਼ੀ ਲੈ ਜਾਂਦੀ, ਮੈਂ ਤਾਂ ਕਿੰਨੇ ਸੁੱਟ ਦਿੱਤੇ। ਉਹ ਜਦੋਂ ਹੁਣ ਲੈ ਕੇ ਤੁਰਿਆ ਜਾਂਦਾ ਨਾ, ਰਸਤੇ ਵਿੱਚ ਇੱਕ ਕਿਤੇ ਜੌਹਰੀ ਜਾ ਰਿਹਾ ਸੀ, ਉਹਦੀ ਨਜ਼ਰ ਪੈ ਗਈ। ਕਹਿਣ ਲੱਗਾ ਬੀਬਾ ਇਹ ਕੀਮਤੀ ਲਾਲ ਕਿੱਥੋਂ ਲਿਆ? ਇਹ ਤਾਂ ਬੜਾ ਬਹੁ ਮੁੱਲ ਹੈ। ਉਹ ਪੁੱਛਦੀ ਕਿੰਨਾ ਕੁ ਕੀਮਤੀ? ਕਹਿੰਦਾ ਇਹਦੀ ਤਾਂ ਕੀਮਤ ਮੈਂ ਦੇ ਹੀ ਨਹੀਂ ਸਕਦਾ, ਇੰਨਾ ਕੀਮਤੀ ਕਿੱਥੋਂ ਲਿਆ? ਉਹ ਕਹਿੰਦੀ ਤੇ ਮੇਰੇ ਘਰ ਵਾਲੇ ਨੇ ਦਿੱਤਾ। ਜਦੋਂ ਘਰ ਵਾਲਾ ਰਾਤ ਨੂੰ ਆਇਆ ਨਾ, ਉਹਨੂੰ ਦੱਸਿਆ ਕਿ ਜਿਨ੍ਹਾਂ ਨੂੰ ਤੂੰ ਪੱਥਰ ਸਮਝਦਾ ਰਿਹਾ ਉਹ ਤੇ ਬਹੁ ਮੁੱਲੇ ਲਾਲ ਨੇ, ਬਹੁ ਮੁੱਲੇ ਲਾਲ। ਤੇ ਉਹ ਜ਼ਿਮੀਂਦਾਰ ਟੱਕਰਾਂ ਮਾਰਦਾ ਮਰਦਾ ਹੀ ਮਰ ਗਿਆ ਕਿ ਏਡਾ ਵੱਡਾ ਖਜ਼ਾਨਾ ਦਰਿਆ 'ਚ ਹੀ ਰੋੜਤਾ ਮੈਂ। ਸਾਡਾ ਇੱਕ ਇੱਕ ਸਵਾਸ ਕੀਮਤੀ ਹੈ, ਲਾਲ ਹੈ। ਪਰ ਜਦੋਂ ਕਿਤੇ ਕਦਰ ਪੈਂਦੀ, ਜਦੋਂ ਬੰਦਾ ਚੜ੍ਹਾਈ ਕਰਦਾ ਨਾ, ਦਰਅਸਲ ਮੌਤ ਕੋਈ ਦੁੱਖ ਨਹੀਂ ਹੈ। ਮੌਤ ਕੋਈ ਦੁੱਖ ਨਹੀਂ। ਦੁੱਖ ਪਤਾ ਕੀ ਹੁੰਦਾ ਹੈ ਕਿ ਇੰਨਾ ਪੈਸਾ ਇਕੱਠਾ ਕੀਤਾ, ਇੰਨਾ ਘਰ ਪਰਿਵਾਰ ਨੇੜੇ ਕੋਈ ਲੱਗਦਾ ਹੀ ਨਹੀਂ, ਬੰਦਾ ਝੂਰਦਾ ਜਾਂਦਾ ਕਿ ਜ਼ਿੰਦਗੀ ਐਵੇਂ ਗਵਾ ਦਿੱਤੀ। ਪਛਤਾਵਾ ਹੁੰਦਾ ਉਦੋਂ। ਉਹ ਦੁੱਖ ਇਹ ਹੁੰਦਾ ਕਿ ਜ਼ਿੰਦਗੀ ਐਵੇਂ ਹੀ ਚਲੀ ਗਈ, ਮੇਰੀ ਬਿਰਥਾ ਚਲੀ ਗਈ। ਅਖੀਰ ਵੇਲੇ ਜਦੋਂ ਲੋੜ ਹੁੰਦੀ ਹੈ ਨਾ, ਉੱਥੇ ਕੋਈ ਮਾਂ ਪਿਓ ਭੈਣ ਭਰਾ ਕੰਮ ਨਹੀਂ ਆਉਂਦਾ। ਉਸ ਵੇਲੇ ਕੋਈ ਧਨ ਦੌਲਤ ਕੰਮ ਨਹੀਂ ਹੁੰਦਾ, ਕੋਈ ਜਾਇਦਾਦ ਕੰਮ ਨਹੀਂ ਹੁੰਦੀ। ਫਿਰ ਬੰਦਾ ਝੂਰਦਾ, ਫਿਰ ਹੱਥ ਮਰੋੜੇ, ਤਨ ਕਪੇ, ਸਿਆਹੋਂ ਹੋਵਾ ਸਿਹਤ, ਬੰਦਾ ਝੂਰਦਾ। ਉਹ ਜਿਹੜਾ ਨਾ ਅਖੀਰ ਵੇਲੇ ਦੁੱਖ, ਉਹ ਮੌਤ ਮਰ ਜਾਣ ਦਾ ਨਹੀਂ ਹੈ। ਉਹ ਇੰਨੀ ਕੀਮਤੀ ਜ਼ਿੰਦਗੀ ਜਿਹੜੀ ਆਕਾਰ ਚਲ ਗਈ, ਉਹਦਾ ਦੁੱਖ ਹੁੰਦਾ ਕਿ ਐਵੇਂ ਹੀ ਚਲੀ ਗਈ ਸਾਡੀ ਜ਼ਿੰਦਗੀ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਦੋਂ ਬੰਦਾ ਗੁਰੂ ਕੇ ਸ਼ਬਦ ਨਾਲ ਜੁੜਦਾ, ਗੁਰਬਾਣੀ ਕਿਉਂ ਪੜ੍ਹਨੀ? ਮੈਂ ਪਹਿਲਾਂ ਬੇਨਤੀ ਕੀਤੀ, ਸ਼ੀਸ਼ੇ ਦੇ ਸਾਹਮਣੇ ਕਿਉਂ ਜਾਣਾ ਹੈ? ਸ਼ੀਸ਼ਾ ਸਾਨੂੰ ਦੱਸਦਾ ਕਿ ਤੁਹਾਡਾ ਚਿਹਰਾ ਕਿਹੋ ਜਿਹਾ ਹੈ। ਗੁਰਬਾਣੀ ਇਸ ਲਈ ਪੜ੍ਹਨੀ ਕਿ ਗੁਰਬਾਣੀ ਸਾਨੂੰ ਗਿਆਨ ਦਿੰਦੀ, ਤੁਹਾਡੀ ਜ਼ਿੰਦਗੀ ਕਿੰਨੀ ਕੀਮਤੀ ਹੈ, ਤੁਹਾਡੀ ਜ਼ਿੰਦਗੀ ਕਿਹੋ ਜਿਹੀ ਹੈ, ਤੁਸੀਂ ਕਿਵੇਂ ਜੀਓ ਰਹੇ ਹੋ। ਇਹ ਗੁਰਬਾਣੀ 'ਚੋਂ ਗਿਆਨ ਮਿਲੇਗਾ। ਗੁਰਬਾਣੀ ਸ਼ੀਸ਼ਾ ਹੈ, ਗੁਰੂ ਸ਼ੀਸ਼ਾ ਹੈ। ਇਸ ਕਰਕੇ ਜਦੋਂ ਗੁਰੂ ਕੋਲ ਆਏ, ਗੁਰੂ ਕੇ ਸ਼ਬਦ ਰਾਹੀਂ ਜਿਨੇ ਪਰਖ ਕਰ ਲਈ ਆਪਣੇ ਆਪ ਦੀ, ਸਤ ਸੰਗਤ ਰਾਹੀਂ ਜਿਨੇ ਗਿਆਨ ਪ੍ਰਾਪਤ ਕਰ ਲਿਆ, ਉਹਨੂੰ ਪਤਾ ਲੱਗਦਾ ਕਿ ਸਾਡੇ ਅੰਦਰ ਹੀਰਾ ਹੈ, ਸਾਡੀ ਜ਼ਿੰਦਗੀ ਅਮੋਲਕ ਹੈ। ਜਿਨ ਸੱਚ ਪੱਲੇ ਸੱਚ ਵਖਾਣ ਹੈ, ਸੱਚ ਕਸਵੱਟੀ ਲਾਵਣਿਆ। ਜਿਨ੍ਹਾਂ ਦੇ ਹਿਰਦੇ ਵਿੱਚ ਸੱਚ ਹੈ ਪਈ, ਜਿਨ੍ਹਾਂ ਨੇ ਗੁਰਬਾਣੀ ਰਾਹੀਂ ਸੱਚ ਨੂੰ ਗ੍ਰਹਿਣ ਕਰ ਲਿਆ, ਉਹ ਤਾਂ ਫਿਰ ਸੱਚ ਹੀ ਬੋਲਦੇ ਨੇ, ਸੱਚ ਹੀ ਸੁਣਦੇ ਨੇ, ਤੇ ਉਹ ਸੱਚ ਦੀ ਕਸਵੱਟੀ ਤੇ ਆਪਣੇ ਆਪ ਨੂੰ ਪਰਖਦੇ ਹਨ।
ਹਾਂਜੀ। ਰਹਾਉ ਇਸ ਕਾਇਆ ਅੰਦਰ ਬਹੁਤ ਪਸਾਰਾ। ਸਤਿਗੁਰੂ ਜੀ ਕਹਿੰਦੇ ਸਾਡਾ ਜਿਹੜਾ ਸਰੀਰ ਹੈ ਨਾ, ਇਹਦੇ ਵਿੱਚ ਬਹੁਤ ਪਸਾਰਾ ਹੈ, ਬਹੁਤ ਕੁਝ ਹੈ ਸਾਡੇ ਸਰੀਰ ਅੰਦਰ। ਗੁਰਬਾਣੀ ਕਹਿੰਦੀ ਜੋ ਕੁਝ ਤੁਹਾਨੂੰ ਬ੍ਰਹਿਮੰਡ 'ਚ ਨਜ਼ਰ ਆ ਰਿਹਾ ਉਹ ਤੁਹਾਡੇ ਅੰਦਰ ਹੀ, ਜੋ ਬ੍ਰਹਿਮੰਡ ਹੈ ਸੋਈ ਪਿੰਡ ਹੈ, ਜੋ ਖੋਜੈ ਸੋ ਪਾਵੈ। ਜੋ ਕੁਝ ਬ੍ਰਹਿਮੰਡ ਅੰਦਰ ਹੈ ਉਹ ਕੁਝ ਤੁਹਾਡੇ ਸਰੀਰ ਅੰਦਰ ਹੈ। ਜੋ ਕੁਝ ਬ੍ਰਹਿਮੰਡ 'ਚ ਉਹਨੂੰ ਖੋਜਣਾ ਪੈਂਦਾ ਹੈ ਨਾ, ਉਹ ਖੋਜ ਕੇ ਮਿਲਦਾ ਹੈ, ਤੇ ਸਰੀਰ ਵਿੱਚੋਂ ਵੀ ਖੋਜਣਾ ਪਏਗਾ। ਜਿਹੜਾ ਸਰੀਰ ਨੂੰ ਖੋਜੇਗਾ, ਦੇਖੋ ਕਿੰਨੀ ਬਖਸ਼ਿਸ਼ ਕੀਤੀ ਸਾਡੇ ਤੇ ਵਾਹਿਗੁਰੂ ਜੀ ਨੇ। ਐਵੇਂ ਪਹਾੜਾਂ 'ਤੇ ਜਾਣ ਦੀ ਲੋੜ ਨਹੀਂ ਹੈ, ਸਮੁੰਦਰਾਂ 'ਚ ਜਾਣ ਦੀ ਲੋੜ ਨਹੀਂ ਹੈ, ਆਪਣੇ ਅੰਦਰ ਨੂੰ ਖੋਜੋ, ਤੁਹਾਡੇ ਅੰਦਰ ਹੀ ਸਭ ਕੁਝ ਬੈਠਾ ਹੋਇਆ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਇਸ ਕਾਇਆ ਦੇ ਅੰਦਰ ਬਹੁਤ ਵੱਡਾ ਪਸਾਰਾ ਹੈ। ਨਾਮ ਨਿਰੰਜਨ ਅਤ ਅਗੰਮ ਅਪਾਰਾ। ਸਭ ਤੋਂ ਵੱਡੀ ਗੱਲ ਹੈ ਕਿ ਵਾਹਿਗੁਰੂ ਜੀ ਦਾ ਨਾਮ ਸਾਡੇ ਅੰਦਰ ਹੈ। ਅਸੀਂ ਬਚਨ ਪੜ੍ਹਦੇ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਬਿਸਰਾਮ। ਉਹ ਨਾਮ ਅੰਦਰ ਹੈ, ਹਰ ਮਨੁੱਖ ਦੇ ਅੰਦਰ ਹੈ। ਗੁਰੂ ਸਾਹਿਬ ਜੀ ਦਾ ਇੱਕ ਬਚਨ ਪੜ੍ਹਦੇ ਹਾਂ, ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ, ਛੋਡੋ ਵੇਸ ਭੇਖ ਚਤਰਾਈ, ਦੁਬਦਾ ਇਹ ਫਲ ਨਾਹੀ ਜੀਓ, ਮਨ ਰੇ ਥਿਰ ਰਹੋ, ਮਤ ਕਤ ਜਾਹੀ ਜੀਓ, ਬਾਹਰ ਢੂੰਡਤ ਬਹੁਤ ਦੁੱਖ ਪਾਵੇਂ, ਘਰ ਅੰਮ੍ਰਿਤ ਘਟ ਮਾਹੀ ਜੀਓ। ਉਹ ਅੰਮ੍ਰਿਤ ਦਾ ਖਜ਼ਾਨਾ ਤੁਹਾਡੇ ਅੰਦਰ ਹੈ, ਬਾਹਰ ਲੱਭਣ ਦੀ ਲੋੜ ਨਹੀਂ ਉਹ ਖਜ਼ਾਨੇ ਨੂੰ। ਉਹ ਸੁੱਖ ਤੁਹਾਡੇ ਅੰਦਰ ਹੈ, ਸੁੱਖ ਬਾਹਰੋਂ ਕਿਤਿਓਂ ਨਹੀਂ ਮਿਲਣਾ। ਜੇ ਤੁਸੀਂ ਕਹੋਗੇ ਕਿਸੇ ਮਨੁੱਖ ਕੋਲੋਂ, ਕਿਸੇ ਪਦਾਰਥ ਕੋਲੋਂ, ਕਿਸੇ ਥਾਂ 'ਚੋਂ ਸਾਨੂੰ ਸੁੱਖ ਮਿਲੇਗਾ, ਸਤਿਗੁਰੂ ਜੀ ਕਹਿੰਦੇ ਨਹੀਂ, ਉਹ ਤੁਹਾਡੇ ਅੰਦਰ ਹੈ ਖਜ਼ਾਨਾ ਸੁੱਖਾਂ ਦਾ ਜਿਹੜਾ ਹੈ, ਜਾਂ ਅੰਮ੍ਰਿਤ ਦਾ ਖਜ਼ਾਨਾ ਜਾਂ ਨਾਮ ਦਾ ਖਜ਼ਾਨਾ ਤੁਹਾਡੇ ਅੰਦਰ ਹੈ। ਪਰ ਸਤਿਗੁਰੂ ਜੀ ਕਹਿੰਦੇ ਉਹ ਜਿਹੜਾ ਖਜ਼ਾਨਾ ਹੈ ਨਾ, ਉਹ ਅਸੀਂ ਆਪਣੇ ਆਪ ਨਹੀਂ ਲੱਭ ਸਕਦੇ, ਉਹ ਅਗੰਮ ਹੈ, ਅਪਹੁੰਚ ਹੈ। ਉਹਦੇ ਤੱਕ ਜੇ ਤੁਸੀਂ ਕਹੋ ਕਿ ਇੱਦਾਂ ਹੀ ਲੱਭ ਲਈਏ, ਇੱਦਾਂ ਨਹੀਂ ਲੱਭ ਸਕਦੇ। ਦੇਖੋ ਨਾ, ਅਸੀਂ ਬਾਹਰਲਾ ਵੀ ਖਜ਼ਾਨਾ ਲੱਭਣਾ ਹੋਏ ਇੱਦਾਂ ਥੋੜ੍ਹਾ ਲੱਭ ਸਕਦੇ, ਉਹਦੇ ਲਈ ਕੋਈ ਜੁਗਤ ਹੈ ਨਾ। ਬਾਹਰਲਾ ਕੋਈ ਖਜ਼ਾਨਾ ਉਹਦੀ ਜੁਗਤ ਹੈ ਲੱਭਣ ਦੀ। ਬੜੀਆਂ ਸੋਹਣੀਆਂ ਉਦਾਹਰਣਾਂ ਦਿੱਤੀਆਂ ਭਾਈ ਗੁਰਦਾਸ ਜੀ ਨੇ। ਤਿਲਾਂ 'ਚ ਤੇਲ ਹੁੰਦਾ ਹੈ, ਤਿਲਾਂ 'ਚ ਤੇਲ ਹੁੰਦਾ ਹੈ, ਫੁੱਲਾਂ 'ਚ ਸੁਗੰਧੀ ਹੁੰਦੀ ਹੈ। ਅਸੀਂ ਅਤਰ ਫੁਲੇਲ ਨਹੀਂ ਵਰਤਦੇ ਘਰਾਂ 'ਚ, ਸੁਗੰਧੀ ਵਾਲੇ ਜਿਹੜੇ ਸੈਂਟ ਵਗੈਰਾ ਵਗੈਰਾ। ਇਹ ਕਿੱਦਾਂ ਬਣਦੇ ਨੇ? ਭਾਈ ਸਾਹਿਬ ਜੀ ਕਹਿੰਦੇ, ਜੈਸੇ ਤਿਲ ਤਿਲ ਬਾਸ ਲੀਜੀਅਤ ਕੁਸਮ ਸੇ ਤੈਤੇ ਹੋਤ ਹੈ ਫੁਲੇਲ ਯਤਨ ਕਹਿ ਜਾਨੀਏ। ਤਿਲਾਂ ਨੂੰ, ਫੁੱਲਾਂ ਨੂੰ ਇਕੱਠਿਆਂ ਰੱਖ ਕੇ ਕਿਸੇ ਜੁਗਤ ਨਾਲ ਕੋਲੂ 'ਚ ਪੀੜਦੇ ਨੇ, ਉਹਦੇ ਤੋਂ ਫੁਲੇਲ ਸੁਗੰਧੀ ਵਾਲਾ ਤੇਲ ਬਣ ਜਾਂਦਾ ਹੈ। ਪਰ ਮਿਹਨਤ ਕਰਕੇ ਬਣਿਆ ਨਾ, ਯਤਨ ਦੇ ਨਾਲ ਬਣਿਆ, ਜੁਗਤ ਨਾਲ ਬਣਿਆ। ਜੈਸੇ ਤੋਂ ਉਟਾਏ ਦੂਧ ਜਾਮਨ ਜਮਾਏ ਮੱਥ, ਸੰਜਮ ਕੇ ਸਹਿਤ ਕਿਰਤ ਪ੍ਰਗਟ ਕਹਿ ਆਨੀਏ। ਜਿਵੇਂ ਦੁੱਧ 'ਚ ਮੱਖਣ ਹੁੰਦਾ, ਪਰ ਮੱਖਣ ਹੁੰਦਾ ਕਹਿ ਕੇ ਥੋੜ੍ਹੋ ਗੱਲ ਬਣਨੀ ਹੈ। ਉਹ ਤਾਂ ਮੱਖਣ ਕਿਸੇ ਜੁਗਤ ਨਾਲ ਲੱਭੇਗਾ, ਉਹਦਾ ਦਹੀਂ ਜਮਾਓ, ਦਹੀਂ ਨੂੰ ਫਿਰ ਰਿੜਕੋ, ਰਿੜਕਣ ਤੋਂ ਬਾਅਦ ਮੱਖਣ ਮਿਲੇਗਾ ਨਾ, ਕੋਈ ਜੁਗਤ ਵਰਤਣੀ ਪਏਗੀ। ਧਰਤੀ ਹੇਠਾਂ ਪਾਣੀ ਹੈ, ਪਰ ਉਹ ਕੋਈ ਟਿਊਬਲ ਲਾਵਾਂਗੇ, ਕੋਈ ਖੂਹ ਪੁੱਟਾਂਗੇ ਤਾਂ ਹੀ ਨਿਕਲੇਗਾ ਨਾ, ਐਵੇਂ ਤਾਂ ਨਹੀਂ ਨਿਕਲ ਆਏਗਾ। ਪਰਮਾਤਮਾ ਸਾਡੇ ਅੰਦਰ ਹੈ, ਪਰਮਾਤਮਾ ਸਾਰੇ ਥਾਵਾਂ 'ਤੇ ਹੈ। ਉਹ ਕਿਸੇ ਜੁਗਤ ਨਾਲ ਹੀ ਲੱਭੇਗਾ, ਕਿਸੇ ਤਰੀਕੇ ਨਾਲ ਲੱਭੇਗਾ। ਯਾਨੀ ਕਿ ਤੈਸੇ ਗੁਰ ਉਪਦੇਸ਼ ਭਾਵਨੀ ਭਗਤ ਪਾਏ, ਘਟ ਘਟ ਰਮਤ ਬ੍ਰਹਮ ਪਹਿਚਾਨੀ ਹੈ। ਗੁਰੂ ਕੇ ਉਪਦੇਸ਼ ਰਾਹੀਂ ਵਾਹਿਗੁਰੂ ਜੀ ਦੀ ਭਾਵ ਭਗਤੀ ਵਿੱਚ ਜੁੜ ਕੇ। ਸਤਿਗੁਰੂ ਸਾਹਿਬ ਜੀ ਕਹਿੰਦੇ ਸਾਡੇ ਅੰਦਰ ਪ੍ਰਮਾਤਮਾ ਦਾ ਨਾਮ ਹੈ, ਪਰ ਅਸੀਂ ਆਪਣੀ ਮੱਤ ਨਹੀਂ ਉਹਦੇ ਤੱਕ ਨਹੀਂ ਪਹੁੰਚ ਸਕਦੇ, ਉਹਨੂੰ ਪ੍ਰਾਪਤ ਨਹੀਂ ਕਰ ਸਕਦੇ। ਉਹਨੂੰ ਪ੍ਰਾਪਤ ਕਰਨ ਦੀ ਇੱਕੋ ਇੱਕ ਜੁਗਤ ਹੈ ਜੋ ਸਤਿਗੁਰੂ ਜੀ ਦੱਸ ਰਹੇ ਹਨ। ਗੁਰਮੁਖ ਹੋਵੈ ਸੋਈ ਪਾਏ, ਆਪੇ ਬਖਸ਼ ਮਿਲਾਵਣਿਆ। ਕੋਈ ਗੁਰਮੁਖ ਬਣ ਜਾਏ, ਗੁਰੂ ਦੀ ਮੱਤ ਗ੍ਰਹਿਣ ਕਰ ਲਏ, ਗੁਰੂ ਦੇ ਸਨਮੁਖ ਹੋ ਜਾਏ, ਜਿਹੜਾ ਗੁਰਬਾਣੀ ਨੂੰ ਸੁਣ ਕੇ ਉਸ ਅਨੁਸਾਰ ਜ਼ਿੰਦਗੀ ਬਣਾ ਲਏ, ਉਹ ਇਸ ਨਾਮ ਦੇ ਖਜ਼ਾਨੇ ਨੂੰ ਪ੍ਰਾਪਤ ਕਰ ਲੈਂਦਾ ਹੈ। ਜਿਹੜਾ ਗੁਰਬਾਣੀ ਰਾਹੀਂ ਪਰਮਾਤਮਾ ਦੇ ਪਿਆਰ ਜੁੜਦਾ ਹੈ, ਵਾਹਿਗੁਰੂ ਉਹ ਆਪੇ ਹੀ ਉਹਦੇ ਤੇ ਬਖਸ਼ਿਸ਼ ਕਰ ਦਿੰਦਾ, ਉਹਨੂੰ ਸੋਝੀ ਦੇ ਦਿੰਦਾ, ਉਹ ਆਪਣੇ ਅੰਦਰੋਂ ਇਸ ਖਜ਼ਾਨੇ ਨੂੰ ਲੱਭ ਲੈਂਦਾ ਹੈ। ਮੇਰਾ ਠਾਕੁਰ ਸੱਚ ਦ੍ਰਿੜਾਏ। ਉਹ ਸਾਡਾ ਵਾਹਿਗੁਰੂ ਜੀ ਜਿਹੜਾ ਹੈ ਨਾ, ਠਾਕੁਰ ਮਾਲਕ, ਸਾਡਾ ਠਾਕੁਰ ਪਰਮਾਤਮਾ ਹੈ। ਸਾਡਾ ਠਾਕੁਰ ਕੋ ਪੱਥਰ ਦਾ ਠਾਕੁਰ ਨਹੀਂ, ਹਮਰਾ ਠਾਕੁਰ ਸਦ ਬੋਲ ਅੰਤਾ, ਸਰਬ ਦੀਆਂ ਕੋ ਸਦ ਦਾਨ ਦੇਤਾ। ਸਾਡਾ ਠਾਕੁਰ ਜਿਹੜਾ ਹੈ ਉਹ ਸੁਣਦਾ ਵੀ ਹੈ ਸਾਨੂੰ ਤੇ ਬੋਲਦਾ ਵੀ ਹੈ ਸਾਡੇ ਪ੍ਰਤੀ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਸਾਡਾ ਉਹ ਵਾਹਿਗੁਰੂ ਪਰਮਾਤਮਾ ਜਿਹੜਾ ਹੈ ਨਾ,
ਉਹ ਸਾਨੂੰ ਸੱਚ ਦੀ ਸੋਝੀ ਕਰਾਉਂਦਾ ਹੈ। ਗੁਰ ਪ੍ਰਸਾਦੀ ਸੱਚ ਚਿਤ ਲਾਏ। ਗੁਰੂ ਦੀ ਕਿਰਪਾ ਸਦਕਾ ਜਦੋਂ ਵਾਹਿਗੁਰੂ ਮਿਹਰ ਕਰਦਾ ਹੈ, ਮਨੁੱਖ ਨੂੰ ਗੁਰੂ ਕੋਲ ਲੈ ਆਉਂਦਾ ਹੈ। ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰੂ ਪਾਇਆ। ਫਿਰ ਗੁਰੂ ਦੀ ਬਖਸ਼ਿਸ਼ ਸਦਕਾ ਮਨੁੱਖ ਆਪਣੇ ਚਿੱਤ ਨੂੰ ਸੱਚ ਵਾਲੇ ਬੰਨੇ ਲਗਾ ਲੈਂਦਾ ਹੈ, ਪਰਮਾਤਮਾ ਵਾਲੇ ਬੰਨੇ ਲਗਾ ਲੈਂਦਾ ਹੈ। ਸੱਚੋ ਸੱਚ ਵਰਤੈ ਸਭਨੀ ਥਾਈ, ਸੱਚੇ ਸੱਚ ਸਮਾਵਣਿਆ। ਜਦੋਂ ਗੁਰੂ ਕੇ ਸ਼ਬਦ ਰਾਹੀਂ ਮਨੁੱਖ ਆਪਣੀ ਸੁਰਤ ਨੂੰ ਸੱਚ ਵਾਲੇ ਬੰਨੇ ਲਗਾਉਂਦਾ ਹੈ, ਫਿਰ ਉਹ ਕੀ ਦੇਖਦਾ, ਉਹਨੂੰ ਸਾਰੇ ਥਾਵਾਂ ਤੇ ਸੱਚ ਹੀ ਨਜ਼ਰ ਆਉਂਦਾ ਹੈ। ਜਿੱਧਰ ਤੁਸੀਂ ਆਪਣੀ ਸੁਰਤ ਲਗਾ ਲੋਗੇ ਨਾ, ਇੱਕ ਬਿਜ਼ਨਸਮੈਨ ਹੈ ਨਾ, ਜਿਹੜਾ ਬਿਜ਼ਨਸਮੈਨ, ਉਹਦੀ ਸੁਰਤ ਕਿਉਂਕਿ ਬਿਜ਼ਨਸ 'ਚ ਲੱਗੀ ਹੈ, ਹਰ ਥਾਂ ਤੋਂ ਆਪਣਾ ਬਿਜ਼ਨਸ ਹੀ ਉਹਨੂੰ ਨਜ਼ਰ ਆਏਗਾ। ਹਰ ਥਾਂ ਤੋਂ ਰਿਸ਼ਤੇਦਾਰੀ 'ਚੋਂ ਵੀ ਬਿਜ਼ਨਸ ਦੇਖੇਗਾ, ਉਹ ਰਿਸ਼ਤੇਦਾਰੀ 'ਚੋਂ ਵੀ ਬਿਜ਼ਨਸ ਹੀ ਦੇਖੇਗਾ। ਉਹ ਕਿਤੇ ਜਾਏਗਾ ਨਾ, ਉਹਨੂੰ ਵਪਾਰ ਨਜ਼ਰ ਆਏਗਾ। ਡਾਕਟਰ ਜਿਹੜਾ ਹੈ ਨਾ, ਉਹ ਰੋਗੀ 'ਚੋਂ ਰੋਗ ਲੱਭ ਲੈਂਦਾ, ਉਹਦੀ ਦ੍ਰਿਸ਼ਟੀ ਇਹੋ ਜਿਹੀ ਹੈ, ਉਹ ਰੋਗ ਲੱਭ ਲੈਂਦਾ, ਰੋਗੀ ਦਾ ਜਿਹੜਾ ਹੈ ਉਹ ਰੋਗ ਲੱਭ ਲੈਂਦਾ। ਚੋਰ ਜਿਹੜਾ ਨਾ, ਉਹ ਜਿੱਥੇ ਜਾਏਗਾ ਚੋਰੀ ਦਾ ਹੀ ਮੌਕਾ ਦੇਖੇਗਾ ਵੀ ਕਿਵੇਂ ਚੋਰੀ ਹੋ ਸਕਦੀ ਹੈ। ਜਿਸ ਬੰਨੇ ਵੀ ਤੁਹਾਡੀ ਸੁਰਤ ਲੱਗ ਗਈ, ਹੁਣ ਜਦੋਂ ਤੁਹਾਡੀ ਸੁਰਤ ਸੱਚ ਵਿੱਚ ਲੱਗ ਗਈ, ਫਿਰ ਤੁਸੀਂ ਜਿੱਧਰ ਦੇਖੋਗੇ ਤੁਹਾਨੂੰ ਸੱਚ ਹੀ ਨਜ਼ਰ ਆਏਗਾ। ਸੱਚ ਨਾਲ ਜੁੜੇ ਰਹੋਗੇ, ਸੱਚ ਵਿੱਚ ਸਮਾ ਜਾਵੋਗੇ। ਵੇ ਪ੍ਰਵਾਹ ਸੱਚ ਮੇਰਾ ਪਿਆਰਾ। ਧੰਨ ਗੁਰੂ ਅਮਰਦਾਸ ਜੀ ਕਹਿੰਦੇ ਸਾਡਾ ਜਿਹੜਾ ਪਰਮਾਤਮਾ ਹੈ ਨਾ, ਪ੍ਰਭੂ ਹੈ, ਈਸ਼ਵਰ ਹੈ, ਉਹ ਬੜਾ ਬੇਪਰਵਾਹ ਹੈ। ਬੇਪਰਵਾਹ ਦਾ ਅਰਥ ਲਾਪਰਵਾਹ ਨਹੀਂ ਹੈ। ਲਾਪਰਵਾਹ ਦਾ ਅਰਥ ਹੁੰਦਾ ਹੈ ਜਿਹਨੂੰ ਆਪਾਂ ਕਹਿੰਦੇ ਅਨਰਿਸਪੌਂਸਿਬਲ, ਗੈਰ ਜ਼ਿੰਮੇਵਾਰ ਨਹੀਂ ਹੈ ਪਰਮਾਤਮਾ। ਉਹ ਬੜਾ ਜ਼ਿੰਮੇਵਾਰ ਹੈ, ਉਹ ਸਾਰੀ ਦੁਨੀਆ ਨੂੰ ਪੈਦਾ ਕਰਕੇ ਇਹਨਾਂ ਦੀ ਪ੍ਰਤਪਾਲਨਾ ਕਰ ਰਿਹਾ। ਪਰ ਬੇਪਰਵਾਹ, ਬੇਪਰਵਾਹ ਦਾ ਅਰਥ ਕਿ ਉਹਨੂੰ ਕੋਈ ਚਿੰਤਾ ਨਹੀਂ ਹੈ, ਉਹ ਬੜਾ ਆਨੰਦ ਵਿੱਚ ਰਹਿੰਦਾ ਹੈ, ਉਹ ਕੋਈ ਉਹਨੂੰ ਗਮ ਨਹੀਂ ਹੈ। ਉਹ ਪਰਮ ਪਿਤਾ ਪਰਮਾਤਮਾ ਸਾਡਾ ਜਿਹੜਾ ਹੈ ਉਹ ਬੜਾ ਬੇਪਰਵਾਹ ਹੈ। ਕਿਲ ਵਿਖ ਅਵਗਣ ਕਾਟਣ ਹਾਰਾ। ਉਹ ਤਾਂ ਸਾਡੇ ਵੱਡੇ ਵੱਡੇ ਪਾਪਾਂ ਨੂੰ ਕੱਟਣ ਦੇ ਸਮਰੱਥ ਹੈ, ਬੇਪਰਵਾਹ ਹੈ ਨਾ। ਉਹ ਸਾਡੇ ਔਗਣਾਂ ਨੂੰ ਅੰਡਿਠ ਕਰ ਦਿੰਦਾ ਹੈ, ਸਾਡੇ ਵੱਡੇ ਵੱਡੇ ਪਾਪਾਂ ਨੂੰ ਉਹ ਮੁਆਫ ਕਰ ਦਿੰਦਾ ਹੈ। ਸਾਡੇ ਕੋਲ ਜ਼ਿੰਦਗੀ 'ਚ ਬਹੁਤ ਗਲਤੀਆਂ ਹੁੰਦੀਆਂ ਨੇ, ਹਰ ਬੰਦਾ ਭੁੱਲਣਹਾਰ ਹੈ, ਇਨਸਾਨ ਹੈ ਹੀ ਭੁੱਲਣਹਾਰ ਹੈ। ਭੁੱਲਣ ਅੰਦਰ ਸਭ ਕੋ ਅਪੋਲ ਗੁਰੂ ਕਰਤਾਰ। ਜੇ ਬੰਦਾ ਭੁੱਲ ਨਾ ਕਰੇ ਤੇ ਫਿਰ ਪ੍ਰਮਾਤਮਾ ਬਣ ਗਿਆ ਨਾ। ਬੰਦਾ ਭੁੱਲਣਹਾਰ ਹੈ, ਜੇ ਬੰਦਾ ਭੁੱਲਣਹਾਰ ਹੈ ਤੇ ਪ੍ਰਮਾਤਮਾ ਬਖਸ਼ਣਹਾਰ ਹੈ। ਉਹ ਬਖਸ਼ਿੰਦ ਹੈ ਸਦਾ ਹੀ, ਅਸੀਂ ਭੁੱਲਣਹਾਰ ਹਾਂ, ਉਹ ਸਦਾ ਬਖਸ਼ਿੰਦ, ਇਹੀ ਉਹਦੀ ਵਡਿਆਈ ਹੈ। ਗੁਰੂ ਜੀ ਕਹਿੰਦੇ ਉਹ ਪਰਮ ਪਿਤਾ ਪਰਮਾਤਮਾ ਜਿਹੜਾ ਹੈ ਨਾ, ਉਹ ਸਾਡੇ ਵੱਡੇ ਵੱਡੇ ਕਿਲਵਖਾਂ ਨੂੰ, ਪਾਪਾਂ ਨੂੰ ਕੱਟਣ ਦੇ ਸਮਰੱਥ ਹੈ। ਉਹ ਬੜਾ ਦਿਆਲੂ ਹੈ, ਉਹ ਸਦ ਬਖਸ਼ਿੰਦ, ਸਦਾ ਮਿਹਰਬਾਨ ਹੈ, ਸਾਡੇ ਤੇ ਬਖਸ਼ਿਸ਼ ਕਰਦਾ ਹੈ। ਪ੍ਰੇਮ ਪ੍ਰੀਤ ਸਦਾ ਧਿਆਈਐ, ਪੈ ਪਾਏ ਭਗਤ ਦ੍ਰਿੜਾਵਣਿਆ। ਸਤਿਗੁਰੂ ਜੀ ਕਹਿੰਦੇ ਉਸ ਪਰਮਾਤਮਾ ਨੂੰ ਪਿਆਰ ਨਾਲ ਸਦਾ ਚੇਤੇ ਕਰੀਏ, ਪਿਆਰ ਕਰੀਏ ਉਹਨੂੰ, ਪਰਮਾਤਮਾ ਨੂੰ। ਪਰਮਾਤਮਾ ਨਾਲ ਜੰਗ ਕਰਨ ਦੀ ਲੋੜ ਨਹੀਂ। ਅਸੀਂ ਨਾ ਰੱਬ ਨਾਲ ਜੰਗ ਕਰਦੇ, ਸੰਘਰਸ਼ ਪਤਾ ਕੀ ਹੈ? ਮਹਾਰਾਜ ਜੀ ਇੰਨੇ ਪਾਠ ਕਰਾਂਗੇ, ਇਹ ਕੁਝ ਦੇ ਦਿਓ, ਸੰਘਰਸ਼ ਹੈ। ਇੰਨਾ ਕੁਝ ਅਸੀਂ ਕੀਤਾ, ਇਹ ਸਾਨੂੰ ਦੇ ਦਿਓ, ਇਹ ਦਿਓਗੇ, ਇਹ ਕੁਝ ਕਰਾਂਗੇ, ਇਹ ਪਾਠ ਕਰਾ ਦਾਂਗੇ, ਇਹ ਹੁੰਦਾ ਸੰਘਰਸ਼, ਲੈਣ ਦੇਣ। ਜੇ ਵਪਾਰ ਕਰਦੇ ਸੀ ਰੱਬ ਦੇ ਨਾਲ, ਰੱਬ ਨਾਲ ਪਿਆਰ ਕਰੋ। ਤੁਸੀਂ ਭਾਵੇਂ ਥੋੜਾ ਵੀ ਕਰ ਲਓ, ਪਾਠ ਕਰ ਲਓ, ਕਰੋ ਪਿਆਰ ਦੇ ਨਾਲ। ਜਿੰਨਾ ਉਹਨੂੰ ਪਿਆਰ ਕਰੋਗੇ ਉਹ ਤੇ ਪਿਆਰ ਦਾ ਹੀ ਸਰੂਪ ਹੈ। ਜਦੋਂ ਪ੍ਰਮਾਤਮਾ ਨੂੰ ਪਿਆਰ ਕਰਾਂਗੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਪ੍ਰੇਮ ਪ੍ਰੀਤ ਸਦਾ ਧਿਆਈਐ, ਪੈ ਭਾਏ ਭਗਤ ਦ੍ਰਿੜਾਵਣਿਆ। ਜਦੋਂ ਤੁਸੀਂ ਉਹਨੂੰ ਪਿਆਰ ਨਾਲ ਚੇਤੇ ਕਰੋਗੇ, ਗੁਰੂ ਕਲਗੀਧਰ ਪਾਤਸ਼ਾਹ ਜੀ ਕਹਿੰਦੇ, ਜਿੰਨਾ ਚਿਰ ਮਰਜ਼ੀ ਅੱਖਾਂ ਮੀਟ ਕੇ ਬੈਠੇ ਰਹੋ, ਨਹੀਂ ਜੋ ਮਿਲਣਾ। ਜਿੰਨੇ ਮਰਜ਼ੀ ਪਾਠ ਕਰੀ ਜੋ, ਨਹੀਂ ਜੋ ਮਿਲਣਾ। ਜਿੰਨਾ ਮਰਜ਼ੀ ਨੰਗੇ ਪੈਰੀ ਤੁਰੇ ਫਿਰੋ, ਤੀਰਥਾਂ ਤੇ ਤੁਰੇ ਫਿਰੋ, ਇੱਦਾਂ ਨਹੀਂ ਮਿਲਣਾ। ਉਹਨੂੰ ਪਿਆਰ ਕਰੋ। ਤੁਸੀਂ ਬਾਣੀ ਪੜ੍ਹਨੀ ਹੈ, ਪਿਆਰ ਨਾਲ ਕਰੋ। ਗੁਰੂ ਦੇ ਦਰ ਤੇ ਆਉਣਾ, ਪਿਆਰ ਨਾਲ ਕਰੋ। ਸਤਿਗੁਰੂ ਸਾਹਿਬ ਜੀ ਕਹਿੰਦੇ, ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ, ਛੇਤੀ ਖੁਸ਼ੀ ਸਵਾਰੀਏ ਨਾਨਕ ਕਾਰ ਸਾਰੋ। ਬੱਧਿਆਂ ਰੁੱਧਿਆਂ ਜਿਹੜਾ ਕੰਮ ਕਰੋਗੇ ਨਾ, ਮੇਰਾ ਜੀ ਨਹੀਂ ਕਰਦਾ। ਪਤਾ ਕਿਸੇ ਨੇ ਕੀ ਕਿਹਾ? ਚੱਲ ਜੇ ਕੋਈ ਗੱਲ ਨਹੀਂ ਬਣਦੀ, ਐਨੇ ਦਿਨ ਗੁਰਦੁਆਰੇ ਹੀ ਜਾਇਆ। ਫਿਰ ਮੈਂ ਕਿਸੇ ਦੇ ਕਹਿਣ ਤੇ ਨਾ ਗੁਰਦੁਆਰੇ ਆਉਣ ਲੱਗ ਪਿਆ, ਚੰਗੀ ਗੱਲ ਹੈ। ਪਰ ਮੈਂ 41 ਦਿਨ ਆਇਆ, ਮੁੜ ਕੇ ਆਇਆ ਹੀ ਨਹੀਂ, ਕਿਉਂਕਿ ਮੈਂ ਐਵੇਂ ਬੱਧਾ ਰੁੱਧਾ ਜਿਹਾ ਆਇਆ ਨਾ, ਪਿਆਰ ਨਾ ਬਣਿਆ। ਮੈਂ ਕਿਸੇ ਦੇ ਕਹਿਣ ਤੇ ਪਾਠ ਕਰਨ ਲੱਗ ਪਿਆ, ਚਲੋ ਜੀਤ ਨਹੀਂ ਕਰਦਾ, ਫਿਰ ਰੱਬ ਲੈ ਕੇ ਗੁਟਕਾ ਬੈਠ ਗਿਆ, ਚਲੋ ਸੁਖਮਨੀ ਸਾਹਿਬ ਕਰ ਲਓ, ਚੰਗੀ ਗੱਲ ਹੈ। ਪਰ ਬੱਧਿਆਂ ਰੁੱਧਿਆਂ ਕੀਤਾ।
ਹੁਣ ਜੀ ਨਹੀਂ ਕਰਦਾ, ਕਿਸੇ ਨੇ ਕਿਹਾ ਯਾਰ ਘਰ 'ਚ ਵਿਆਹ ਆ ਗਿਆ ਬੱਚਿਆਂ ਦਾ, ਹੋਰ ਕੋਈ ਨਹੀਂ ਤੇ ਪਾਠ ਹੀ ਕਰਾ ਲੈ, ਪਾਠ ਕਰਾ ਲਿਆ। ਕੋਈ ਮੈਂ ਭਗਤ ਨਹੀਂ ਬਣ ਗਿਆ ਪਾਠ ਕਰਾ ਕੇ, ਉਹ ਤੇ ਬੱਚਿਆਂ ਰੁੱਧਿਆਂ ਕਰਾਇਆ। ਕਿਉਂਕਿ ਜੇ ਮੈਂ ਪਿਆਰ ਨਾ ਕਰਾਉਂਦਾ ਤੇ ਬੈਠ ਕੇ ਸੁਣਦਾ। ਹੁਣ ਬੈਠ ਕੇ ਤੇ ਮੈਂ ਸੁਣਿਆ ਹੀ ਨਹੀਂ, ਮੇਰੇ ਕੋਲ ਟਾਈਮ ਹੀ ਨਹੀਂ, ਬੱਧੇ ਰੁੱਧੇ। ਜੇ ਦੁਨੀਆ ਕੀ ਕਹੇਗੀ, ਪਾਠ ਹੀ ਨਹੀਂ ਕਰਾਇਆ, ਦੁਨੀਆ ਕੀ ਕਹੇਗੀ, ਉਹ ਬੱਧੇ ਰੁੱਧੇ। ਤੇ ਗੁਰਬਾਣੀ ਕਹਿੰਦੀ ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ, ਛੇਤੀ ਖੁਸ਼ੀ ਸਵਾਰੀਏ। ਚਾਹ ਦੇ ਨਾਲ ਕੰਮ ਕਰੋ, ਜਿਹੜਾ ਕਰਨਾ ਪਿਆਰ ਨਾਲ ਕੰਮ ਕਰੋ। ਸਤਿਗੁਰੂ ਜੀ ਕਹਿੰਦੇ ਜਦੋਂ ਪਿਆਰ ਨਾਲ ਉਸ ਪ੍ਰਮਾਤਮਾ ਨੂੰ ਚੇਤੇ ਕਰੋਗੇ, ਪ੍ਰੇਮ ਪ੍ਰੀਤ ਸਦਾ ਧਿਆਈ ਹੈ, ਉਸ ਵਾਹਿਗੁਰੂ ਜੀ ਨੂੰ ਪਿਆਰ ਨਾਲ ਚੇਤੇ ਕਰੋ। ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਬਚਨ ਨੇ, ਸਾਚ ਕਹੋ ਸੁਨ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨੇ ਪ੍ਰਮਾਤਮਾ ਨੂੰ ਪਿਆਰ ਕੀਤਾ ਉਹ ਪ੍ਰਮਾਤਮਾ ਨੂੰ ਪ੍ਰਾਪਤ ਕਰ ਸਕਦਾ ਹੈ, ਵਪਾਰ ਵਾਲਾ ਨਹੀਂ। ਇਹ ਨਹੀਂ ਕਿ ਮੈਂ ਇਹ ਕੁਝ ਕਰਾਂਗਾ ਤੇ ਰੱਬ ਮਿਲ ਜਾਏ, ਮਨ ਹੱਠ ਦੇ ਨਾਲ ਉਹ ਨਹੀਂ ਮਿਲਣਾ। ਤੇ ਸਤਿਗੁਰੂ ਜੀ ਕਹਿੰਦੇ ਜਦੋਂ ਤੁਸੀਂ ਪਿਆਰ ਕਰੋਗੇ ਪੈ ਭਾਏ ਭਗਤ ਦਰੜਾਵਣਿਆ, ਵਾਹਿਗੁਰੂ ਤੁਹਾਡੇ ਅੰਦਰ ਹੋਰ ਭਾਉ ਭਗਤੀ ਪੈਦਾ ਕਰੇਗਾ। ਜਿੰਨਾ ਬਾਣੀ ਨੂੰ ਪਿਆਰ ਨਾਲ ਪੜੋਗੇ ਤੁਹਾਡੇ ਅੰਦਰ ਹੋਰ ਪਿਆਰ ਪੈਦਾ ਹੋਏਗਾ, ਤੁਹਾਡੇ ਅੰਦਰ ਹੋਰ ਸ਼ਰਧਾ ਪੈਦਾ ਹੋਏਗੀ। ਜਿੰਨਾ ਗੁਰੂ ਦੇ ਦਰ ਤੇ ਇੱਕ ਕਦਮ ਵੀ ਪਿਆਰ ਨਾਲ ਪੁੱਟੋਗੇ ਤੁਹਾਡੇ ਅੰਦਰ ਹੋਰ ਖਿੱਚ ਪੈਦਾ ਹੋਏਗੀ, ਹੋਰ ਪਿਆਰ ਪੈਦਾ ਹੋਏਗਾ। ਇਹ ਪਿਆਰ ਤੁਹਾਨੂੰ ਨਿਰੰਕਾਰ 'ਚ ਲਿਵਲੀਨ ਕਰ ਦੇਵੇਗਾ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਪਿਆਰ ਨਾਲ ਉਸ ਵਾਹਿਗੁਰੂ ਜੀ ਨੂੰ ਚੇਤੇ ਕਰੋ, ਵਾਹਿਗੁਰੂ ਤੁਹਾਨੂੰ ਭਾਉ ਭਗਤੀ ਦ੍ਰਿੜ ਕਰਾ ਦੇਵੇਗਾ, ਉਹਦੇ ਪਿਆਰ 'ਚ ਲਿਵਲੀਨ ਹੋ ਜਾਓਗੇ। ਤੇਰੀ ਭਗਤ ਸੱਚੀ ਜੇ ਸੱਚੇ ਭਾਵੈ। ਸਤਿਗੁਰੂ ਜੀ ਕਹਿੰਦੇ ਵਾਹਿਗੁਰੂ ਜੀਓ ਤੁਹਾਡੀ ਭਗਤੀ ਤੇ ਤਾਂ ਹੀ ਅਸੀਂ ਕਰ ਸਕਦੇ ਜੇ ਅਸੀਂ ਤੁਹਾਨੂੰ ਚੰਗੇ ਲੱਗੀਏ, ਭਾਵ ਤੁਹਾਡੀਆਂ ਨਜ਼ਰਾਂ 'ਚ। ਭਗਤੀ ਉਹ ਹੈ ਜਿਹੜੀ ਰੱਬ ਨੂੰ ਪ੍ਰਵਾਨ ਹੋ ਜਾਏ। ਇੱਕ ਗੁਰੂ ਕਾ ਬਚਨ ਪੜ੍ਹਦੇ, ਸਾਧ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ। ਸੇਵਾ ਉਹ ਸੇਵਾ ਹੈ ਜਿਹਦੇ ਤੇ ਗੁਰੂ ਤਰੁੱਠਦਾ। ਜਿਹੜੀ ਸਿਰਫ ਲੋਕ ਦਿਖਾਵੇ ਲਈ ਉਹ ਸੇਵਾ ਨਹੀਂ ਹੈ ਕਿ ਦੁਨੀਆ ਦੇਖੇ, ਫੋਟੋ ਸੋਟੋ ਲੱਗ ਜੇ ਮੇਰੀ ਅਖਬਾਰ 'ਚ, ਨਾ ਲੱਗੀ ਤੇ ਮੈਂ ਨਾਰਾਜ਼ ਹੀ ਹੋ ਗਿਆ। ਸੇਵਾ ਅਸੀਂ ਕੀਤੀ, ਸਾਡੀ ਫੋਟੋ ਹੀ ਨਹੀਂ ਆਈ, ਨਾਰਾਜ਼ ਨਹੀਂ ਹੋ ਜਾਂਦੇ ਕਈ ਕਿ ਅਸੀਂ ਵੀ ਤੇ ਸੇਵਾ ਕਰਦੇ ਹਾਂ, ਸਾਡਾ ਤੇ ਨਾਂ ਹੀ ਨਹੀਂ ਆਉਂਦਾ। ਸਤ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ। ਸੇਵਾ ਉਹ ਸੇਵਾ ਹੈ, ਸਫਲ ਹੈ, ਫਲਦਾਇਕ ਹੈ ਜਿਹਦੇ ਤੇ ਗੁਰੂ ਤਰੁੱਠ ਜਾਏ, ਗੁਰੂ ਪ੍ਰਸੰਨ ਹੋ ਜਾਏ। ਜਦੋਂ ਗੁਰੂ ਤਰੁੱਠ ਪਿਆ ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸਮਲ ਭੰਨੇ। ਜਦੋਂ ਗੁਰੂ ਤਰੁੱਠ ਪਿਆ ਤੇ ਜ਼ਿੰਦਗੀ ਅੰਦਰੋਂ ਪਾਪਾਂ ਦੀ ਗੱਲ ਤਾਂ ਸਦੀਵੀ ਤੌਰ ਤੇ ਮੁੱਕ ਜਾਏਗੀ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਕਿ ਵਾਹਿਗੁਰੂ ਜੀਓ ਤੁਹਾਡੀ ਭਗਤੀ ਜਿਹੜੀ ਹੈ ਨਾ ਤਾਂ ਹੀ ਪ੍ਰਵਾਨ ਹੈ। ਜੇ ਅਸੀਂ ਤੁਹਾਨੂੰ ਪ੍ਰਵਾਨ ਹੋ ਜਾਈਏ, ਤੁਹਾਡੇ ਦਰ ਤੇ ਪ੍ਰਵਾਨ ਹੋ ਜਾਈਏ, ਤਾਂ ਤੁਹਾਡੀ ਭਗਤੀ ਕਰ ਸਕਦੇ ਹਾਂ। ਆਪੇ ਦੇ ਨਾ ਪਛੋਤਾਵੈ। ਉਹ ਵਾਹਿਗੁਰੂ ਜੀ ਬੇਅੰਤ ਦਾਤਾਂ ਸਾਨੂੰ ਦੇ ਰਹੇ ਹੈ। ਨਾਮ ਦੀ ਦਾਤ ਵੀ ਉਹਨੇ ਦੇਣੀ ਹੈ, ਪਰ ਉਹ ਵਾਹਿਗੁਰੂ ਜੀ ਇੰਨਾ ਮਹਾਨ ਹੈ ਕਿ ਉਹ ਦਾਤਾਂ ਦੇ ਕੇ ਝੂਰਦਾ ਨਹੀਂ ਹੈ। ਭਾਈ ਗੁਰਦਾਸ ਜੀ ਨੇ ਇੱਕ ਗੱਲ ਕਹੀ ਸੀ, ਦਾਤਾ ਉਹ ਨਾ ਮੰਗੀਐ ਫਿਰ ਮੰਗਣ ਜਾਈਏ, ਹੋਛਾ ਸਾਹ ਨਾ ਕੀ ਚਾਹੀ ਫਿਰ ਪਛੋਂ ਤਾਈਏ। ਇਹੋ ਜਿਹੇ ਸ਼ਾਹ ਦੇ ਨਾਲ ਆਪਾਂ ਸਾਂਝ ਨਾ ਪਾਈਏ ਜਿਹਦੇ ਨਾਲ ਸਾਂਝ ਪਾ ਕੇ ਮੁੜ ਕੇ ਝੂਰ ਨਹੀਂ ਪਏ। ਪਰਮਾਤਮਾ ਜਿਹੜਾ ਹੈ ਉਹ ਇੰਨਾ ਦਿਆਲੂ ਹੈ, ਉਹ ਦਾਤਾਂ ਦੇ ਕੇ ਝੂਰਦਾ ਨਹੀਂ ਹੈ, ਉਹ ਦਾਤਾਂ ਦੇ ਹੀ ਜਾਂਦਾ ਹੈ। ਦੇਣਾ ਉਹਦਾ ਸੁਭਾਵ ਹੈ, ਦਾਤਾਂ ਦੇਣੀਆਂ ਉਹਦਾ ਇੱਕ ਸੁਭਾਵ ਹੈ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਉਹ ਪਰਮ ਪਿਤਾ ਪਰਮਾਤਮਾ ਦਾਤਾਂ ਦੇ ਹੀ ਜਾਂਦਾ ਹੈ, ਔਰ ਦਾਤਾਂ ਦੇਣ ਤੋਂ ਬਾਅਦ ਉਹ ਪਛਤਾਉਂਦਾ ਨਹੀਂ ਹੈ, ਸਗੋਂ ਦਇਆ ਦ੍ਰਿਸ਼ਟੀ ਕਰਦਾ ਹੈ। ਸਭਨਾ ਜੀਆਂ ਕਾ ਏਕੋ ਦਾਤਾ, ਸਬਦੇ ਮਾਰ ਜੀਵਾਵਣਿਆ। ਸਤਿਗੁਰੂ ਜੀ ਕਹਿੰਦੇ ਸਮੁੱਚੀ ਮਾਨਵਤਾ ਦਾ ਇੱਕੋ ਹੀ ਦਾਤਾ ਹੈ, ਪਰਮ ਪਿਤਾ ਪਰਮਾਤਮਾ। ਹਰ ਮਨੁੱਖ ਨੂੰ ਰਿਜ਼ਕ ਦੇਣ ਵਾਲਾ ਵਾਹਿਗੁਰੂ ਹੈ। ਭਾਵੇਂ ਕੋਈ ਗਰੀਬ ਹੈ, ਭਾਵੇਂ ਅਮੀਰ ਹੈ, ਭਾਵੇਂ ਕੋਈ ਪੜ੍ਹਿਆ ਹੈ, ਭਾਵੇਂ ਨਹੀਂ ਪੜ੍ਹਿਆ, ਭਾਵੇਂ ਕੋਈ ਉੱਚਾ ਹੈ, ਨੀਵਾਂ ਹੈ, ਰੋਟੀ ਸਾਰਿਆਂ ਨੂੰ ਪਰਮਾਤਮਾ ਦੇ ਰਿਹਾ। ਸਤਿਗੁਰੂ ਜੀ ਦਾ ਅੰਮ੍ਰਿਤ ਬਚਨ ਕਿ ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਇਹ ਸਾਰੀ ਦੁਨੀਆ ਜਿਹੜੀ ਇਹ ਭਿਖਾਰੀ ਹੈ, ਕੋਈ ਵੱਡਾ ਭਿਖਾਰੀ ਹੈ, ਕੋਈ ਛੋਟਾ ਭਿਖਾਰੀ ਹੈ ਸਾਰੇ ਭਿਖਾਰੀ। ਆਪਾਂ ਰੱਬ ਦੀਆਂ ਦਿੱਤੀਆਂ ਦਾਤਾਂ ਅਸੀਂ ਵਰਤਦੇ ਹਾਂ। ਦਾਤਾ ਸਾਰਿਆਂ ਦਾ ਇੱਕੋ ਹੀ ਹੈ, ਪਰਮਾਤਮਾ। ਰੋਜ਼ ਗੁਰੂ ਕਾ ਇੱਕ ਬਚਨ ਪੜ੍ਹਦੀ, ਸਭਨਾ ਜੀਆਂ ਕਾ ਇੱਕ ਦਾਤਾ। ਸਮੁੱਚੀ ਮਾਨਵਤਾ ਦਾ ਇੱਕੋ ਇੱਕ ਦਾਤਾ ਹੈ। ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਉਹੀ ਸਾਰਿਆਂ ਨੂੰ ਦਾਤਾ ਦਿੰਦਾ ਹੈ, ਤੇ ਉਹ ਹੀ ਜੀਵਾਂ ਨੂੰ ਜੀਵਨ ਵੀ ਦਿੰਦਾ ਹੈ, ਉਹੀ ਜੀਵਾਂ ਨੂੰ ਮੁੜ ਕੇ ਖਤਮ ਹੀ ਕਰਦਾ ਹੈ। ਇਸ ਜ਼ਿੰਦਗੀ ਦੇ ਅੰਦਰ
ਮਾਰ ਜੀਵਾਵਣਿਆਂ ਦਾ ਅਰਥ ਹੈ ਕਿ ਆਪਣੇ ਮਨੁੱਖ ਦੇ ਅੰਦਰੋਂ ਅਹੰਕਾਰ ਨੂੰ ਮੇਟ ਕੇ, ਮਨ ਦੀ ਮੱਤ ਨੂੰ ਮੇਟ ਕੇ ਫਿਰ ਉਹਨੂੰ ਆਤਮਿਕ ਜੀਵਨ ਦੇ ਦਿੰਦਾ ਹੈ, ਨਵੀਂ ਜ਼ਿੰਦਗੀ ਦੇ ਦਿੰਦਾ ਹੈ ਪਰਮਾਤਮਾ। ਹਰ ਤੁਧ ਬਾਝਹੁ ਮੈਂ ਕੋਈ ਨਾਹੀ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ, ਹੈ ਪਰਮ ਪਿਤਾ ਪਰਮਾਤਮਾ, ਮੈਨੂੰ ਤੁਹਾਡੇ ਤੋਂ ਬਿਨਾਂ ਕੋਈ ਆਸਰਾ ਨਹੀਂ ਹੈ। ਜਿਨੇ ਤੁਸੀਂ ਮਹਾਨ ਹੋ, ਜਿੰਨੀਆਂ ਤੁਸੀਂ ਬਖਸ਼ਾਂ ਕਰਦੇ ਹੋ, ਦਿਆਲੂ ਹੋ, ਕਿਰਪਾਲੂ ਹੋ, ਤੁਹਾਡੇ ਵਰਗਾ ਹੋਰ ਕੋਈ ਹੈ ਹੀ ਨਹੀਂ ਹੈ। ਤੁਹਾਡੇ ਤੋਂ ਬਿਨਾਂ ਮੈਨੂੰ ਕੋਈ ਆਸਰਾ ਨਹੀਂ ਹੈ। ਹਰ ਤੁਧੈ ਸੇਵੀ ਤੈ ਤੁਧ ਸਲਾਹੀ। ਵਾਹਿਗੁਰੂ ਜੀ, ਮੈਂ ਸਿਰਫ ਤਾਂ ਸਿਰਫ ਤੁਹਾਡੀ ਸੇਵਾ ਕਰਦਾ ਹਾਂ, ਤੁਹਾਡੀ ਹੀ ਸਿਫਤ ਸਲਾਹ ਕਰਦਾ ਹਾਂ। ਤੁਹਾਡੇ ਤੋਂ ਬਿਨਾਂ ਹੋਰ ਕੋਈ ਮੈਨੂੰ ਆਸਰਾ ਨਹੀਂ ਹੈ। ਤੇ ਗੁਰਬਾਣੀ ਨੇ ਵੀ ਸਾਨੂੰ ਇੱਕੋ ਇੱਕ ਪ੍ਰੇਰਣਾ ਦਿੱਤੀ ਕਿ ਹਰ ਇੱਕੋ ਦਾਤਾ ਸੇਵੀਏ, ਹਰ ਇੱਕ ਧਿਆਈਏ। ਹਰ ਇੱਕੋ ਦਾਤਾ ਮੰਗੀਏ, ਮਨ ਚਿੰਦਿਆ ਫਲ ਪਾਈਏ। ਕੇਵਲ ਤਾਂ ਕੇਵਲ ਇੱਕ ਪਰਮਾਤਮਾ ਦੀ ਸੇਵਾ ਕਰੋ। ਏਕੋ ਜਪ ਏਕੋ ਸਾਲਾਹੇ, ਏਕ ਸਿਮਰ ਏਕੋ ਮਨ ਆਹੇ, ਏਕ ਸਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ। ਕੇਵਲ ਇੱਕ ਪਰਮ ਪਿਤਾ ਪਰਮਾਤਮਾ ਦੇ ਨਾਲ ਜੁੜੋ, ਹੋਰ ਕਿਸੇ ਪਾਸੇ ਜਾਣ ਦੀ ਲੋੜ ਨਹੀਂ ਹੈ। ਇਹ ਮਨੁੱਖ ਵਾਹਿਗੁਰੂ ਜੀ ਨੇ ਆਪਣੀ ਅੰਸ਼ ਪੈਦਾ ਕੀਤਾ ਹੈ। ਗੁਰਬਾਣੀ ਕਹਿੰਦੀ, ਕਹੋ ਕਬੀਰ ਤੂੰ ਰਾਮ ਕੀ ਇਹ ਰਾਮ ਕੀ ਅੰਸ਼। ਅਸੀਂ ਰੱਬ ਦੇ ਬੱਚੇ ਹਾਂ। ਰੋਜ਼ ਅਰਦਾਸ ਕਰਦੇ, ਤੁਮ ਮਾਤ ਪਿਤਾ ਹਮ ਬਾਰਕ ਤੇਰੇ। ਜੇ ਅਸੀਂ ਰੱਬ ਦੇ ਬੱਚੇ ਹਾਂ ਤੇ ਫਿਰ ਸਾਨੂੰ ਹੋਰਨਾਂ ਕੋਲ ਜਾਣ ਦੀ ਕੀ ਲੋੜ ਹੈ। ਸਾਡਾ ਉਹ ਪਰਮਾਤਮਾ ਇੰਨਾ ਮਹਾਨ, ਜਾ ਕਾ ਠਾਕੁਰ ਉੱਚਾ ਹੋਈ, ਸੋ ਜਨ ਪਰ ਕਰ ਜਾਤ ਨ ਸੋਈ। ਹੁਣ ਹੋਵੇ ਕੋਈ ਰਾਜੇ ਦਾ ਮੁੰਡਾ, ਰਾਜਕੁਮਾਰ, ਤੇ ਉਹ ਮੰਗਤਿਆਂ ਪਾਸੋਂ ਜਾ ਕੇ ਮੰਗੇ ਮੈਨੂੰ ਰੋਟੀ ਦੇ ਦਿਓ, ਮੰਗਤਿਆਂ ਕੋਲ ਜਾ ਕੇ, ਇੱਕ ਸ਼ੋਭਾ ਬਣਦੀ ਆ। ਅਸੀਂ ਇਸ ਧਰਤੀ ਦੇ ਰਾਜੇ ਹਾਂ, ਅਸੀਂ ਪਰਮਾਤਮਾ ਦੀ ਅੰਸ਼ ਹਾਂ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਅਸੀਂ ਐਵੇਂ ਕਬਰਾਂ 'ਤੇ ਜਾ ਕੇ ਮੰਗੀਏ, ਐਵੇਂ ਮਿੱਟੀ ਦੀਆਂ ਢੇਰੀਆਂ ਕੋਲ ਜਾ ਕੇ ਮੰਗੀਏ, ਅਸੀਂ ਐਵੇਂ ਪਸ਼ੂਆਂ ਦੇ ਮੂਹਰੇ ਖੜੇ ਰਹੀਏ, ਐਵੇਂ ਬੰਦਿਆਂ ਕੋਲ ਜਾ ਕੇ ਖੜੇ ਰਹੀਏ, ਸ਼ੋਭਾ ਬਣਦੀ ਹੈ ਕੋਈ? ਪਰਮਾਤਮਾ ਵੀ ਹੈਰਾਨ ਹੁੰਦਾ ਹੋਣਾ ਕਿ ਕਿਹੜੇ ਬੰਦੇ ਨੂੰ ਬੰਦਾ ਬਣਾ ਕੇ ਭੇਜਤਾ ਧਰਤੀ 'ਤੇ, ਜਿਹਨੂੰ ਪਤਾ ਹੀ ਨਹੀਂ ਕਿ ਮੈਂ ਬੰਦਾ। ਹੁਣ ਬੰਦੇ ਨੂੰ ਪਤਾ ਹੀ ਨਹੀਂ ਕਿ ਮੈਂ ਬੰਦਾ, ਬੰਦੇ ਨੂੰ ਪਤਾ ਨਹੀਂ ਆਪਣੀ ਮਹਾਨਤਾ ਦਾ, ਆਪਣੀ ਵੈਲਿਊ ਦਾ। ਹੁਣ ਅਸੀਂ ਕਹਿੰਦੇ ਬੰਦਾ 84 ਲੱਖ ਜੂਨਾਂ 'ਚੋਂ ਉੱਤਮ ਹੈ, ਸਾਰੇ ਕਹਿੰਦੇ, ਸਾਰੇ ਧਰਮ ਗ੍ਰੰਥ ਕਹਿੰਦੇ ਨੇ। ਜੇ ਬੰਦਾ 84 ਲੱਖ ਜੂਨਾਂ 'ਚ ਉੱਤਮ ਹੈ ਤੇ ਪਸ਼ੂਆਂ ਨੂੰ ਮੱਥੇ ਕਿਉਂ ਟੇਕਦਾ? ਬਈ ਪਸ਼ੂ ਉੱਤਮ ਨੇ ਕੋਈ? ਪਸ਼ੂਆਂ ਦੀ ਦੇਖੋ, ਕਿਸੇ ਜੀਵ ਤੇ ਜ਼ੁਲਮ ਨਹੀਂ ਕਰਨਾ ਚਾਹੀਦਾ। ਜਿਹੜੇ ਪਸ਼ੂ ਘਰਾਂ 'ਚ ਰੱਖੇ ਉਹਨਾਂ ਦੀ ਸੰਭਾਲ ਕਰੋ ਭਾਈ, ਪਰ ਪਸ਼ੂਆਂ ਨੂੰ ਮੱਥਾ ਟੇਕੀ ਜਾਣਾ, ਪਸ਼ੂਆਂ ਦੀ ਪੂਜਾ ਕਰੀ ਜਾਣੀ, ਮਿੱਟੀ ਦੀਆਂ ਢੇਰੀਆਂ ਦੀ ਪੂਜਾ ਕਰੀ ਜਾਣੀ, ਕਬਰਾਂ ਦੀ ਪੂਜਾ ਕਰੀ ਜਾਣੀ, ਇਹ ਬੰਦੇ ਦੀ ਗੱਲ ਹੈ ਕੋਈ? ਬੰਦੇ ਨੇ ਤੇ ਆਪਣੇ ਨਾਮ ਨੂੰ ਹੀ ਨੀਵਿਆਂ ਕਰਤਾ। ਭਾਈ ਗੁਰਦਾਸ ਜੀ ਦਾ ਬਚਨ ਕਿ ਖਾਣੀ ਬਾਣੀ ਜੁਗ 4 ਲੱਖ 84 ਜੋਨ ਉਪਾਈ, ਉੱਤਮ ਜੋਨ ਵਖਾਣੀਏ ਮਾਨ ਜੋਨ ਦੁਲਭ ਦਿਖਾਈ, ਸਭ ਜੂਨੀ ਕਰ ਵਾਸਤੇ ਸਮਾਨ ਸੁਨੋ ਦਿੱਤੀ ਵਡਿਆਈ, ਬਹੁਤੇ ਮਾਨ ਜਗਤ ਵਿੱਚ ਪਰਾਧੀਨ ਕੇ ਸਮਝ ਨਾ ਆਈ। ਇੰਨੀ ਵਡਿਆਈ ਦਿੱਤੀ ਕਿ ਸਾਰੀਆਂ ਜੂਨਾਂ ਇਹਦੇ ਅਧੀਨ ਸਨ, ਇਹਦੇ ਅਧੀਨ। ਗੁਰਬਾਣੀ ਕਹਿੰਦੀ, ਇਸ ਧਰਤੀ ਮੇਂ ਤੇਰੀ ਸਿਕਦਾਰੀ ਅਵਰ ਜੋਨ ਤੇਰੀ ਪਨਿਹਾਰੀ। ਪਰ ਬੰਦਾ ਐਵੇਂ ਪਸ਼ੂਆਂ ਦੀ ਪੂਜਾ ਕਰਨ ਲੱਗ ਪਿਆ। ਇੱਕ ਨਾ ਮਿੱਟੀ ਦੀਆਂ ਮੂਰਤਾਂ ਨਹੀਂ ਬਣਾ ਕੇ ਸੜਕਾਂ 'ਤੇ ਵੇਚਦੇ ਆ, ਥਾਂ ਥਾਂ 'ਤੇ ਚੌਂਕਾਂ 'ਚ ਬੈਠੇ ਹੁੰਦੇ ਨੇ। ਉਹ ਮੂਰਤਾਂ ਬਣਾਉਣ ਵਾਲਾ ਰੱਬ ਨਾਲ ਗੱਲਬਾਤ ਕਰਨ ਲੱਗਿਆ, ਰੱਬਾ ਤੇਰਾ ਮੇਰਾ ਕੰਮ ਇੱਕੋ ਜਿਹਾ ਹੀ ਹੈ, ਤੂੰ ਬੰਦਿਆਂ ਦੀਆਂ ਮੂਰਤਾਂ ਬਣਾਈਆਂ, ਮੈਂ ਮਿੱਟੀ ਦੀਆਂ ਮੂਰਤਾਂ ਬਣਾਤੀਆਂ। ਮਿੱਟੀ ਦੀਆਂ ਮੂਰਤਾਂ ਦੇ ਦੇਵਤੇ ਬਣਾਤੇ, ਬੰਦੇ ਨੇ ਤਾਂ ਰੱਬ ਦੀਆਂ ਮੂਰਤਾਂ ਬਣਾ ਵੇਚਣੀਆਂ ਸ਼ੁਰੂ ਕਰਤੀਆਂ। ਬੰਦਾ ਕਿੰਨਾ ਚਲਾਕ ਹੈ, ਰੱਬ ਨੂੰ ਵੇਚਣਾ ਸ਼ੁਰੂ ਕਰਤਾ ਇਹਨੇ। ਰੱਬ ਦੀਆਂ ਮੂਰਤਾਂ ਬਣਾ ਕੇ, ਕੋਈ 250 ਦਾ ਰੱਬ ਹੈ, ਕੋਈ 500 ਦਾ ਰੱਬ ਹੈ, ਰੱਬ ਦੀਆਂ ਮੂਰਤਾਂ ਬਣਾ ਕੇ ਵੇਚਣੀਆਂ ਸ਼ੁਰੂ ਕਰਤੀਆਂ ਬੰਦੇ ਨੇ। ਉਹ ਕਹਿਣ ਲੱਗਾ, ਹੇ ਰੱਬ ਪਰਮਾਤਮਾ ਤੇਰਾ ਤੇ ਮੇਰਾ ਕੰਮ ਇੱਕੋ ਜਿਹਾ ਹੈ, ਤੂੰ ਬੰਦਿਆਂ ਦੀਆਂ ਮੂਰਤਾਂ ਬਣਾਈਆਂ, ਮੈਂ ਮਿੱਟੀ ਦੀਆਂ ਮੂਰਤਾਂ ਬਣਾਤੀਆਂ ਤੇਰੀਆਂ। ਪਰ ਕਹਿਣ ਲੱਗਾ, ਰੱਬ ਜੀ ਮੈਨੂੰ ਇੱਕ ਨਹੀਂ ਸਮਝ ਆਈ, ਤੇਰੀਆਂ ਬਣਾਈਆਂ ਮੂਰਤਾਂ ਮੇਰੀਆਂ ਬਣਾਈਆਂ ਮੂਰਤਾਂ ਨੂੰ ਮੱਥੇ ਟੇਕਣ ਲੱਗ ਪਈਆਂ। ਤੇਰੀਆਂ ਬਣਾਈਆਂ ਮੂਰਤਾਂ ਮੇਰੀਆਂ ਬਣਾਈਆਂ ਮੂਰਤਾਂ ਨੂੰ ਮੱਥੇ ਟੇਕਦੀਆਂ ਨੇ। ਹੁਣ ਵੱਡਾ ਕੌਣ ਹੋਇਆ? ਉਹ ਬੰਦਾ ਹੀ ਹੋ ਗਿਆ ਨਾ। ਬੰਦਾ ਮੂਰਤਾਂ ਨੂੰ ਮੱਥੇ ਟੇਕਣ ਲਈ ਨਹੀਂ ਸੀ ਬਣਿਆ, ਬੰਦਾ ਕੋਈ ਪਸ਼ੂਆਂ ਨੂੰ ਮੱਥੇ ਟੇਕਣ ਲਈ ਸੀ ਬਣਿਆ, ਬੰਦਾ ਕਬਰਾਂ ਨੂੰ ਮੱਥੇ ਟੇਕਣ ਲਈ ਨਹੀਂ ਸੀ ਬਣਿਆ। ਇਹ ਬੰਦੇ ਦੀ ਇੱਕ ਜ਼ਿੰਮੇਵਾਰੀ ਹੈ। ਬੰਦੇ ਦੀ ਜ਼ਿੰਮੇਵਾਰੀ ਇਸ ਧਰਤੀ ਨੂੰ ਬਚਾਉਣ ਦੀ ਹੈ, ਮਨੁੱਖਤਾ ਨੂੰ ਬਚਾਉਣ ਦੀ ਹੈ। ਪਰ ਬੰਦੇ ਨੂੰ ਪਤਾ ਹੀ ਨਹੀਂ ਮੇਰੀ ਡਿਊਟੀ ਕੀ। ਬੰਦਾ ਸੋਚਦਾ ਪੈਸੇ ਇਕੱਠੇ ਕਰਨਾ ਹੀ ਮੇਰੀ ਡਿਊਟੀ ਹੈ। ਉਹ ਇਹਦੀ ਖਾਤਰ ਕਦੀ ਕਿਤੇ ਡਿੱਗੀ ਚੱਲਿਆ ਜਾਂਦਾ, ਕਦੀ ਕਿਸੇ ਡਿੱਗੀ ਚੱਲਿਆ, ਜ਼ਿੰਦਗੀ ਨੂੰ ਬਰਬਾਦ ਕਰੀ ਜਾਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਹੈ ਵਾਹਿਗੁਰੂ ਜੀ ਤੁਸੀਂ ਮੇਰੇ ਦਾਤੇ ਹੋ, ਤੁਹਾਡੇ ਤੋਂ ਬਿਨਾਂ ਮੈਂ ਹੋਰ ਕਿਸੇ ਬੰਨੇ ਨਹੀਂ ਜਾਂਦਾ।
ਤੁਹਾਡੇ ਤੋਂ ਬਿਨਾਂ ਮੇਰਾ ਹੋਰ ਕੋਈ ਆਸਰਾ ਨਹੀਂ ਹੈ। ਮੈਂ ਤੁਹਾਡੀ ਹੀ ਸਿਫਤ ਸਲਾਹ ਕਰਦਾ ਹਾਂ, ਤੁਹਾਨੂੰ ਹੀ ਯਾਦ ਕਰਦਾ, ਤੁਹਾਡੇ ਚਰਨਾਂ 'ਚ ਹੀ ਅਰਦਾਸ ਬੇਨਤੀ ਕਰਦਾ ਹਾਂ। ਆਪੇ ਮੇਲ ਲਹੋ ਪ੍ਰਭ ਸਾਚੇ, ਪੂਰੇ ਕਰਮ ਤੂੰ ਪਾਵਣਿਆ। ਵਾਹਿਗੁਰੂ ਜੀ ਤੁਸੀਂ ਆਪ ਹੀ ਕਿਰਪਾ ਕਰਕੇ ਮੈਨੂੰ ਆਪਣੇ ਨਾਲ ਮੇਲ ਲਓ। ਪੂਰੇ ਕਰਮ, ਕਰਮ ਦਾ ਅਰਥ ਹੁੰਦਾ ਜਿਹਨੂੰ ਆਪਾਂ ਭਾਗ ਕਹਿੰਦੇ ਹਾਂ, ਬਖਸ਼ਿਸ਼ ਕਹਿੰਦੇ ਹਾਂ। ਮਨੁੱਖ ਦੇ ਉੱਪਰ ਵਾਹਿਗੁਰੂ ਜੀ ਦੀ ਬਖਸ਼ਿਸ਼ ਹੋ ਜਾਏ, ਮੂਰੇ ਦੇ ਮਨੁੱਖ ਦੇ ਪੂਰੇ ਭਾਗ ਹੋਣ, ਤਾਂ ਜੀਵ ਪਰਮਾਤਮਾ 'ਚ ਵਿਲੀਨ ਹੋ ਜਾਂਦਾ ਹੈ। ਵਾਹਿਗੁਰੂ ਜੀ ਨੇ ਸਾਡੇ ਤੇ ਬਹੁਤ ਕਿਰਪਾ ਕੀਤੀ ਹੈ। ਇਹ ਜਿਹੜੇ ਧਰਮ ਗ੍ਰੰਥ ਨੇ ਇਹ ਮਨੁੱਖ ਨੂੰ ਪਰਮਾਤਮਾ 'ਚ ਜੋੜਨ ਦੇ ਲਈ ਨੇ, ਇਹ ਰੱਬ ਦੀ ਸਿਫਤ ਸਲਾਹ ਲਈ ਨੇ। ਸਾਨੂੰ ਜਿਹੜੀ ਗੁਰਬਾਣੀ ਦਿੱਤੀ ਹੈ ਨਾ, ਦੇਖੋ ਸਤਿਗੁਰੂ ਜੀ ਨੇ ਗੱਲ ਇੱਥੋਂ ਸ਼ੁਰੂ ਕੀਤੀ, ਹੋਂ ਵਾਰੀ ਜਿਉ ਵਾਰੀ ਗੁਰ ਕੀ ਬਾਣੀ ਮਨ ਵਸਾਵਣਿਆ। ਮੈਂ ਉਹਨਾਂ ਤੋਂ ਕੁਰਬਾਨ ਜਿਹੜੇ ਗੁਰੂ ਦੀ ਬਾਣੀ ਜਿਹਨੂੰ ਮਨ 'ਚ ਵਸਾਉਂਦੇ ਨੇ, ਭਾਵ ਬਾਣੀ ਦਾ ਉਪਦੇਸ਼ ਮਨ 'ਚ ਵਸਾਉਂਦੇ ਨੇ। ਸਤਿਗੁਰੂ ਜੀ ਕਹਿੰਦੇ ਹੈ ਵਾਹਿਗੁਰੂ ਜੀਓ ਤੁਸੀਂ ਆਪ ਹੀ ਕਿਰਪਾ ਕਰਕੇ ਜੀਵ ਤੇ ਬਖਸ਼ਿਸ਼ ਕਰਕੇ ਉਹਨੂੰ ਆਪਣੇ ਨਾਲ ਮੇਲ ਲੈਂਦੇ ਹੋ, ਤੇ ਭਾਗਾਂ ਵਾਲੇ ਪ੍ਰਾਣੀ ਤੁਹਾਡੇ ਵਿੱਚ ਵਿਲੀਨ ਹੋ ਜਾਂਦੇ ਹਨ। ਮੈਂ ਹੋਰ ਨਾ ਕੋਈ ਤੁਧੈ ਜਿਹਾ। ਵਾਹਿਗੁਰੂ ਜੀ ਮੈਨੂੰ ਤੇ ਤੁਹਾਡੇ ਵਰਗਾ ਹੋਰ ਕਿਤੇ ਕੋਈ ਨਜ਼ਰ ਨਹੀਂ ਆਉਂਦਾ। ਪਰਮਾਤਮਾ ਵਰਗਾ ਕੋਈ ਦਿਆਲੂ ਨਹੀਂ ਹੈ, ਕੋਈ ਕਿਰਪਾਲੂ ਨਹੀਂ ਹੈ। ਠੀਕ ਹੈ, ਮਨੁੱਖ ਨੂੰ ਗਿਆਨ ਨਹੀਂ ਹੈ, ਤੇ ਮਨੁੱਖ ਨੂੰ ਧਾਰਮਿਕ ਲੋਕਾਂ ਨੇ ਬੜੀਆਂ ਕਥਾ ਕਹਾਣੀਆਂ ਸੁਣਾਈਆਂ, ਫਲਾਣੇ ਦੀ ਪੂਜਾ ਕਰ ਲਓ, ਫਲਾਣੇ ਪੀਰ ਨੂੰ ਪੂਜ ਲਓ, ਫਲਾਣੇ ਫਕੀਰ ਨੂੰ, ਫਲਾਣੇ ਦੇਵਤੇ ਨੂੰ ਪੂਜ ਲਓ, ਬਹੁਤ ਕੁਝ ਦੁਨੀਆ ਲੱਗੀ ਹੋਈ ਹੈ। ਪਰ ਪਰਮਾਤਮਾ ਵਰਗਾ ਕੋਈ ਨਹੀਂ ਹੈ। ਸਾਡੇ ਸਤਿਗੁਰੂ ਜੀ ਦੀ ਬਾਣੀ ਕਹਿੰਦੀ ਹਰ ਜੇਠ ਜੁੜਨ ਦਾ ਲੋੜੀ ਹੈ, ਜਿਸ ਅੱਗੇ ਸਭ ਨਿਵੰਨ। ਉਹ ਜਿਸ ਪਰਮਾਤਮਾ ਅੱਗੇ ਸਾਰੀ ਦੁਨੀਆ ਝੁਕਦੀ ਹੈ, ਉਸ ਪਰਮਾਤਮਾ ਦੇ ਨਾਲ ਜੁੜੋ। ਜਿਸ ਪਰਮਾਤਮਾ ਨੇ ਸਾਰੀ ਦੁਨੀਆ ਨੂੰ ਪੈਦਾ ਕੀਤਾ, ਉਸ ਪਰਮਾਤਮਾ ਨਾਲ ਜੁੜੋ। ਸਤਿਗੁਰੂ ਸਾਹਿਬ ਜੀ ਕਹਿੰਦੇ ਹੈ ਵਾਹਿਗੁਰੂ ਜੀਓ ਮੈਨੂੰ ਤਾਂ ਤੁਹਾਡੇ ਵਰਗਾ ਹੋਰ ਕੋਈ ਨਜ਼ਰ ਨਹੀਂ ਆਇਆ। ਜਿੰਨਾ ਪਰਮਾਤਮਾ ਦਿਆਲੂ ਹੈ, ਉਹਨਾਂ ਤੇ ਕੋਈ ਦਿਆਲੂ ਨਹੀਂ ਹੈ। ਆ ਦੇਵੀ ਦੇਵਤਿਆਂ ਦੀਆਂ, ਪੀਰਾਂ ਫਕੀਰਾਂ ਦੀਆਂ ਕਹਾਣੀਆਂ ਪੜ੍ਹ ਲਓ, ਤੁਹਾਨੂੰ ਬਹੁਤ ਕਹਾਣੀਆਂ ਮਿਲ ਜਾਣੀਆਂ ਜੀ। ਫਲਾਣੇ ਦੇਵਤੇ ਨੇ ਸਰਾਪ ਦਿੱਤਾ ਤੇ ਕੁੱਲ ਬਰਬਾਦ ਹੋ ਗਈ। ਗੁਰੂ ਗ੍ਰੰਥ ਸਾਹਿਬ ਜੀ 'ਚ ਇੱਕ ਗਵਾਹੀ ਹੈ, ਦੁਰਬਾਸਾ ਸੁ ਕਰਤ ਠਕੌਰੀ ਜਾਦਵ ਇਹ ਫਲ ਪਾਏ। ਇੱਕ ਕਹਾਣੀ ਹੈ ਕਿ ਜਾਦਵਾਂ ਦੇ ਨਿਆਣੇ ਇਕੱਠੇ ਕਿਤੇ ਡੰਗਰ ਚਾਰਦੇ, ਦੁਰਬਾਸਾ ਰੇਖੀ ਬੈਠਾ ਸੀ, ਉਹਨੂੰ ਕਿਤੇ ਮਖੌਲ ਕਰਤਾ ਉਹਨਾਂ ਨੇ। ਇੱਕ ਬੱਚੇ ਦੇ ਨੂੰ ਕੱਪੜੇ ਬੀਬੀਆਂ ਵਾਲੇ ਪਵਾ ਕੇ ਉਹਦੇ ਪੇਟ ਤੇ ਬਾਟੀ ਬੰਨ੍ਹ ਕੇ ਕਹਿਣ ਲੱਗੇ ਰੇਖੀ ਜੀ ਸਾਡੀ ਇਹ ਇਸਤਰੀ ਦੇ ਘਰ ਕਿਹੜਾ ਬੱਚਾ ਪੈਦਾ ਹੋਏਗਾ। ਉਹਨੇ ਰੋਕਿਆ, ਨਹੀਂ ਰੋਕਿਆ, ਤੇ ਖਿੱਚ ਕੇ ਕਹਿਣ ਲੱਗਾ ਉਹ ਪੈਦਾ ਹੋ ਕੇ ਜਿਹੜਾ ਤੁਹਾਡੀ ਕੁੱਲ ਦਾ ਨਾਸ ਕਰ ਦੇ। ਕਹਿੰਦੇ ਦੁਰਵਾਸਾ ਦੇ ਸ਼ਰਾਪ ਕਰਕੇ ਜਾਦਵਾਂ ਦੀ ਕੁੱਲ ਬਰਬਾਦ ਹੋ ਗਈ। ਹੁਣ ਰੱਬ ਵੀ ਕਦੀ ਕਿਸੇ ਨੂੰ ਸ਼ਰਾਪ ਦਿੰਦਾ? ਰੱਬ ਜਾਂ ਰੱਬ ਦਾ ਪਿਆਰਾ ਕਦੀ ਕਿਸੇ ਦਾ ਨੁਕਸਾਨ ਨਹੀਂ ਕਰਦਾ। ਉਹ ਤੇ ਬੜਾ ਦਿਆਲੂ ਹੈ, ਬੜਾ ਕਿਰਪਾਲੂ। ਜਿਹੜਾ ਗੁੱਸੇ 'ਚ ਆ ਕੇ ਕਿਸੇ ਦਾ ਨੁਕਸਾਨ ਕਰਦੇ ਉਹ ਰੱਬ ਦਾ ਪਿਆਰਾ ਹੀ ਨਹੀਂ ਹੋ ਸਕਦਾ। ਰੱਬ ਕਿਹੋ ਜਿਹਾ ਹੈ? ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹਾਂ ਸੰਮਲ ਥੱਕੀ ਜੀ। ਉਹ ਕਦੇ ਨਾ ਬੋਲੇ ਕੌੜਾ, ਉਹ ਤੇ ਕਦੀ ਕੌੜਾ ਬੋਲਦਾ ਹੀ ਨਹੀਂ। ਕੌੜਾ ਬੋਲ ਨਾ ਜਾਣੇ, ਉਹ ਤੇ ਔਗਣ ਕੋ ਨਾ ਚਤਾਰਦਾ। ਉਹ ਤੇ ਸਾਡੇ ਔਗਣ ਦੇਖਦਾ ਹੀ ਨਹੀਂ ਹੈ। ਨਹੀਂ ਤੇ ਜਿੰਨੇ ਔਗਣ ਅਸੀਂ ਕੀਤੇ ਸੀ, ਤੇ ਗੁਰੂ ਘਰ 'ਚ ਜਾਂ ਗੁਰੂ ਦੀ ਬਾਣੀ ਪੜ੍ਹਦੇ ਵੀ ਸਾਡਾ ਮਨ ਬੁਰੇ ਪਾਸੇ ਤੁਰਿਆ ਜਾਂਦਾ ਹੈ। ਉਹਨੂੰ ਪਤਾ ਹੈ ਜਿੰਨੇ ਸਾਡੇ ਔਗਣ ਨੇ, ਜੇ ਉਹ ਸਾਡੇ ਸਾਹਮਣੇ ਰੱਖ ਦੇਵੇ ਨਾ ਕੱਢ ਕੇ, ਫਿਰ ਸਾਨੂੰ ਪਤਾ ਲੱਗੇ ਕਿੰਨੇ ਔਗਣ ਨੇ। ਉਹ ਔਗਣ ਕੋ ਨਾ ਚਤਾਰਦਾ। ਉਹ ਤੇ ਮਿਹਰਬਾਨ ਸਾਹਿਬ, ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ। ਉਹ ਤੇ ਸਦ ਬਖਸ਼ਿੰਦ ਸਦਾ ਮਿਹਰਬਾਨਾ ਹੈ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਵਾਹਿਗੁਰੂ ਜੀ ਮੈਨੂੰ ਤੁਹਾਡੇ ਵਰਗਾ ਹੋਰ ਕੋਈ ਨਜ਼ਰ ਨਹੀਂ ਆਇਆ। ਸਾਰੀ ਦੁਨੀਆ ਦੇਖ ਲਈ ਮੈਂ, ਤੁਹਾਡੇ ਵਰਗਾ ਪਰਮਾਤਮਾ ਜੀ, ਪ੍ਰਭੂ ਜੀ ਕੋਈ ਨਜ਼ਰ ਨਹੀਂ ਆਇਆ। ਤੇਰੀ ਨਦਰੀ ਸਿਜਸ ਦੇਹਾ। ਹਾਂ, ਜਦੋਂ ਤੁਹਾਡੀ ਮਿਹਰ ਦੀ ਨਜ਼ਰ ਹੋ ਜਾਏ, ਸਿਜਸ ਦਾ ਅਰਥ ਹੁੰਦਾ ਸਫਲ ਹੋ ਜਾਣਾ। ਜਦੋਂ ਤੁਹਾਡੀ ਮਿਹਰ ਦੀ ਨਜ਼ਰ ਹੋ ਜਾਏ ਤੇ ਸਾਡੀ ਜ਼ਿੰਦਗੀ ਸਫਲ ਹੋ ਜਾਂਦੀ। ਇਹ ਸਰੀਰ ਸਫਲ ਹੋ ਜਾਂਦਾ ਹੈ, ਆਉਣਾ ਪ੍ਰਵਾਨ ਹੋ ਜਾਂਦਾ ਹੈ। ਸਰੀਰ ਮਹਾਨ ਹੈ, ਪਰ ਜੇ ਸਰੀਰ ਦੀ ਮਹਾਨਤਾ ਦਾ ਪਤਾ ਨਹੀਂ ਹੈ ਤੇ ਆਪਾਂ ਤੇ ਸਰੀਰ ਨੂੰ ਮਿੱਟੀ ਕੌਡੀਆਂ ਦੇ ਭਾਈ ਗਵਾਈ ਜਾਂਦੇ ਆ। ਗੁਰਬਾਣੀ ਕਹਿੰਦੀ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇੱਕ ਬਚਨ ਕਿਹਾ ਸੀ, ਗੋਬਿੰਦ ਕੇ ਗੁਣ ਗਾਵੋ ਸਾਧੋ, ਗੋਬਿੰਦ ਕੇ ਗੁਣ ਗਾਵੋ, ਗੋਬਿੰਦ ਕੇ ਗੁਣ ਗਾਵੋ ਸਾਧੋ, ਗੋਬਿੰਦ ਕੇ ਗੁਣ ਗਾਵੋ, ਗੋਬਿੰਦ ਕੇ ਗੁਣ।
ਮਾਨਸ ਜਨਮ ਅਮੋਲਕ ਪਾਇਆ, ਮਾਨਸ ਜਨਮ ਅਮੋਲਕ ਪਾਇਆ, ਮਾਨਸ ਜਨਮ ਬਿਰਥਾ ਕਾਹੇ ਗਵਾਵੋ ਸਾਧੋ, ਗੋਬਿੰਦ ਕੇ ਗੁਣ ਗਾਵੋ, ਗੋਬਿੰਦ ਕੇ ਗੁਣ ਗਾਵੋ ਸਾਧੋ, ਗੋਬਿੰਦ ਕੇ ਗੁਣ ਗਾਵੋ, ਗੋਬਿੰਦ ਕੇ ਗੁਣ। ਸਤਿਗੁਰੂ ਜੀ ਕਹਿੰਦੇ ਤੇਰੀ ਨਦਰੀ ਸੀ ਜਿਸ ਦੇਹਾ, ਗੁਰੂ ਕਾ ਇੱਕ ਬਚਨ ਕਿ ਸਫਲ ਹੋਏ ਹੋ ਤੇ ਮਾਨੁਖ ਦੇਹੀ, ਨਾਨਕ ਜਲ ਕੋ ਮਇਆ ਕਰੇਹੀ। ਉਸ ਮਨੁੱਖ ਦੀ ਇਹ ਜ਼ਿੰਦਗੀ ਸਫਲ ਹੋ ਜਾਂਦੀ ਹੈ ਜਿਹਦੇ ਤੇ ਵਾਹਿਗੁਰੂ ਜੀ ਦੀ ਮਿਹਰ ਹੋ ਜਾਂਦੀ ਹੈ। ਅਨ ਦਿਨ ਸਾਰ ਸੰਭਾਲ ਹਰ ਰਾਖੈ, ਗੁਰਮੁਖ ਸਹਿਜ ਸਮਾਵਣਿਆ। ਉਹ ਗੁਰੂ ਕੀ ਮੱਤ ਦੇ ਰਾਹੀਂ ਹਰ ਰੋਜ਼ ਪ੍ਰਮਾਤਮਾ ਨੂੰ ਯਾਦ ਕਰਦਾ ਹੈ। ਗੁਰੂ ਕੀ ਮੱਤ ਦੇ ਰਾਹੀਂ ਸਹਿਜ ਦਾ ਅਰਥ ਹੁੰਦਾ ਆਤਮਿਕ ਅਡੋਲਤਾ, ਸਹਿਜ ਦਾ ਅਰਥ ਹੁੰਦਾ ਸੁਤੇ ਸਿੱਧ, ਸਹਿਜ ਜਿਹਨੂੰ ਆਪਾਂ ਕਹਿੰਦੇ ਬੜਾ ਸੌਖਾ। ਉਹ ਗੁਰੂ ਕੀ ਮੱਤ ਦੇ ਰਾਹੀਂ ਪਰਮਾਤਮਾ ਚ ਸਮਾ ਜਾਂਦਾ ਹੈ, ਲਿਵਲੀਨ ਹੋ ਜਾਂਦਾ ਹੈ। ਤੁਧ ਜੀਵੜ ਮੈਂ ਹੋਰ ਨਾ ਕੋਈ, ਇਹ ਵਾਹਿਗੁਰੂ ਜੀਓ ਤੁਹਾਡੇ ਵਰਗਾ ਮੈਨੂੰ ਹੋਰ ਕੋਈ ਨਜ਼ਰ ਨਹੀਂ ਆਉਂਦਾ, ਤੁਹਾਡੇ ਵਰਗਾ ਮਹਾਨ। ਤੁਧ ਆਪੇ ਸਿਰਜੀ ਆਪੇ ਗੋਈ, ਤੁਸੀਂ ਆਪੇ ਇਹ ਸ੍ਰਿਸ਼ਟੀ ਨੂੰ ਪੈਦਾ ਕਰਦੇ ਹੋ। ਆਪੇ ਗੋਈ ਦਾ ਅਰਥ ਹੁੰਦਾ ਜਿਵੇਂ ਗੋਹ ਦੇਣਾ ਕਿਸੇ ਚੀਜ਼ ਨੂੰ, ਮਿੱਟੀ ਗੋਹਦੇ ਨੇ, ਇਸ ਸ੍ਰਿਸ਼ਟੀ ਨੂੰ ਮੁੜ ਕੇ ਤੁਸੀਂ ਗੋਹ ਦਿੰਦੇ, ਭਾਵ ਖਤਮ ਕਰ ਦਿੰਦੇ ਆਪ ਹੀ। ਤੂੰ ਆਪੇ ਹੀ ਘੜ ਭੰਨ ਸਵਾਰ ਹੈ, ਵਾਹਿਗੁਰੂ ਜੀ ਤੁਸੀਂ ਆਪੇ ਹੀ ਜੀਵਨ ਨੂੰ ਘੜਦੇ ਹੋ, ਬਣਾਉਂਦੇ ਹੋ, ਫਿਰ ਇਹਨਾਂ ਨੂੰ ਭੰਨਦੇ ਹੋ, ਫਿਰ ਸਵਾਰਦੇ ਹੋ। ਨਾਨਕ ਨਾਮ ਸੁਹਾਵਣਿਆ। ਸਤਿਗੁਰੂ ਜੀ ਕਹਿੰਦੇ ਨਾਮ ਦੇ ਰਾਹੀਂ ਇਹ ਜੀਵ ਸੋਹਣੇ ਬਣਦੇ ਨੇ। ਗੁਰੂ ਕੀ ਬਾਣੀ ਸਾਨੂੰ ਨਾਮ ਨਾਲ ਜੋੜਦੀ ਹੈ। ਔਰ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਨੇ ਕਿਹਾ ਸੀ, ਹਉ ਵਾਰੀ ਜਿਉ ਵਾਰੀ ਬਾਣੀ ਸੁਣ ਮਨ, ਗੁਰ ਕੀ ਬਾਣੀ ਮਨ ਵਸਾਵਣਿਆ। ਮੈਂ ਉਹਨਾਂ ਤੋਂ ਕੁਰਬਾਨ ਹਾਂ ਜਿਹੜੇ ਗੁਰੂ ਕੀ ਬਾਣੀ ਨੂੰ ਮਨ ਵਿੱਚ ਵਸਾਉਂਦੇ ਨੇ। ਜਿਹਨਾਂ ਗੁਰੂ ਕੀ ਬਾਣੀ ਨੂੰ ਮਨ 'ਚ ਵਸਾਇਆ ਉਹਨੂੰ ਪਤਾ ਲੱਗਦਾ ਕਿ ਸਾਡਾ ਇਹ ਜਿਹੜਾ ਸਰੀਰ ਹੈ ਨਾ, ਇਹਦੇ ਅੰਦਰ ਬਹੁਤ ਪਸਾਰਾ ਹੈ, ਇਹਦੇ ਅੰਦਰ ਲਾਲ ਨੇ, ਇਹਦੇ ਅੰਦਰ ਹੀਰੇ ਨੇ। ਸਾਡਾ ਇਹ ਸਰੀਰ ਜਿਹੜਾ ਨਾ ਜਿਵੇਂ ਸਮੁੰਦਰ ਨਹੀਂ ਰਤਨਾਂ ਨਾਲ ਭਰਿਆ ਹੁੰਦਾ, ਸਾਡਾ ਇਹ ਸਰੀਰ ਰਤਨਾਂ ਨਾਲ ਭਰਿਆ ਹੋਇਆ ਹੈ। ਲੇਕਿਨ ਉਹ ਪਤਾ ਸਾਨੂੰ ਲੱਗਣਾ ਗੁਰੂ ਕੀ ਬਾਣੀ ਰਾਹੀਂ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜ੍ਹਿਆ ਰਾਮ। ਗੁਰੂ ਕੀ ਬਾਣੀ ਸਾਨੂੰ ਗਿਆਨ ਦਿੰਦੀ ਹੈ, ਚਾਨਣ ਦਿੰਦੀ ਹੈ। ਗੁਰੂ ਕੀ ਬਾਣੀ ਸਾਡੀ ਸੁਰਤ ਨੂੰ ਪ੍ਰਮਾਤਮਾ ਦੇ ਪਿਆਰ ਜੋੜਦੀ ਹੈ। ਗੁਰੂ ਕੀ ਬਾਣੀ ਸਾਡੇ ਅੰਦਰ ਸਹਿਜ ਪੈਦਾ ਕਰਦੀ ਹੈ, ਸ਼ਾਂਤੀ ਪੈਦਾ ਕਰਦੀ ਹੈ, ਆਨੰਦ ਪੈਦਾ ਕਰਦੀ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਰੋਜ਼ ਬਾਣੀ ਪੜ੍ਹਿਆ ਕਰੋ, ਰੋਜ਼ ਬਾਣੀ ਸੁਣਿਆ ਕਰੋ। ਬਾਣੀ ਸੁਣਦਿਆਂ ਸੁਣਦਿਆਂ ਸਾਡੇ ਅੰਦਰੋਂ ਮੈਲ ਮਿਟੇਗੀ, ਸਾਡੇ ਅੰਦਰੋਂ ਹਨੇਰਾ ਮਿਟੇਗਾ। ਜਿਉਂ-ਜਿਉਂ ਬਾਣੀ ਨਾਲ ਪਿਆਰ ਕਰਾਂਗੇ, ਜਿਹਦਾ ਬਾਣੀ ਨਾਲ ਪਿਆਰ ਉਹਦਾ ਹੀ ਗੁਰੂ ਦੀ ਬਾਣੀ ਨਾਲ ਪਿਆਰ ਹੈ। ਜਿਹਨੂੰ ਗੁਰੂ ਕੀ ਬਾਣੀ ਮਿੱਠੀ ਨਹੀਂ ਲੱਗਦੀ, ਮਾਫ਼ ਕਰਨਾ, ਉਹਨੂੰ ਗੁਰੂ ਕਿਵੇਂ ਚੰਗਾ ਲੱਗੇਗਾ? ਇਵੇਂ ਕਹਿ ਲਓ ਜਿਹਨੂੰ ਆਪਣੇ ਬਜ਼ੁਰਗਾਂ ਦੀਆਂ ਗੱਲਾਂ ਹੀ ਨਹੀਂ ਚੰਗੀਆਂ ਲੱਗਦੀਆਂ, ਬਜ਼ੁਰਗ ਕਿੱਥੋਂ ਚੰਗੇ ਲੱਗਣਗੇ? ਇਸ ਕਰਕੇ ਗੁਰੂ ਕੀ ਬਾਣੀ ਨਾਲ ਜਿੰਨਾ ਪਿਆਰ ਕਰਾਂਗੇ ਉਹਨਾਂ ਗੁਰੂ ਸਾਨੂੰ ਪਿਆਰ ਕਰੇਗਾ। ਜਿੰਨਾ ਗੁਰੂ ਕੀ ਬਾਣੀ ਨਾਲ ਪਿਆਰ ਕਰਾਂਗੇ ਉਹਨਾਂ ਹੀ ਪਰਮਾਤਮਾ ਦੇ ਨਾਲ ਨੇੜਤਾ ਬਣੀ। ਅਸੀਂ ਕਹਿੰਦੇ ਜੀ ਮਨ ਨਹੀਂ ਟਿਕਦਾ ਸਾਡਾ, ਨਾਮ ਨਾਲ ਕਿਵੇਂ ਜੁੜਨਾ? ਅਕਸਰ ਸਾਡਾ ਇਹ ਸਵਾਲ ਹੈ, ਨਾਮ ਨਾਲ ਕਿਵੇਂ ਜੁੜਨਾ? ਸਤਿਗੁਰੂ ਜੀ ਕਹਿੰਦੇ ਬਾਣੀ ਨੂੰ ਪਿਆਰ ਕਰੋ। ਪਰਮਾਤਮਾ 'ਚ ਸਮਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਇਹ ਬਾਣੀ, ਜੋ ਜੀਓ ਜਾਣੈ ਤਿਸ ਅੰਤਰ ਰਵੈ ਹਰ ਨਾਮਾ। ਜਿਹੜਾ ਬਾਣੀ ਨੂੰ ਜੀ ਕਰਕੇ ਜਾਣ ਲੇ ਉਹਦੇ ਅੰਦਰ ਨਾਮ ਪ੍ਰਗਟ ਹੋ ਜਾਂਦਾ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ, ਇਹ ਹੋਵਾ ਸਮਾਓ। ਜਿਹਦਾ ਸ਼ਬਦ ਦੇ ਨਾਲ ਮਨ ਲੱਗ ਗਿਆ ਨਾ, ਸਮਝੋ ਉਹ ਪ੍ਰਮਾਤਮਾ 'ਚ ਸਮਾ ਗਿਆ। ਇਸ ਕਰਕੇ ਨਾਮ ਨਾਲ ਜੁੜਨ ਦਾ ਸਭ ਤੋਂ ਵਧੀਆ ਸੌਖਾ ਤਰੀਕਾ, ਮਨ ਨੂੰ ਟਿਕਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਜਿਉਂ ਗੁਰ ਕਾ ਸ਼ਬਦ ਜਿਹੜਾ ਇਵੇਂ ਜਿਉਂ ਮੰਦਰ ਕੋ ਥੰਮ ਹੈ, ਥਮਨ ਤਿਉਂ ਗੁਰ ਕਾ ਸ਼ਬਦ ਮਨੇ ਅਸਥਮਨ। ਆਓ ਗੁਰੂ ਚਰਨਾਂ 'ਚ ਅਰਦਾਸ ਕਰੀਏ, ਗੁਰੂ ਕੀ ਬਾਣੀ ਨਾਲ ਸਾਡਾ ਪਿਆਰ ਬਣੇ, ਗੁਰੂ ਕੀ ਬਾਣੀ ਸਾਡੀ ਸੁਰਤ 'ਚ ਵਸੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲ ਚੁੱਕ ਦੀ ਖਿਮਾ ਬਖਸ਼ਣੀ। ਆਖਰੀ ਪੰਕਤੀਆਂ ਭਾਈ ਸਾਹਿਬ ਜੀ ਸੁਣਾ ਰਹੇ ਨੇ, ਇਹਦੇ ਨਾਲ ਹੀ ਸਮਾਪਤੀ ਹੋਵੇਗੀ ਜੀ। ਤੁਧ ਜੀਵੜ ਮੈਂ ਹੋਰ ਨਾ ਕੋਈ, ਤੁਧ ਆਪੇ ਸਿਰਜੀ ਆਪੇ ਗੋਈ। ਤੂੰ ਆਪੇ ਹੀ ਘੜ ਭੰਨ ਸਵਾਰ ਹੈ,
ਨਾਨਕ ਨਾਮ ਸੁਹਾਵਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।